बार फिर उस परमेश्वर के वचन में चलांगे। ਆਪਾਂ ਦੇਖਾਂਗੇ नवे नियम ਦੇ ਵਿੱਚ ਪਹਿਲਾ ਥੈਸਲੁਨੀਕੀਆਂ ਉਹਦਾ 5 ਅਧਿਆਏ पेज नंबर 270। ਪਹਿਲਾ ਥੈਸਲੁਨੀਕੀਆਂ ਉਹਦਾ 5 ਅਧਿਆਏ ਆਪਾਂ ਪੜਾਂਗੇ। शांति नाल पढ़ियो ताकि सुनने वाले समझ आवे। आप पढ़ांगे 12 तो लैके ਉਹਦੇ 28 तक। ਹੁਣ हे ਭਰਾਵੋ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਭਾਈ ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਅਤੇ ਪ੍ਰਭੂ ਵਿੱਚ ਤੁਹਾਡੇ ਆਗੂ ਹਨ ਅਤੇ ਤੁਹਾਨੂੰ ਚਿਤਾਰਦੇ ਹਨ, ਤੁਸੀਂ ਉਹਨਾਂ ਨੂੰ ਮੰਨੋ ਅਤੇ ਉਹਨਾਂ ਦੇ ਕੰਮ ਦੀ ਖਾਤਰ ਪ੍ਰੇਮ ਨਾਲ ਉਹਨਾਂ ਦਾ ਬਹੁਤਾ ਆਦਰ ਕਰੋ, ਆਪੋ ਵਿੱਚ ਮੇਲ ਰੱਖੋ। हे ਭਰਾਵੋ, ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਜੋ ਤੁਸੀਂ ਕਸੂਤਿਆਂ ਨੂੰ ਸਮਝਾਓ, ਕੰਮ ਦੇਣਿਆਂ ਨੂੰ ਦਿਲਾਸਾ ਦਿਓ, ਨਿਤਾਣਿਆਂ ਨੂੰ ਸੰਭਾਲੋ, ਸਬਰ ਨਾਲ ਧੀਰਜ ਕਰੋ। ਵੇਖਣਾ ਭਾਈ ਕੋਈ ਕਿਸੇ ਨਾਲ ਬੁਰੇ ਦੇ ਵੱਟੇ ਬੁਰਾ ਨਾ ਕਰੇ, ਸਗੋਂ ਇੱਕ ਦੂਏ ਲਈ ਅਤੇ ਸਭਨਾਂ ਲਈ ਸਦਾ ਭਲਾਈ ਦੇ ਪਿੱਛੇ ਲੱਗੇ ਰਹੋ, ਸਦਾ ਆਨੰਦ ਰਹੋ, ਨਿਤ ਪ੍ਰਾਰਥਨਾ ਕਰੋ, ਹਰ ਹਾਲ ਵਿੱਚ ਧੰਨਵਾਦ ਕਰੋ, ਕਿਉਂ ਜੋ ਤੁਹਾਡੇ ਲਈ ਮਸੀਹ ਯੀਸ਼ੂ ਵਿੱਚ ਪਰਮੇਸ਼ਵਰ ਦੀ ਇਹੋ ਇੱਛਾ ਹੈ। ਆਤਮਾ ਨੂੰ ਨਾ ਬੁਝਾਓ, ਅਗੰਮ ਨਾ ਕਰੋ, ਅਗੰਮ ਵਾਗਨ ਤੋਂ ਨਾ ਜਾਣੋ, ਸਭਨਾਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜੀ ਰੱਖੋ, ਹਰ ਪ੍ਰਕਾਰ ਦੀ ਬਦੀ ਤੋਂ ਲਾਂਭੇ ਰਹੋ ਅਤੇ ਸ਼ਾਂਤੀ ਦਾਤਾ ਪਰਮੇਸ਼ਵਰ ਆਪੇ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ ਸੰਪੂਰਨ ਬਚਿਆ ਰਹੇ। ਤੁਹਾਡਾ ਸੱਦਣ ਵਾਲਾ ਵਫ਼ਾਦਾਰ ਹੈ ਅਤੇ ਉਹ ਅਜਿਹਾ ਹੀ ਕਰੇਗਾ। ਇਹ ਭਰਾਵੋ, ਸਾਡੇ ਲਈ ਪ੍ਰਾਰਥਨਾ ਕਰੋ। ਤੁਸੀਂ ਪਵਿੱਤਰ ਜੁਮੇ ਨਾਲ ਸਭਨਾਂ ਭਰਾਵਾਂ ਦੀ ਸੁੱਖ ਸਾਂਝ ਪੁੱਛੋ। ਮੈਂ ਤੁਹਾਨੂੰ ਪ੍ਰਭੂ ਦੀ ਸਹੁੰ ਦਿੰਦਾ ਹਾਂ ਜੋ ਇਹ ਪੱਤਰੀ ਸਭਨਾਂ ਭਰਾਵਾਂ ਨੂੰ ਪੜ੍ਹ ਕੇ ਸੁਣਾਉਣੀ। ਸਾਡੇ ਪ੍ਰਭੂ ਯੀਸ਼ੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਹੁੰਦੀ ਰਹੇ। सारे बोलो हालेलुया, हालेलुया। ये परमेश्वर का वचन है और परमेश्वर का वचन परमेश्वर के आत्मा द्वारा लिखाया गया है और प्रभु यीशु मसीह ने किया आकाश धरती टल जाएगा पर मेरा वचन कदे भी नहीं टलेगा, क्योंकि साडे परमेश्वर वो अपने वादे दे सच्चे परमेश्वर ने और वो अपने वादे नूं हमेशा ही पूरा करने वाले परमेश्वर ने। और साडे परमेश्वर दे विच कोई भी पाप नहीं, साडे परमेश्वर दे विच कोई भी मतलब अजिही गलती नहीं कि अगर इंसान उस परमेश्वर दे विच कोई गलती लभन नूं बैठे तो सही दे विच परमेश्वर दे विच कोई भी किते भी गलती इंसान नूं नहीं मिल सकती, क्योंकि परमेश्वर ने जो सानूं बाइबल दिता गा, हाँ जिन्हों पवित्र बाइबल कहते हैं, इस बाइबल दे विच दो भाग ने। दो भाग मतलब जे एक जिन ज़्यादातर कहते लोग पुराना नेम ते एक नवा नेम। हिंदी विच कहते इहनूं पुराना करार ते इहनूं नवा करार कहते हैं और अंग्रेजी विच इहनूं कहते हैं ओल्ड टैस्टामेंट ते न्यू टैस्टामेंट। मतलब ये पवित्र बाइबल इंसान नूं परमेश्वर ने दिता गा और इसनूं लिखण वाला बेशक इंसान हो सकदा गा, लेकिन लिखाउण वाले वो तां पवित्र आत्मा परमेश्वर ने। और पवित्र आत्मा परमेश्वर ने जो कुछ भी लिखाया गा वो इंसान दे लिए लिखवाया गा और इहदे विच जो कुछ हो चुकिया गा वो भी लिखिया होया गा और जो कुछ होने वाला गा वो भी इहदे विच लिखिया गया गा। आपां देखिए कोई भी किताब देखिए या फिर कोई भी धर्म पुस्तक देखो, ਉਹਦੇ ਵਿੱਚ ਜ਼ਿਆਦਾਤਰ ਉਹ ਚੀਜ਼ ਲਿਖੀ ਹੁੰਦੀ ਹੈ ਕਿ ਜਿਹੜੀ ਬੀਤ ਚੁੱਕੀ ਹੁੰਦੀ ਹੈ, ਲੇਕਿਨ ਸਹੀ ਦੇ ਵਿੱਚ ਇੱਕ ਸਿਰਫ ਪਵਿੱਤਰ ਬਾਈਬਲ ਐਸੀ ਹੈ ਕਿ ਜਿਹਦੇ ਵਿੱਚ ਐਸੀਆਂ ਗੱਲਾਂ ਲਿਖੀਆਂ ਹੋਈਆਂ ਨੇ ਕਿ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੀਆਂ ਹੋਣ ਵਾਲੀਆਂ ਸੀ। ਪਰ ਦੇਖੋ ਉਹਦੇ ਵਿੱਚ ਜ਼ਿਆਦਾਤਰ ਪੂਰੀਆਂ ਹੋ ਚੁੱਕੀਆਂ ਨੇ। मतलब कि जो कुछ भी है वो परमेश्वर ने इंसान ਨੂੰ लिख के दिता गा। क्यों? क्योंकि इंसान ये परमेश्वर के वचनों सुन सके, इन्हां दे उपर विश्वास कर सके और अपने आप को की करे वचन के अनुसार शुद्ध कर सके। क्योंकि ये जो पुराना नेम है अगर इंसान इसनूं पढ़दा गा तो सही दे विच ज़्यादातर इंसान नूं पुराने नेम की समझ नहीं आउंदी। पर क्योंकि पुराने नेम दे विच ज़्यादातर की लिखिया होया गा कि परमेश्वर बहुत ही क्रोधवान है। परमेश्वर की है वो तां जिथे कोई इंसान गलती करता सीगा उसनूं परमेश्वर खत्म कर देंदे सीगे। मतलब कि जो भी परमेश्वर ने लिखाया सीगा, हाँ उहदे विच परमेश्वर दा अगर
ਕੋਈ ਵੀ ਇਨਸਾਨ ਕ੍ਰੋਧ ਜਾਣਨਾ ਚਾਹੁੰਦਾ ਹੈਗਾ ਤਾਂ ਉਹ ਪੁਰਾਣਾ ਨਿਯਮ ਪੜ੍ਹ ਸਕਦਾ ਹੈਗਾ ਕਿ ਪੁਰਾਣੇ ਨਿਯਮ ਦੇ ਵਿੱਚ ਜੋ ਪਰਮੇਸ਼ਵਰ ਦਾ ਕ੍ਰੋਧ ਸੀਗਾ ਉਹ ਕਿਉਂ ਭੜਕਦਾ ਸੀਗਾ ਔਰ ਕਿੰਨਾ ਲੋਕਾਂ ਦੇ ਉੱਪਰ ਭੜਕਦਾ ਸੀਗਾ। ਹੁਣ ਦੇਖੋ ਪੁਰਾਣੇ ਨਿਯਮ ਦੇ ਵਿੱਚ ਲੋਕ ਬਹੁਤ ਸਾਰੀਆਂ ਗਲਤੀਆਂ ਕਰਦੇ ਸੀਗੇ, ਲੇਕਿਨ ਜਿਹੜੇ ਲੋਕ ਗਲਤੀਆਂ ਕਰਦੇ ਸੀਗੇ ਪਰਮੇਸ਼ਵਰ ਨਾਲ ਦੀ ਨਾਲ ਉਸਨੂੰ ਸਜ਼ਾ ਦਿੰਦੇ ਸੀਗੇ, ਨਾਲ ਦੀ ਨਾਲ ਉਸਦੇ ਉੱਪਰ ਉਹ ਜੋ ਗਲਤੀ ਸੀ ਉਹਦੇ ਉੱਪਰ ਸਜ਼ਾ ਵੀ ਆਉਂਦੀ ਸੀ, ਉਹਦੇ ਉੱਪਰ ਦੰਡ ਆਉਂਦਾ ਸੀਗਾ ਉਹ ਗੱਲ ਦੇ ਉੱਪਰ। ਲੇਕਿਨ ਜੋ ਪਰਮੇਸ਼ਵਰ ਦੇ ਨਾਲ ਪੁਰਾਣੇ ਨਿਯਮ ਦੇ ਵਿੱਚ ਵਫਾਦਾਰੀ ਨਾਲ ਚੱਲੇ ਨੇ ਉਹਨਾਂ ਦੇ ਜੀਵਨ ਦੇਖੋ ਕਿੰਨਾ ਸਾਫ਼ ਸੁਥਰਾ ਜੀਵਨ ਰਿਹਾ ਗਾ, ਲੇਕਿਨ ਪਰਮੇਸ਼ਵਰ ਉਹਨਾਂ ਦੇ ਉੱਪਰ ਕ੍ਰੋਧ ਨਹੀਂ ਕਰਦੇ ਸੀਗੇ। ਤੇ ਨਵੇਂ ਨਿਯਮ ਦੇ ਵਿੱਚ ਵੀ ਦੇਖੋ ਪ੍ਰਭੂ ਯਿਸੂ ਮਸੀਹ ਜਦ ਇਸ ਧਰਤੀ ਉੱਪਰ ਆਏ ਤਾਂ ਦੇਖੋ ਪ੍ਰਭੂ ਯਿਸੂ ਮਸੀਹ ਨੇ ਨਵੇਂ ਨਿਯਮ ਦੇ ਵਿੱਚ ਵੀ ਇਹ ਕ੍ਰੋਧ ਕੀਤਾਗਾ ਔਰ ਨਵੇਂ ਨਿਯਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਜ਼ਿਆਦਾਤਰ ਲੋਕਾਂ ਨੂੰ ਮਾਫ ਕਰਕੇ ਦੱਸਿਆਗਾ ਔਰ ਲੋਕਾਂ ਨੂੰ ਪਿਆਰ ਕੀਤਾ ਨਵੇਂ ਨਿਯਮ ਦੇ ਵਿੱਚ। ਲੇਕਿਨ ਪੁਰਾਣੇ ਨਿਯਮ ਦੇ ਵਿੱਚ ਵੀ ਦੇਖੋ ਪਰਮੇਸ਼ਵਰ ਪਿਆਰ ਤਾਂ ਕਰਦੇ ਹੀ ਸੀਗੇ। ਪੁਰਾਣੇ ਨਿਯਮ ਦੇ ਵਿੱਚ ਵੀ ਪਰਮੇਸ਼ਵਰ ਜੋ ਪਰਮੇਸ਼ਵਰ ਦੇ ਅਨੁਸਾਰ ਆਗਿਆਕਾਰੀ ਕਰਦੇ ਸੀਗੇ ਉਹਨਾਂ ਨੂੰ ਮਾਫ ਵੀ ਕਰਦੇ ਸੀਗੇ। ਹੁਣ ਯੂਨਾਨ ਵੀ ਦੇਖੋ ਉਹਨੇ ਤਾਂ ਗਲਤੀ ਕੀਤੀ ਸੀਗੀ ਲੇਕਿਨ ਪਰਮੇਸ਼ਵਰ ਨੇ ਉਸਨੂੰ ਵੀ ਮਾਫ ਕੀਤਾ। ਦੇਖੋ ਮੂਸਾ ਨੇ ਵੀ ਗਲਤੀ ਕੀਤੀ, ਪਰਮੇਸ਼ਵਰ ਨੇ ਉਸਨੂੰ ਵੀ ਮਾਫ ਕੀਤਾ। ਲੇਕਿਨ ਦਾਊਦ ਬਾਦਸ਼ਾਹ ਨੇ ਗਲਤੀ ਕੀਤੀ, ਉਸਨੇ ਕੀ ਹੋ ਗਿਆ, ਉਸਨੂੰ ਵੀ ਪਰਮੇਸ਼ਵਰ ਨੇ ਮਾਫ ਕੀਤਾ। ਲੇਕਿਨ ਜ਼ਿਆਦਾਤਰ ਜੋ ਲੋਕ ਪਰਮੇਸ਼ਵਰ ਦੇ ਖਿਲਾਫ ਜਾਂਦੇ ਸੀਗੇ ਤੇ ਪਰਮੇਸ਼ਵਰ ਕੀ ਕਰਦੇ ਸੀ, ਉਹਨਾਂ ਦੇ ਉੱਪਰ ਆਪਣਾ ਕ੍ਰੋਧ ਭੜਕਾਉਂਦੇ ਸੀਗੇ। ਜਦ ਪ੍ਰਭੂ ਯਿਸੂ ਮਸੀਹ ਧਰਤੀ ਉੱਪਰ ਆਏ ਤਾਂ ਪ੍ਰਭੂ ਯਿਸੂ ਮਸੀਹ ਦੇ ਅਗਰ ਆਪਾਂ ਵਚਨਾਂ ਨੂੰ ਦੇਖਦੇ ਹਾਂ ਤਾਂ ਪ੍ਰਭੂ ਯਿਸੂ ਮਸੀਹ ਨੇ ਜ਼ਿਆਦਾਤਰ ਲੋਕਾਂ ਨੂੰ ਪਿਆਰ ਕੀਤਾ, ਜ਼ਿਆਦਾਤਰ ਲੋਕਾਂ ਨੂੰ ਮਾਫ ਕੀਤਾ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਕ੍ਰੋਧ ਵੀ ਕੀਤਾ। ਕੋਈ ਦੱਸ ਸਕਦਾ ਕਿਤੇ ਪ੍ਰਭੂ ਯਿਸੂ ਮਸੀਹ ਨੇ ਕ੍ਰੋਧ ਕੀਤਾ ਸੀਗਾ? ਹੈਕਲ ਦੇ ਵਿੱਚ ਕੀ ਕੀਤਾ ਸੀਗਾ? ਕ੍ਰੋਧ ਕੀਤਾ ਸੀਗਾ। ਕ੍ਰੋਧ ਕਿਹੜੀ ਗੱਲ ਦੇ ਉੱਪਰ, ਗੁੱਸਾ ਕਿਹੜੀ ਗੱਲ ਦੇ ਉੱਪਰ? ਕਿਉਂਕਿ ਉਹਨਾਂ ਲੋਕਾਂ ਨੇ ਜੋ ਪਰਮੇਸ਼ਵਰ ਦਾ ਭਵਨ ਸੀਗਾ, ਜੋ ਉਹਦਾ ਮੰਦਿਰ ਸੀਗਾ, ਉਹਦਾ ਕੀ ਬਣਾਇਆ ਸੀ ਉਹਨਾਂ ਨੇ, ਮਤਲਬ ਉੱਥੇ ਉਹ ਵਪਾਰ ਕਰਨ ਲੱਗੇ ਸੀਗੇ ਔਰ ਜਿਹਦੇ ਕਰਕੇ ਉਸ ਪ੍ਰਭੂ ਯਿਸੂ ਮਸੀਹ ਨੂੰ ਉਸ ਜਗ੍ਹਾ ਦੇ ਉੱਪਰ ਬਹੁਤ ਹੀ ਕ੍ਰੋਧ ਆਇਆ ਔਰ ਲੋਕਾਂ ਨੂੰ ਉੱਥੋਂ ਮਾਰ ਕੇ ਬਾਹਰ ਕੱਢਿਆ। ਮਤਲਬ ਕਿ ਪੁਰਾਣੇ ਨਿਯਮ ਦੇ ਵਿੱਚ ਵੀ ਦੇਖੋ ਪਰਮੇਸ਼ਵਰ ਗੁੱਸਾ ਤਾਂ ਕਰਦੇ ਸੀਗੇ ਲੇਕਿਨ ਪਰਮੇਸ਼ਵਰ ਨਾਲ ਦੀ ਨਾਲ ਪੁਰਾਣੇ ਨਿਯਮ ਦੇ ਵਿੱਚ ਲੋਕਾਂ ਨੂੰ ਖਤਮ ਕਰ ਦਿੰਦੇ ਸੀਗੇ, ਜਿਹੜੇ ਲੋਕ ਗਲਤੀ ਕਰਦੇ ਸੀ, ਜਿਹੜੇ ਲੋਕ ਗੁਨਾਹ ਕਰਦੇ ਸੀਗੇ। ਲੇਕਿਨ ਪ੍ਰਭੂ ਯਿਸੂ ਮਸੀਹ ਜਦ ਨਵੇਂ ਨਿਯਮ ਦੇ ਵਿੱਚ ਆਏ ਤਾਂ ਪ੍ਰਭੂ ਯਿਸੂ ਮਸੀਹ ਨੇ ਲੋਕਾਂ ਨੂੰ ਦੱਸਿਆ ਵੀ, ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਸਮਝਾਇਆ ਵੀ। ਔਰ ਸਮਝਾਇਆ ਉਹਦਾ ਕਾਰਨ ਕੀ ਸੀਗਾ ਕਿ ਪ੍ਰਭੂ ਯਿਸੂ ਮਸੀਹ ਨਹੀਂ ਚਾਹੁੰਦੇ ਸੀ ਕੋਈ ਵੀ ਇਨਸਾਨ ਨਾਸ ਦੇ ਵਿੱਚ ਜਾਏ। ਲੇਕਿਨ ਪਹਿਲਾਂ ਜਦੋਂ ਪੁਰਾਣੇ ਨਿਯਮ ਦੀ ਗੱਲ ਕਰਦੇ ਹਾਂ ਤਾਂ ਪਰਮੇਸ਼ਵਰ ਸਮਝਾਉਂਦੇ ਤਾਂ ਇਹੀ ਗੱਲ ਸੀਗੇ ਲੇਕਿਨ ਲੋਕਾਂ ਨੂੰ ਸਮਝ ਨਹੀਂ ਆਈ। ਉਹਦਾ ਕਾਰਨ ਕੀ ਸੀਗਾ ਕਿ ਜੋ ਗੱਲ ਪਰਮੇਸ਼ਵਰ ਦੱਸਣਾ ਚਾਹੁੰਦੇ ਸੀਗੇ ਉਸ ਨੂੰ ਸਿਰਫ ਪਰਮੇਸ਼ਵਰ ਨੇ ਲਿਖ ਕੇ ਦਿੱਤਾ ਗਿਆ ਸੀ। ਉਹਨਾਂ ਨੇ ਪਰਮੇਸ਼ਵਰ ਨੇ ਉਸ ਗੱਲ ਨੂੰ ਲਿਖ ਕੇ ਦਿੱਤਾ ਸੀਗਾ ਔਰ ਲਿਖ ਕੇ ਦਿੱਤਾ ਹੋਇਆ ਸੀਗਾ, ਮਤਲਬ ਕਿਸੇ ਦੇ ਸਮਝ ਨਹੀਂ ਆਇਆ। ਹਾਲੇਲੂਇਆ। ਹਾਂ, ਮਤਲਬ ਪਰਮੇਸ਼ਵਰ ਨੇ ਸਿਰਫ ਲਿਖ ਕੇ ਕੀ ਦਿੱਤਾ ਸੀਗਾ? ਸ਼ਬਦ ਲਿਖ ਕੇ ਦਿੱਤਾ ਸੀਗਾ। ਔਰ ਲਿਖਿਆ ਕੀ ਸੀਗਾ ਕਿ ਜੇਕਰ ਤੇਰੇ ਗੁਆਂਢੀ ਦਾ ਕੋਈ ਗਧਾ ਗਵਾਚ ਜਾਏ ਤਾਂ ਉਸ ਨੂੰ ਕੀ ਕਰ ਤੂੰ? ਉਹਨੂੰ ਮੋੜ ਕੇ ਉਹਦੇ ਘਰੇ ਛੱਡ ਕੇ ਆ। ਹੁਣ ਦੇਖੋ ਜੇ ਉਹਦਾ ਗੁਆਂਢੀ ਦੇ ਨਾਲ ਉਹਦੀ ਨਹੀਂ ਬਣਦੀ ਤਾਂ ਫਿਰ ਕੀ ਉਹਦੇ ਮਨ ਦੇ ਵਿੱਚ ਗੁੱਸਾ ਆਉਂਦਾ ਸੀਗਾ ਗੱਲ ਦੇ ਉੱਪਰ, ਚੱਲ ਮੇਰਾ ਕੀ ਹੈ, ਮੇਰੇ ਗੁਆਂਢੀ ਦਾ ਹੀ ਹੈ ਔਰ ਚੰਗਾ ਗਾ ਜਿਹਦਾ ਨੁਕਸਾਨ ਹੋ ਜਾਊਗਾ। ਹੁਣ ਦੇਖੋ ਅਗਰ ਉਹਦੇ ਅੰਦਰ ਪਿਆਰ ਹੁੰਦਾ, ਉਹਦੇ ਅੰਦਰ ਦਇਆ ਹੁੰਦੀ ਤਾਂ ਉਹ ਕੀ ਕਰਦਾ? ਉਸ ਨੂੰ ਛੱਡ ਕੇ ਆਉਂਦਾ। ਲੇਕਿਨ ਪਰਮੇਸ਼ਵਰ ਨੇ ਕੀ ਕਿਹਾ ਸੀਗਾ ਵੀ ਜੇ ਤੇਰੇ ਗੁਆਂਢੀ ਦਾ ਗਧਾ ਖੋ ਜਾਏ, ਅਗਰ ਤੂੰ ਉਹਨੂੰ ਰਸਤੇ ਵਿੱਚ ਦੇਖ ਲੈਣਾ ਗਾ ਤਾਂ ਤੂੰ ਕੀ ਕਰ, ਉਹਨੂੰ ਉਸਦੇ ਘਰੇ ਲੈ ਕੇ ਆ। ਅਗਰ ਨਹੀਂ ਲੈ ਕੇ ਜਾਂਦਾ ਤੇ ਬਦਲੇ ਵਿੱਚ ਤੈਨੂੰ ਦੇਣਾ ਪਊਗਾ। ਹੁਣ ਦੇਖੋ ਜੋ ਗੁਆਂਢੀ ਸੀਗਾ ਚਾਹੇ ਉਹਦੀ ਨਹੀਂ ਬਣਦੀ ਲੇਕਿਨ ਉਹ ਨਾ ਚਾਹੁੰਦਾ ਵੀ ਕੀ ਸੀਗਾ, ਉਸ ਗਧੇ ਨੂੰ ਆਪਣੇ ਗੁਆਂਢੀ ਨੂੰ ਵਾਪਸ ਦਿੰਦਾ ਸੀਗਾ। ਉਹਦਾ ਕਾਰਨ ਕੀ? ਉਹਨੂੰ ਇਹ ਲੱਗਦਾ ਸੀਗਾ ਕਿ ਅਗਰ ਮੈਂ ਨਾ ਕੀਤਾ ਤਾਂ ਫਿਰ ਇਹਦਾ ਜੋ ਹਰਜਾਨਾ ਗਾ, ਜੋ ਇਹਦਾ ਨੁਕਸਾਨ ਹੈ ਉਹ ਮੈਨੂੰ ਭਰਨਾ ਪਏਗਾ। ਦੇਖੋ ਇਹਦੇ ਪਿੱਛੇ ਪਰਮੇਸ਼ਵਰ ਕੀ ਸਿਖਾਉਣਾ ਚਾਹੁੰਦੇ ਸੀਗੇ ਕਿ ਤੂੰ ਆਪਣੇ ਗੁਆਂਢੀ ਨੂੰ ਕੀ ਕਰ? ਪਿਆਰ ਕਰ। ਅਗਰ ਤੂੰ ਆਪਣੇ ਗੁਆਂਢੀ ਨੂੰ ਪਿਆਰ ਕਰੇਂਗਾ ਤੇ ਤੂੰ ਉਹਦੇ ਨਾਲ ਐਸਾ ਹੀ ਕੰਮ ਕਰੇਂਗਾ। ਲੇਕਿਨ ਦੇਖੋ ਜੋ ਪਰਮੇਸ਼ਵਰ ਨੇ ਵਚਨ ਲਿਖ ਕੇ ਦਿੱਤਾ ਸੀਗਾ ਉਹ ਇਨਸਾਨ ਦੇ ਸਮਝ ਨਹੀਂ ਆਇਆ। ਐਸੀਆਂ ਕਾਫੀ ਗੱਲਾਂ ਨੇ ਬਾਈਬਲ ਦੇ ਵਿੱਚ, ਪੁਰਾਣੇ ਨਿਯਮ ਦੇ ਵਿੱਚ, ਆਪਾਂ ਉਹਨਾਂ ਵਿੱਚ ਨਹੀਂ ਜਾਂਦੇ। ਅਗਰ ਉਹਨਾਂ ਵਿੱਚ ਗਏ ਤਾਂ ਕਾਫੀ ਸਮਾਂ ਚਲਾ ਜਾਏਗਾ। ਲੇਕਿਨ ਦੇਖੋ ਨਵੇਂ ਨਿਯਮ ਦੇ ਵਿੱਚ ਪ੍ਰਭੂ ਯਿਸੂ ਮਸੀਹ, ਬਾਈਬਲ ਦੇ ਵਿੱਚ ਕੀ ਲਿਖਿਆ ਹੈਗਾ? ਸ਼ਬਦ ਕੀ ਹੋਇਆ? ਦੇਹਧਾਰੀ ਹੋਇਆ। ਮਤਲਬ ਸ਼ਬਦ ਜੋ ਪਰਮੇਸ਼ਵਰ ਨੇ ਲਿਖ ਕੇ ਦਿੱਤਾ ਸੀਗਾ, ਕੀ ਕਰ ਤੂੰ? ਪਿਆਰ ਕਰ, ਤੂੰ ਕਰ ਮਾਫ ਕਰ, ਤੂੰ ਕੀ ਕਰ? ਦਇਆ ਕਰ। ਲੇਕਿਨ ਜੋ ਲਿਖਿਆ ਸੀਗਾ ਇਨਸਾਨ ਉਸ ਨੂੰ ਸਮਝ ਨਹੀਂ ਸਕਿਆ। ਲੇਕਿਨ ਪ੍ਰਭੂ ਯਿਸੂ ਮਸੀਹ ਸੰਸਾਰ ਵਿੱਚ ਕੀ ਆਏ? ਸ਼ਬਦ ਹੈ, ਜੋ ਸ਼ਬਦ ਕੀ ਬਣ ਕੇ ਆਇਆ? ਦੇਹ ਧਾਰਨ ਕਰਕੇ ਆਇਆ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਨੇ ਜਿਸ ਤਰ੍ਹਾਂ ਪਿਆਰ ਕੀਤਾ, ਕਿਵੇਂ? ਦੇਖੋ ਯਿਸੂ ਮਸੀਹ ਦੇ ਉੱਪਰ ਸਾਰੇ ਜਗਤ ਦਾ ਪਾਪ ਰੱਖਿਆ ਗਿਆ,
ਪ੍ਰਭੂ ਯਿਸੂ ਮਸੀਹ ਦੇ ਸਰੀਰ ਦੇ ਉੱਪਰ ਕੋੜਿਆਂ ਦੀ ਮਾਰ ਮਾਰੀ ਗਈ, ਸਿਰ ਦੇ ਉੱਪਰ ਕੰਡਿਆਂ ਦਾ ਤਾਜ ਰੱਖਿਆ ਗਿਆ, ਹੱਥਾਂ ਪੈਰਾਂ ਦੇ ਵਿੱਚ ਕਿਹੜੇ ਠੋਕੇ ਗਏ, ਯਿਸੂ ਮਸੀਹ ਦੀ ਬੇਇੱਜ਼ਤੀ ਕੀਤੀ ਗਈ, ਯਿਸੂ ਮਸੀਹ ਦੇ ਉੱਪਰ ਥੁੱਕਿਆ ਗਿਆ। ਲੇਕਿਨ ਜਦ ਯਿਸੂ ਮਸੀਹ ਨੂੰ ਸਲੀਬ ਉੱਪਰ ਚਾੜਿਆ ਗਿਆ ਤਾਂ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਹੇ ਪਿਤਾ, ਇਹਨਾਂ ਨੂੰ ਕੀ ਕਰ? ਮਾਫ ਕਰ। ਇਹ ਪਿਆਰ ਦੇਖੋ, ਇਸ ਨੇ ਕੀ ਕੀਤੀ? ਦੇਹ ਧਾਰਨ ਕੀਤੀ। ਵੀ ਮਾਫ ਕਰਨਾ ਇਸ ਨੂੰ ਕਹਿੰਦੇ ਨੇ, ਪਿਆਰ ਕਰਨਾ ਇਸ ਨੂੰ ਕਹਿੰਦੇ ਨੇ, ਦਇਆ ਇਸ ਨੂੰ ਕਹਿੰਦੇ ਨੇ। ਇਹ ਕੀ ਹੋ ਗਿਆ ਸੀਗਾ? ਇਹ ਇੱਕ ਪਰਮੇਸ਼ਰ ਦਾ ਜੋ ਸ਼ਬਦ ਸੀਗਾ ਉਸਨੇ ਕੀ ਕੀਤੀ? ਦੇਹ ਧਾਰਨ ਕੀਤੀ। ਜਦ ਦੇਹ ਧਾਰੀ ਹੋਇਆ ਪ੍ਰਭੂ ਯਿਸੂ ਮਸੀਹ, ਮਤਲਬ ਜਦ ਸ਼ਬਦ ਦੇਹ ਧਾਰੀ ਹੋਇਆ ਤਾਂ ਲੋਕਾਂ ਨੂੰ ਪਤਾ ਲੱਗਿਆ ਕਿ ਪਿਆਰ ਇਹ ਚੀਜ਼ ਹੈ, ਦਇਆ ਇਹ ਚੀਜ਼ ਹੈ, ਤਰਸ ਇਹ ਚੀਜ਼ ਹੈ। ਤਦ ਲੋਕਾਂ ਨੂੰ ਜਾ ਕੇ ਪਤਾ ਲੱਗਿਆ ਕਿ ਪਿਆਰ ਕਿਹਨੂੰ ਕਹਿੰਦੇ ਨੇ। ਲੇਕਿਨ ਪੁਰਾਣੇ ਨਿਯਮ ਦੇ ਵਿੱਚ ਕੀ ਲਿਖਿਆ ਸੀਗਾ? ਉਹ ਲੋਕਾਂ ਦੇ ਸਾਹਮਣੇ ਆਉਂਦਾ ਸੀਗਾ ਲੇਕਿਨ ਲੋਕ ਨੂੰ ਸਮਝ ਨਹੀਂ ਸਕੇ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਲੋਕ ਸਮਝ ਨਹੀਂ ਸਕੇ, ਲੇਕਿਨ ਲੋਕ ਕੀ ਸਮਝਦੇ ਸੀਗੇ ਕਿ ਪਰਮੇਸ਼ਵਰ ਕੀ ਹੈ? ਉਹ ਤਾਂ ਭਸਮ ਕਰਨ ਵਾਲੀ ਅੱਗ ਹੈ। ਪਰਮੇਸ਼ਵਰ ਕੀ ਹੈ? ਉਹ ਤਾਂ ਮਤਲਬ ਨਾਸ਼ ਕਰ ਦਿੰਦਾ ਹੈਗਾ। ਪਰਮੇਸ਼ਵਰ ਕੀ ਹੈ? ਉਹ ਤਾਂ ਲੋਕਾਂ ਨੂੰ ਮਾਰ ਦਿੰਦਾ ਹੈਗਾ। ਲੋਕ ਪਰਮੇਸ਼ਵਰ ਤੋਂ ਡਰਦੇ ਸੀਗੇ, ਔਰ ਕੋਈ ਵੀ ਇਨਸਾਨ ਪਰਮੇਸ਼ਵਰ ਦੇ ਨੇੜੇ ਨਹੀਂ ਆ ਸਕਦਾ ਸੀਗਾ। ਪਰਮੇਸ਼ਵਰ ਦੇ ਨੇੜੇ ਕੋਈ ਜਾਣਾ ਚਾਹੁੰਦਾ ਨਹੀਂ ਸੀਗਾ। ਕਿਉਂ? ਲੋਕਾਂ ਨੂੰ ਡਰ ਲੱਗਦਾ ਸੀਗਾ, ਅਗਰ ਪਰਮੇਸ਼ਵਰ ਦੇ ਕੋਲ ਗਏ ਤਾਂ ਕਿਤੇ ਭਸਮ ਨਾ ਹੋ ਜਾਈਏ, ਅਗਰ ਪਰਮੇਸ਼ਵਰ ਦੇ ਕੋਲ ਗਏ ਤਾਂ ਅਸੀਂ ਕਿਤੇ ਨਾਸ਼ ਨਾ ਹੋ ਜਾਈਏ। ਕਿਉਂਕਿ ਬਾਈਬਲ ਦੇ ਵਿੱਚ ਕੀ ਲਿਖਿਆ ਹੈਗਾ ਆਪਾਂ ਪੜਾਂਗੇ। ਕੁਝ ਉਹਦਾ 20 ਅਧਿਆਇ ਉਹਦਾ ਪੜਾਂਗੇ ਆਪਾਂ 18 ਤੋਂ ਲੈ ਕੇ ਸ਼ੁਰੂ ਕਰੋ। ਸਾਰੀ ਪਰਜਾ ਗੱਜਾਂ ਲਸ਼ਕਰਾਂ ਤੇ ਤੁਰੀ ਦੀ ਆਵਾਜ਼ ਅਤੇ ਪਹਾੜ ਤੋਂ ਧੂਆਂ ਦੇਖ ਰਹੀ ਸੀ, ਅਤੇ ਜਦ ਪਰਜਾ ਨੇ ਵੇਖਿਆ ਤਾਂ ਕੰਬ ਉੱਠੀ ਤੇ ਦੂਰ ਜਾ ਖਲੋਤੀ। ਦੇਖੋ ਇੱਥੇ ਪਰਮੇਸ਼ਵਰ ਆਏ ਸੀਗੇ ਮਿਲਣ ਦੇ ਲਈ ਉਹਨਾਂ ਲੋਕਾਂ ਨੂੰ ਔਰ ਮੂਸਾ ਨੂੰ। ਹੁਣ ਦੇਖੋ ਜੋ ਪਹਾੜ ਸੀਗਾ, ਪਹਾੜ ਕੀ ਸੀਗਾ? ਉਹ ਤਾਂ ਕੰਬ ਰਿਹਾ ਸੀਗਾ। ਪਹਾੜ ਦੇ ਉੱਪਰ ਪੂਰੀ ਤਰ੍ਹਾਂ ਧੂਆਂ ਉੱਠ ਰਿਹਾ ਸੀਗਾ। ਜਦ ਲੋਕਾਂ ਨੇ ਉਹ ਦੇਖਿਆ ਤਾਂ ਕੀ ਹੋਇਆ? ਲੋਕ ਤਾਂ ਕੰਬ ਗਏ, ਲੋਕ ਡਰ ਗਏ, ਔਰ ਫਿਰ ਉਹਦਾ ਦੂਰ ਜਾ ਕੇ ਖੜ ਗਏ। ਔਰ ਕੀ ਕਿਹਾ ਫਿਰ ਕੇ? ਉਹਨਾਂ ਨੇ ਮੂਸਾ ਨੂੰ ਆਖਿਆ, ਤੂੰ ਸਾਡੇ ਨਾਲ ਗੱਲਾਂ ਤਾਂ ਕਰ ਤਾਂ ਅਸੀਂ ਸੁਣਾਂਗੇ, ਪਰ ਪਰਮੇਸ਼ਵਰ ਸਾਡੇ ਨਾਲ ਗੱਲਾਂ ਨਾ ਕਰੇ ਭਾਈ ਅਸੀਂ ਕਿਤੇ ਮਾਰ ਨਾ ਜਾਈਏ। ਦੇਖੋ ਉਸ ਪਰਜਾ ਨੇ ਕੀ ਕਿਹਾ ਮੂਸਾ ਨੂੰ? ਮੂਸਾ ਤੂੰ ਸਾਡੇ ਨਾਲ ਬੋਲ, ਜੋ ਤੈਂ ਗੱਲ ਕਰਨੀ ਤੂੰ ਸਾਡੇ ਨਾਲ ਗੱਲ ਕਰ। ਲੇਕਿਨ ਜੋ ਪਰਮੇਸ਼ਵਰ ਹੈ ਉਹ ਸਾਡੇ ਨਾਲ ਗੱਲਬਾਤ ਨਾ ਕਰੇ, ਉਹ ਸਾਡੇ ਨਾਲ ਗੱਲਬਾਤ ਨਾ ਕਰੇ। ਅਗਰ ਪਰਮੇਸ਼ਵਰ ਸਾਡੇ ਨਾਲ ਗੱਲਬਾਤ ਕਰੇਗਾ, ਅਗਰ ਅਸੀਂ ਪਰਮੇਸ਼ਵਰ ਨੂੰ ਸੁਣਾਂਗੇ ਤਾਂ ਅਸੀਂ ਕਿਤੇ ਮਰ ਨਾ ਜਾਈਏ। ਫਿਰ ਅੱਗੇ ਦੇਖੋ, ਸੁਣੋ ਧਿਆਨ ਨਾਲ ਪਰਮੇਸ਼ਵਰ ਦੇ ਵਚਨ ਨੂੰ, ਇੱਕ ਵਾਰ ਫਿਰ ਪੜੋ। ਤਾਂ ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ। ਦੇਖੋ ਪਰਮੇਸ਼ਵਰ ਦਾ ਦਾਸ ਆ ਜੋ ਮੂਸਾ, ਉਹ ਕੀ ਕਹਿੰਦਾ? ਨਾ ਡਰੋ। ਹਾਂ, ਨਾ ਡਰੋ। ਕਿਉਂ? ਜੋ ਪਰਮੇਸ਼ਵਰ ਇਸ ਲਈ ਆਇਆ ਹੈ ਹਾਂ, ਭਈ ਤੁਹਾਨੂੰ ਪਰਤਾਵੇ। ਦੇਖੋ ਦੇਖੋ ਦੇਖੋ, ਪਰਮੇਸ਼ਵਰ ਇਸ ਲਈ ਆਇਆ ਕਿ ਪਰਮੇਸ਼ਵਰ ਤੁਹਾਨੂੰ ਪਰਤਾਵੇ ਔਰ ਉਸ ਦਾ ਪੈਰ ਤੁਹਾਡੇ ਅੱਗੇ ਰਹੇ, ਹਾਂ, ਤਾਂ ਜੇ ਤੁਸੀਂ ਪਾਪ ਨਾ ਕਰੋ। ਦੇਖੋ ਇੱਕ ਜਗ੍ਹਾ ਲਿਖ ਰਿਹਾ ਮੂਸਾ ਕਿ ਤੁਸੀਂ ਨਾ ਡਰੋ। ਫਿਰ ਦੂਜੀ ਵਾਰ ਲਿਖ ਰਿਹਾਗਾ ਉਸ ਦਾ ਭੈ, ਮਤਲਬ ਉਸ ਦਾ ਡਰ ਤੁਹਾਡੇ ਅੱਗੇ ਰਹੇ ਤਾਂ ਜੋ ਤੁਸੀਂ ਪਾਪ ਨਾ ਕਰੋ। ਹੁਣ ਦੇਖੋ ਇੱਥੇ ਦੋ ਗੱਲਾਂ ਨੇ। ਪਰਮੇਸ਼ਵਰ ਦਾ ਦਾਸ ਕੀ ਕਹਿੰਦਾ? ਵੀ ਤੁਸੀਂ ਨਾ ਡਰੋ। ਪਰਮੇਸ਼ਵਰ ਤਾਂ ਤੁਹਾਨੂੰ ਮਿਲਣ ਦੇ ਲਈ ਆਇਆਗਾ, ਪਰਮੇਸ਼ਵਰ ਤਾਂ ਸਾਨੂੰ ਸਾਰਿਆਂ ਨੂੰ ਮਿਲਣ ਦੇ ਲਈ ਆਏ ਨੇ, ਲੇਕਿਨ ਤੁਸੀਂ ਨਾ ਡਰੋ। ਫਿਰ ਕੀ ਕਹਿੰਦਾਗਾ? ਤੁਸੀਂ ਡਰੋ। ਕਿਉਂ ਡਰੋ? ਕਿਉਂ ਡਰੋ? ਤੁਹਾਡੇ ਅੱਗੇ ਤਾਂ ਜੋ ਤੁਸੀਂ ਪਾਪ ਨਾ ਕਰੋ। ਤਾਂ ਜੋ ਤੁਸੀਂ ਪਾਪ ਨਾ ਕਰੋ। ਦੇਖੋ ਅਗਰ ਤੁਹਾਡੇ ਅੰਦਰ ਪਾਪ ਨਹੀਂ ਹੈ ਤਾਂ ਤੁਹਾਨੂੰ ਡਰਨ ਦੀ ਗੱਲ ਲੋੜ ਨਹੀਂ ਹੈ। ਅਗਰ ਤੁਹਾਡੇ ਅੰਦਰ ਪਾਪ ਹੈ ਤਾਂ ਫਿਰ ਤੁਹਾਨੂੰ ਡਰ ਲੱਗੇਗਾ। ਹੁਣ ਇਹ ਲੋਕ ਦੇਖੋ ਸ਼ੁੱਧ ਹੋ ਚੁੱਕੇ ਸੀਗੇ, ਪਰਮੇਸ਼ਵਰ ਨੇ ਇਹਨਾਂ ਨੂੰ 2 ਦਿਨ ਦਿੱਤੇ ਸੀਗੇ ਸ਼ੁੱਧ ਹੋਣ ਦੇ ਲਈ। ਹਾਂ, 2 ਦਿਨ ਦਿੱਤੇ ਸੀਗੇ। ਅਰਥੀ ਜਿਹਦੇ ਪਰਮੇਸ਼ਵਰ ਜਦ ਮਿਲਣ ਦੇ ਲਈ ਆਏ ਤਾਂ ਲੋਕ ਡਰ ਗਏ। ਇਹ ਮੂਸਾ ਸਾਡੇ ਨਾਲ ਗੱਲਾਂ ਤੂੰ ਕਰ, ਪਰਮੇਸ਼ਵਰ ਸਾਡੇ ਨਾਲ ਗੱਲਬਾਤ ਨਾ ਕਰੇ। ਤਾਂ ਮੂਸਾ ਨੇ ਕੀ ਕਿਹਾ? ਤੁਸੀਂ ਨਾ ਡਰੋ, ਤੁਸੀਂ ਨਾ ਡਰੋ, ਕਿਉਂਕਿ ਪਰਮੇਸ਼ਵਰ ਤੁਹਾਨੂੰ ਮਿਲਣ ਦੇ ਲਈ ਆਏ ਨੇ। ਔਰ ਫਿਰ ਕਹਿੰਦਾ ਫਿਰ ਤੁਸੀਂ ਡਰੋ। ਡਰੋ ਇਸ ਲਈ ਕਿ ਤੁਸੀਂ ਪਰਮੇਸ਼ਵਰ ਦਾ ਪਾਪ ਨਾ ਕਰੋ, ਪਰਮੇਸ਼ਵਰ ਦੇ ਖਿਲਾਫ ਪਾਪ ਨਾ ਕਰੋ। ਹੁਣ ਦੇਖੋ ਅਗਰ ਇਨਸਾਨ ਪੁਰਾਣਾ ਨਿਯਮ ਪੜ੍ਹਦਾ ਹੈਗਾ, ਪੁਰਾਣੇ ਨਿਯਮ ਵਿੱਚ ਕੀ ਪਤਾ ਚੱਲਦਾ ਸੀਗਾ ਕਿ ਪਰਮੇਸ਼ਵਰ ਕੀ ਸੀਗਾ? ਉਹ ਤਾਂ ਭਸਮ ਕਰਨ ਵਾਲਾ ਸੀਗਾ। ਪਰਮੇਸ਼ਵਰ ਕੀ ਸੀਗਾ? ਉਹ ਤਾਂ ਨਾਸ਼ ਕਰਨ ਵਾਲਾ ਸੀਗਾ। ਆ ਪਰਮੇਸ਼ਵਰ ਦਾ ਸੁਭਾਅ ਦੇਖਦੇ ਹਾਂ ਪੁਰਾਣੇ ਨਿਯਮ ਦੇ ਵਿੱਚ, ਤਾਂ ਪਰਮੇਸ਼ਵਰ ਆਪਣਾ ਤੁਰੰਤ ਫੈਸਲਾ ਕਰਦੇ ਸੀਗੇ। ਇਸ ਨੇ ਪਾਪ ਕੀਤਾ, ਇਸ ਨੂੰ ਕੀ ਕਰੋ? ਇਸ ਨੂੰ ਖਤਮ ਕਰ ਦਿਓ। ਇੱਕ ਵਾਰ ਇਨਸਾਨ ਸੀ ਕੋਈ, ਉਹ ਸਬਤ ਦੇ ਦਿਨ ਕੀ ਕਰਨ ਗਿਆ ਸੀਗਾ? ਲੱਕੜਾਂ ਚੁਗਣ ਗਿਆ ਸੀਗਾ। ਔਰ ਕੀ ਹੋਇਆ? ਉਹਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ। ਮਤਲਬ ਕੋਈ ਵੀ ਸੁਣਵਾਈ ਨਹੀਂ, ਕੋਈ ਕੁਛ ਨਹੀਂ, ਸਿੱਧਾ ਫੈਸਲਾ। ਇਸ ਤਰ੍ਹਾਂ ਸਾਨੂੰ ਬਾਈਬਲ ਦੇ ਵਿੱਚ ਬਹੁਤ ਜਗ੍ਹਾ ਮਿਲਦਾ ਹੈਗਾ
ਕਿ ਆਪਣੇ ਪਰਮੇਸ਼ਵਰ ਨੇ ਬਹੁਤ ਜਗ੍ਹਾ ਤੇ ਇਹ ਡਾਇਰੈਕਟ ਫੈਸਲਾ ਕੀਤਾਗਾ। ਔਰ ਸਾਹਮਣੇ ਵਾਲੇ ਇਨਸਾਨ ਦੇ ਜੀਵਨ ਦੇ ਵਿੱਚ ਅਗਰ ਪਾਪ ਆ ਗਿਆ ਤਾਂ ਪਰਮੇਸ਼ਵਰ ਨੇ ਨਾਲ ਦੀ ਨਾਲ ਉਸ ਨੂੰ ਕੀ ਕਰਤਾ, ਖਤਮ ਕਰਤਾ। ਨਾਲ ਦੀ ਨਾਲ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਗਿਆ। ਕਿਉਂ? ਕਿਉਂਕਿ ਸਾਡੇ ਪਰਮੇਸ਼ਵਰ ਕੀ ਨੇ? ਆਪਾਂ ਪੜਾਂਗੇ ਬਾਈਬਲ ਦੇ ਵਿੱਚ ਕੁਝ ਉਹਦਾ 20 ਅਧਿਆਏ ਉਹਦਾ 5 ਵਚਨ ਪੜੋ। ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ, ਨਾ ਉਹਨਾਂ ਦੀ ਪੂਜਾ ਕਰ, ਕਿਉਂ ਜੋ ਮੈਂ ਯਹੋਵਾ ਤੇਰਾ ਪਰਮੇਸ਼ਵਰ ਅਣਖ ਵਾਲਾ ਪਰਮੇਸ਼ਵਰ ਹਾਂ। ਸਾਰੇ ਬੋਲੋ ਹਾਲੇਲੂਇਆ। ਪਰਮੇਸ਼ਵਰ ਕੀ ਹੈ? ਪਰਮੇਸ਼ਵਰ ਕੀ ਹੈ? ਅਣਖ ਵਾਲੇ ਪਰਮੇਸ਼ਵਰ। ਦੇਖੋ ਕਿੰਨੀ ਵੱਡੀ ਗੱਲ ਹੈ। ਅਣਖ ਵਾਲੇ ਮਤਲਬ ਕਿਵੇਂ? ਕਿ ਕੋਈ ਵੀ ਬੁਰਾ ਕੰਮ ਪਰਮੇਸ਼ਵਰ ਸਹਿਣ ਨਹੀਂ ਕਰ ਸਕਦੇ। ਕੋਈ ਵੀ ਪਰਮੇਸ਼ਵਰ ਬੁਰਾ ਕੰਮ ਦੇਖ ਨਹੀਂ ਸਕਦੇ, ਔਰ ਕੋਈ ਵੀ ਬੁਰਾ ਕੰਮ ਪਰਮੇਸ਼ਵਰ ਬਰਦਾਸ਼ਤ ਨਹੀਂ ਕਰ ਸਕਦੇ। ਇਹਨੂੰ ਕਹਿੰਦੇ ਨੇ ਪਰਮੇਸ਼ਵਰ ਅਣਖੀ ਪਰਮੇਸ਼ਵਰ ਹੈ ਸਾਡਾ। ਸਾਡੇ ਪਰਮੇਸ਼ਵਰ ਕੀ ਨੇ? ਉਹ ਤਾਂ ਅਣਖੀ ਪਰਮੇਸ਼ਵਰ ਨੇ। ਔਰ ਸਹੀ ਦੇ ਵਿੱਚ ਪਰਮੇਸ਼ਵਰ ਐਸੇ ਇਨਸਾਨ ਤੋਂ ਬਹੁਤ ਖੁਸ਼ ਹੁੰਦੇ ਨੇ ਕਿ ਜੋ ਇਨਸਾਨ ਪਰਮੇਸ਼ਵਰ ਜਿਹੀ ਅਣਖ ਰੱਖਦਾ ਹੈਗਾ। ਪਰਮੇਸ਼ਵਰ ਜਿਹੀ ਅਣਖ ਮਤਲਬ ਜੋ ਕੋਈ ਇਨਸਾਨ ਆਪਣੇ ਆਪ ਨੂੰ ਪਰਮੇਸ਼ਵਰ ਦੀ ਸਮਾਨਤਾ ਵਿੱਚ ਲੈ ਕੇ ਜਾਂਦਾ ਗਾ। ਕਿਉਂਕਿ ਕੀ ਲਿਖਿਆ ਬਾਈਬਲ ਦੇ ਵਿੱਚ ਕਿ ਫਿਲਿਪੀਆਂ 2:5 ਦੇ ਵਿੱਚ ਕਿ ਤੁਹਾਡਾ ਉਹ ਸੁਭਾਅ ਹੋਵੇ ਜੋ ਪ੍ਰਭੂ ਮਤਲਬ ਜੈਸਾ ਪ੍ਰਭੂ ਯਿਸੂ ਮਸੀਹ ਦਾ ਸੁਭਾਅ ਸੀਗਾ। ਹੁਣ ਪ੍ਰਭੂ ਯਿਸੂ ਮਸੀਹ ਦੇਖੋ ਨਵੇਂ ਨਿਯਮ ਦੇ ਵਿੱਚ ਕੀ ਕੀਤਾ ਉਹਨਾਂ ਨੇ? ਆ ਕੇ ਲੋਕਾਂ ਨੂੰ ਮਾਫ ਕੀਤਾ। ਲੇਕਿਨ ਸਹੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੋ ਨਵੇਂ ਨਿਯਮ ਦੇ ਵਿੱਚ ਉਹ ਪੁਰਾਣੇ ਨਿਯਮ ਦੇ ਵਿੱਚ ਕੀ ਨੇ? ਉਹ ਤਾਂ ਯਹੋਵਾ ਗਾ, ਉਹ ਤਾਂ ਪਰਮੇਸ਼ਵਰ ਹੈ। ਇਹਦਾ ਮਤਲਬ ਕਿ ਜੋ ਅਣਖ ਪ੍ਰਭੂ ਯਿਸੂ ਮਸੀਹ ਦੇ ਵਿੱਚ ਸੀ ਪੁਰਾਣੇ ਨਿਯਮ ਦੇ ਵਿੱਚ, ਉਹੀ ਅਣਖ ਤਾਂ ਪ੍ਰਭੂ ਯਿਸੂ ਮਸੀਹ ਨਵੇਂ ਨਿਯਮ ਦੇ ਵਿੱਚ ਲੈ ਕੇ ਆਏ ਨੇ। ਪੁਰਾਣੇ ਨਿਯਮ ਦੇ ਵਿੱਚ ਦੇਖੋ ਅਗਰ ਕੋਈ ਇਨਸਾਨ ਪਾਪ ਕਰਦਾ ਸੀਗਾ, ਪੁਰਾਣੇ ਨਿਯਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਖਿਲਾਫ ਕੋਈ ਇਨਸਾਨ ਪਾਪ ਕਰਦਾ ਸੀਗਾ, ਪਰਮੇਸ਼ਵਰ ਦੇ ਹੁਕਮਾਂ ਦੇ ਖਿਲਾਫ ਜਾਂਦਾ ਸੀਗਾ, ਤਾਂ ਕੀ ਕਰਦੇ ਸੀ ਪਰਮੇਸ਼ਵਰ? ਨਾਲ ਦੀ ਨਾਲ ਉਸ ਨੂੰ ਮਾਰ ਦਿੰਦੇ ਸੀਗੇ। ਤੇ ਨਵੇਂ ਨਿਯਮ ਦੇ ਵਿੱਚ ਕਿਹੜਾ ਪ੍ਰਭੂ ਯਿਸੂ ਮਸੀਹ ਬਦਲ ਗਏ? ਉਹਨਾਂ ਨੇ ਕਿਹੜਾ ਕਿਹਾ ਵੀ ਅਗਰ ਤੁਸੀਂ ਪਾਪ ਕਰੋ ਕੋਈ ਗੱਲ ਨਹੀਂ, ਮੈਂ ਤੁਹਾਨੂੰ ਬਚਾ ਲੂੰਗਾ। ਲੇਕਿਨ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਸੀਗੇ? ਆਪਾਂ ਬਾਈਬਲ ਦੇ ਵਿੱਚ ਪੜਾਂਗੇ ਯਹੂਨਾ ਉਹਦਾ 8 ਅਧਿਆਏ ਉਹਦਾ ਪੜੋ ਤੁਸੀਂ 24 ਵਚਨ। ਇਸ ਲਈ ਮੈਂ ਤੁਹਾਨੂੰ ਆਖਿਆ ਜੋ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ, ਕਿਉਂਕਿ ਜੇ ਤੁਸੀਂ ਪ੍ਰਤੀਤ ਨਾ ਕਰੋ ਕਿ ਮੈਂ ਉਹ ਗਾ ਤਾਂ ਆਪਣੇ ਪਾਪਾਂ ਵਿੱਚ ਮਰੋਗੇ। ਦੇਖੋ ਪ੍ਰਭੂ ਯਿਸੂ ਮਸੀਹ ਸਾਫ਼ ਹੀ ਕਿਹਾ ਸੀਗਾ ਕਿ ਅਗਰ ਤੁਸੀਂ ਮੇਰੀ ਪ੍ਰਤੀਤ ਨਹੀਂ ਕਰਦੇ, ਅਗਰ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਤਾਂ ਤੁਸੀਂ ਕੀ ਕਰੋਗੇ? ਆਪਣੇ ਪਾਪਾਂ ਦੇ ਵਿੱਚ ਮਰੋਗੇ। ਲੇਕਿਨ ਦੇਖੋ ਪ੍ਰਭੂ ਯਿਸੂ ਮਸੀਹ ਦੀ ਜੋ ਅਣਖ ਸੀਗੀ ਪੁਰਾਣੇ ਨਿਯਮ ਦੇ ਵਿੱਚ, ਉਹੀ ਅਣਖ ਦਾ ਪ੍ਰਭੂ ਯਿਸੂ ਮਸੀਹ ਦੀ ਨਵੇਂ ਨਿਯਮ ਦੇ ਵਿੱਚ ਵੀ ਅਣਖ ਸੀ। ਮਤਲਬ ਕਿ ਜੋ ਕੰਮ ਪ੍ਰਭੂ ਯਿਸੂ ਮਸੀਹ ਪਿਛਲੇ ਸਮੇਂ ਦੇ ਵਿੱਚ ਕਰਦੇ ਸੀਗੇ, ਉਹੀ ਕੰਮ ਪ੍ਰਭੂ ਯਿਸੂ ਮਸੀਹ ਨਵੇਂ ਨਿਯਮ ਦੇ ਵਿੱਚ ਵੀ ਕਰਦੇ ਸੀਗੇ। ਮਤਲਬ ਪ੍ਰਭੂ ਯਿਸੂ ਮਸੀਹ ਨੇ ਨਵੇਂ ਨਿਯਮ ਦੇ ਵਿੱਚ ਆ ਕੇ ਕਿਸੇ ਨੂੰ ਇਹ ਛੂਟ ਨਹੀਂ ਦਿੱਤੀ ਕਿ ਤੁਸੀਂ ਪਾਪ ਕਰੀ ਜਾਓ ਤੇ ਮੈਂ ਤੁਹਾਨੂੰ ਬਾਅਦ ਦੇ ਵਿੱਚ ਮਾਫ ਕਰ ਦਾਂਗਾ। ਲੇਕਿਨ ਪ੍ਰਭੂ ਯਿਸੂ ਮਸੀਹ ਸਾਫ਼ ਹੀ ਕਹਿੰਦੇ ਸੀਗੇ ਕਿ ਅਗਰ ਤੁਸੀਂ ਪਾਪ ਕਰੋਗੇ ਤਾਂ ਕੀ ਕਰੋਗੇ? ਆਪਣੇ ਪਾਪਾਂ ਦੇ ਵਿੱਚ ਮਰੋਗੇ। ਇੱਕ ਵਾਰ 12 ਸਾਲ ਦੀ ਰੋਗਣ ਸੀ, ਉਹਨੂੰ ਚੰਗਾ ਕੀਤਾ ਤਾਂ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਹੁਣ ਪਾਪ ਨਾ ਕਰੀ, ਅੱਗੇ ਨੂੰ ਪਾਪ ਨਾ ਕਰੀ। ਫਿਰ ਇੱਕ ਔਰਤ ਸੀ ਕਿ ਜੋ ਠੀਕ ਜਨਾਹ ਕਰਦੇ ਫੜੀ ਗਈ ਸੀ, ਤਾਂ ਜਦ ਲੋਕ ਪੱਥਰ ਮਾਰਨ ਦੇ ਲਈ ਆਏ ਤਾਂ ਪ੍ਰਭੂ ਯਿਸੂ ਮਸੀਹ ਨੇ ਉਸ ਨੂੰ ਉੱਥੋਂ ਬਚਾ ਲਿਆ। ਔਰ ਉਸ ਤੋਂ ਬਾਅਦ ਕੀ ਕਿਹਾ ਕਿ ਕੀ ਕਿਸੇ ਨੇ ਤੈਨੂੰ ਪੱਥਰ ਮਾਰਿਆ? ਤਾਂ ਉਸਨੇ ਕਿਹਾ ਨਹੀਂ, ਮੈਨੂੰ ਕਿਸੇ ਨੇ ਨਹੀਂ ਮਾਰਿਆ। ਤਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਜਾ, ਮੈਂ ਵੀ ਤੈਨੂੰ ਮਾਰਦਾ। ਅਗਰ ਚਾਹੁੰਦੇ ਤਾਂ ਪ੍ਰਭੂ ਯਿਸੂ ਮਸੀਹ ਨੂੰ ਉੱਥੇ ਮਾਰ ਸਕਦੇ ਸੀ, ਲੇਕਿਨ ਇਦਾਂ ਨਹੀਂ ਕਿਹਾ ਪ੍ਰਭੂ ਯਿਸੂ ਮਸੀਹ ਨੇ ਜਾ ਕੇ ਹੁਣ ਪਾਪ ਕਰੀ ਜਾਈ, ਮੈਂ ਤੈਨੂੰ ਬਾਅਦ ਚ ਬਚਾ ਲੂੰਗਾ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਹੁਣ ਪਾਪ ਨਾ ਕरें। ਅਗਰ ਪਾਪ ਕਰੇਗਾ ਜਾਂ ਪਾਪ ਕਰੇਂਗੀ, ਅਗਰ ਤੂੰ ਆਪਣੇ ਪਾਪਾਂ ਵਿੱਚ ਮਰੇਂਗੀ ਫਿਰ ਤੈਨੂੰ ਕੋਈ ਵੀ ਬਚਾਉਣ ਵਾਲਾ ਨਹੀਂ ਹੈ। ਮਤਲਬ ਕਿ ਜੋ ਅਣਖ ਪਰਮੇਸ਼ਵਰ ਦੇ ਵਿੱਚ ਹੈ, ਉਹੀ ਅਣਖ ਪਰਮੇਸ਼ਵਰ ਆਪਣੇ ਲੋਕਾਂ ਦੇ ਵਿੱਚ ਦੇਖਣਾ ਚਾਹੁੰਦੇ ਨੇ। ਆਪਣੇ ਦਾਸ ਲੋਕਾਂ ਦੇ ਵਿੱਚ, ਆਪਣੇ ਸੇਵਕ ਲੋਕਾਂ ਦੇ ਵਿੱਚ, ਆਪਣੇ ਵਿਸ਼ਵਾਸੀ ਲੋਕਾਂ ਦੇ ਵਿੱਚ ਉਹ ਅਣਖ ਨੂੰ ਦੇਖਣਾ ਚਾਹੁੰਦੇ ਨੇ। ਇੱਕ ਵਾਰ ਕੀ ਹੋਇਆ ਕਿ ਜੋ ਇਜ਼ਰਾਈਲ ਦੇਸ਼ ਦੇ ਲੋਕ ਸੀਗੇ, ਇਜ਼ਰਾਈਲ ਦੇਸ਼ ਦੇ ਲੋਕ ਆਪਾਂ ਬਾਈਬਲ ਵਿੱਚ ਪੜਾਂਗੇ ਉਹਦਾ ਗਿਣਤੀ ਉਹਦਾ 25 ਅਧਿਆਏ ਗਿਣਤੀ ਉਹਦਾ 25 ਅਧਿਆਏ ਉਹ ਆਪਣੇ ਇੱਕ ਜਗ੍ਹਾ ਮਤਲਬ ਲਿਖਿਆ ਗਿਆ ਬਾਈਬਲ ਦੇ ਵਿੱਚ 25 ਦੇ ਵਿੱਚ ਕਿ ਇਜ਼ਰਾਈਲ ਦੇ ਲੋਕ ਸੀਗੇ ਜੋ ਉਹ ਮਤਲਬ ਕਿ ਜਗ੍ਹਾ ਸੀ ਸਟੀਮ ਜਿੱਥੇ ਉਹ ਵਸਦੇ ਸੀਗੇ, ਉੱਥੇ ਉਹਨਾਂ ਨੇ ਜੋ ਮੁਆਬ ਦੀਆਂ ਲੜਕੀਆਂ ਸੀ ਉਹਨਾਂ ਨਾਲ ਉਹਨਾਂ ਨੇ ਗਲਤ ਕੰਮ ਸ਼ੁਰੂ ਕੀਤੇ ਔਰ ਉਹਨਾਂ ਲੋਕਾਂ ਨਾਲ ਉਹ ਵਿਆਹ ਸ਼ਾਦੀ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਲੋਕਾਂ ਨੇ। ਔਰ ਉੱਥੇ ਦੇ ਜੋ ਉਹਨਾਂ ਦੇ ਦੇਵੀ ਦੇਵਤੇ ਸੀਗੇ ਉਹਨਾਂ ਦੇ ਉੱਪਰ ਬਲੀਆਂ ਦੇ ਉੱਪਰ ਜਾਂਦੇ ਸੀਗੇ, ਖਾਂਦੇ ਸੀਗੇ ਔਰ ਉਹ ਸਭ ਕੁਝ ਉੱਥੇ ਕਰਦੇ ਸੀਗੇ। ਔਰ ਉੱਥੇ ਲੋਕਾਂ ਨੂੰ ਜਾ ਕੇ ਮਤਲਬ ਜੋ ਦੇਵਤੇ ਸੀ ਉਹਨਾਂ ਨੂੰ ਉਹ ਮੱਥਾ ਟੇਕਣਾ ਸ਼ੁਰੂ ਕਰਤਾ। ਜਦ ਮੱਥਾ ਟੇਕਣਾ ਸ਼ੁਰੂ ਕਰਤਾ ਤਾਂ ਹੋਇਆ ਕਿ ਉੱਥੇ ਆਪਾਂ ਪੜਾਂਗੇ 25:6 ਤਾਂ ਵੇਖੋ ਇੱਕ ਇਸਰਾਏਲੀ ਮਨੁੱਖ ਆਇਆ ਅਤੇ ਆਪਣੇ ਭਰਾਵਾਂ ਲਈ
ਇੱਕ ਮਦੀਆਨਨ ਨੂੰ ਮੂਸਾ ਦੇ ਵੇਖਦਿਆਂ ਤੇ ਸਾਰੀ ਇਸਰਾਇਲ ਦੀ ਮੰਡਲੀ ਦੇ ਵੇਖਦਿਆਂ ਤੇ ਜਦੋਂ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਰੋ ਰਹੇ ਸਨ ਲੈ ਆਇਆ। ਦੇਖੋ ਇੱਕ ਇਨਸਾਨ ਸੀਗਾ ਇਸਰਾਇਲ ਦੇ ਵਿੱਚੋਂ, ਤਾਂ ਉਸਨੇ ਕੀ ਕੀਤਾ, ਇੱਕ ਔਰਤ ਸੀ ਮਦੀਆਨਨ, ਉਹਦੇ ਨਾਲ ਵਿਆਹ ਕਰ ਲਿਆ ਜਾਂ ਉਸਨੂੰ ਉਹ ਆਪਣੇ ਤੰਬੂ ਵਿੱਚ ਲੈ ਕੇ ਆ ਗਿਆ। ਔਰ ਕਾਰਨ ਕੀ ਸੀਗਾ ਕਿ ਉੱਥੇ ਜੋ ਲੋਕ ਸੀਗੇ, ਮੂਸਾ ਸੀ, ਉਹ ਸਾਰੇ ਲੋਕ ਉੱਥੇ ਰੋ ਰਹੇ ਸੀਗੇ ਔਰ ਉਸਨੂੰ ਕਿਸੇ ਵੀ ਗੱਲ ਦੀ ਫਿਕਰ ਨਹੀਂ। ਲੇਕਿਨ ਹੋਇਆ ਕੀ ਕਿ ਉੱਥੇ ਇੱਕ ਪਰਮੇਸ਼ਵਰ ਦਾ ਜਨ ਸੀਗਾ ਹਰੂਨ, ਮਤਲਬ ਉਹਦਾ ਪੜ੍ਹੋਗੇ 7 ਵਿੱਚ ਕੀ ਲਿਖਿਆ ਹੈਗਾ? ਜਾਂ ਹਰੂਨ ਜਾਜਕ ਦੇ ਪੋਤੇ ਵਾਲਾ ਅਲਾਜ਼ਾਰ ਦੇ ਪੁੱਤਰ ਫਿਨਹਾਸ ਨੇ ਵੇਖਿਆ ਤਾਂ ਮੰਡਲੀ ਦੇ ਤੰਬੂ ਵਿੱਚੋਂ ਉੱਠ ਕੇ ਆਪਣੇ ਹੱਥ ਵਿੱਚ ਇੱਕ ਨੇਜਾ ਲਿਆ। ਦੇਖੋ ਫੀਨਹਾਸ ਨਾਮ ਦਾ ਬੰਦਾ ਸੀਗਾ ਜੋ ਹਰੂਨ ਦੇ ਘਰਾਣੇ ਵਿੱਚੋਂ ਸੀਗਾ। ਤਾਂ ਉਸਨੇ ਕੀ ਕੀਤਾ, ਆਪਣੇ ਹੱਥ ਵਿੱਚ ਨੇਜਾ ਲਿਆ ਔਰ ਜਾ ਕੇ ਉਸ ਇਨਸਾਨ ਨੂੰ ਉਸਨੇ ਖਤਮ ਕੀਤਾ। ਕਿਹੜੇ ਇਨਸਾਨ ਨੂੰ? ਜਿਹੜਾ ਇਨਸਾਨ ਉਸ ਔਰਤ ਨੂੰ ਉੱਥੇ ਲੈ ਕੇ ਆਇਆ ਸੀਗਾ। ਔਰ ਜਦ ਉਸਨੇ ਮਾਰ ਦਿੱਤਾ ਤਾਂ ਪਰਮੇਸ਼ਵਰ ਉਸ ਦੇ ਲਈ ਕੀ ਕਹਿੰਦਾਗਾ, ਆਪਾਂ ਪੜਾਂਗੇ ਉਹਦੇ 11 ਵਚਨ ਦੇ ਵਿੱਚ। ਹਰੂਨ ਜਾਜਕ ਦੇ ਪੋਤੇ ਅਲਾਜ਼ਾਰ ਦੇ ਪੁੱਤਰ ਫਿਨਹਾਸ ਨੇ ਮੇਰੇ ਕ੍ਰੋਧ ਨੂੰ ਇਸਰਾਏਲੀਆਂ ਤੋਂ ਟਾਲ ਦਿੱਤਾ ਹੈ। ਦੇਖੋ ਉੱਥੇ ਪਰਮੇਸ਼ਵਰ ਦਾ ਕ੍ਰੋਧ ਭੜਕਿਆ ਹੋਇਆ ਸੀਗਾ ਔਰ ਉੱਥੇ 24,000 ਲੋਕ ਬਵਾ ਨਾਲ ਮਰ ਚੁੱਕੇ ਸੀਗੇ। 24,000 ਲੋਕ ਬਵਾ ਨਾਲ। ਹੁਣ ਦੇਖੋ ਇੱਕ ਬਵਾ ਚੱਲ ਰਹੀ ਹੈ ਕਰੋਨਾ ਵਾਇਰਸ ਦੀ, ਲੇਕਿਨ ਇੰਨਾ ਨੁਕਸਾਨ ਤਾਂ ਕਿਤੇ ਹੋਇਆ ਹੀ ਨਹੀਂ ਕਿ ਇੱਕ ਦਿਨ ਦੇ ਵਿੱਚ 24,000 ਲੋਕ ਮਰ ਗਏ ਹੋਣ। ਲੇਕਿਨ ਦੇਖੋ ਉੱਥੇ 24,000 ਲੋਕ ਬਵਾ ਨਾਲ ਮਰ ਚੁੱਕੇ ਸੀਗੇ ਔਰ ਪਰਮੇਸ਼ਵਰ ਦਾ ਕ੍ਰੋਧ ਉੱਥੇ ਬਹੁਤ ਭੜਕਿਆ ਹੋਇਆ ਸੀਗਾ। ਕਿਹਦੇ ਉੱਪਰ? ਇਜ਼ਰਾਈਲ ਪ੍ਰਜਾ ਦੇ ਉੱਪਰ। ਲੇਕਿਨ ਉੱਥੇ ਜੋ ਫੀਨਹਾਸ ਦਾ ਨਾਮ ਦਾ ਬੰਦਾ ਸੀਗਾ, ਮਤਲਬ ਉਸਨੇ ਕੀ ਕੀਤਾ, ਉਸ ਇਨਸਾਨ ਨੂੰ ਜਾ ਕੇ ਮਾਰ ਦਿੱਤਾ। ਔਰ ਕੀ ਲਿਖਿਆ ਬਾਈਬਲ ਦੇ ਵਿੱਚ ਕਿ ਪਰਮੇਸ਼ਵਰ ਦਾ ਜੋ ਕ੍ਰੋਧ ਸੀਗਾ ਉਹ ਇਜ਼ਰਾਈਲ ਦੇ ਉੱਪਰੋਂ ਟਲ ਗਿਆ। ਔਰ ਪਰਮੇਸ਼ਵਰ ਕੀ ਕਹਿੰਦੇ ਨੇ ਫਿਰ? ਜਦ ਉਹ ਉਹਨਾਂ ਵਿੱਚ ਮੇਰੀ ਅੱਖ ਨਾਲ ਅੰਖੀ ਹੋਇਆ। ਜਦ ਉਹ ਮਤਲਬ ਫੀਨਹਾਸ ਕੀ ਹੋਇਆ? ਪਰਮੇਸ਼ਵਰ ਦੀ ਅਣਖ ਨਾਲ ਅਣਖੀ ਹੋਇਆ। ਦੇਖੋ ਪਰਮੇਸ਼ਵਰ ਕੀ ਚਾਹੁੰਦੇ ਨੇ ਕਿ ਜੋ ਉਹਦਾ ਇਨਸਾਨ ਹੈ, ਜੋ ਉਹਦਾ ਦਾਸ ਹੈ, ਉਹ ਕੀ ਹੋਵੇ? ਅਣਖੀ ਹੋਵੇ। ਕੈਸਾ ਅਣਖੀ ਹੋਵੇ? ਕਿ ਜੈਸੀ ਅਣਖ ਪਰਮੇਸ਼ਵਰ ਦੀ ਹੈ। ਮਤਲਬ ਪਰਮੇਸ਼ਵਰ ਕੋਈ ਵੀ ਗਲਤ ਗੱਲ ਬਰਦਾਸ਼ਤ ਨਹੀਂ ਕਰਦੇ ਔਰ ਕੋਈ ਵੀ ਗਲਤ ਗੱਲ ਪਰਮੇਸ਼ਵਰ ਸਹਿਣ ਨਹੀਂ ਕਰਦੇ। ਇਸ ਲਈ ਪਰਮੇਸ਼ਵਰ ਨੂੰ ਕੀ ਕਹਿੰਦੇ ਨੇ? ਅਣਖੀ ਪਰਮੇਸ਼ਵਰ ਕਹਿੰਦੇ ਨੇ। ਅਣਖੀ ਪਰਮੇਸ਼ਵਰ ਮਤਲਬ ਕਿਵੇਂ? ਕਿ ਜੋ ਅਣਖ ਰੱਖਦਾ ਹੈਗਾ, ਮਤਲਬ ਜੋ ਗਲਤ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦੇ ਔਰ ਕੋਈ ਵੀ ਗਲਤ ਗੱਲ ਨੂੰ ਪਰਮੇਸ਼ਵਰ ਦੇਖਣਾ ਨਹੀਂ ਚਾਹੁੰਦੇ। ਮਤਲਬ ਕੀ ਕਿ ਸਾਡੇ ਪਰਮੇਸ਼ਵਰ ਕੀ ਨੇ? ਉਹ ਤਾਂ ਭਸਮ ਕਰਨ ਵਾਲੀ ਅੱਗ ਨੇ। ਪ੍ਰਭੂ ਯਿਸੂ ਮਸੀਹ ਮਤਲਬ ਪਰਮੇਸ਼ਵਰ ਕੀ ਹੈ? ਉਹ ਭਸਮ ਕਰਨ ਵਾਲੀ ਅੱਗ ਹੈ। ਔਰ ਬਾਈਬਲ ਦੇ ਵਿੱਚ ਕੀ ਲਿਖਿਆ ਹੈਗਾ ਆਪਾਂ ਪੜਾਂਗੇ, ਲੂਕਾ ਉਹਦਾ 12 ਅਧਿਆਏ ਉਹਦਾ 49 ਆਇਤ। ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਦੇਖੋ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ ਕਿ ਮੈਂ ਧਰਤੀ ਉੱਪਰ ਕੀ ਕਰਨਾ ਆਇਆਗਾ? ਅੱਗ ਲਾਉਣ ਆਇਆਗਾ। ਹੁਣ ਦੇਖੋ ਅੱਗ ਕਿਹੜੀ ਕਹਿੰਦੇ ਨੇ ਪਰਮੇਸ਼ਵਰ? ਪ੍ਰਭੂ ਯਿਸੂ ਮਸੀਹ ਅੱਗ ਕਿਹੜੀ ਹੁੰਦੀ ਹੈ? ਪ੍ਰਭੂ ਯਿਸੂ ਮਸੀਹ ਜੋ ਕਹਿੰਦੇ ਨੇ ਕਿ ਮੈਂ ਧਰਤੀ ਉੱਪਰ ਕੀ ਕਰਨਾ ਆਇਆਗਾ? ਅੱਗ ਲਾਉਣ ਆਇਆਗਾ। ਹੁਣ ਅੱਗ ਜਿਸ ਇਨਸਾਨ ਨੂੰ ਅੱਗ ਲੱਗੀ ਹੁੰਦੀ ਹੈ, ਕਿ ਉਹ ਇਨਸਾਨ ਟਿਕ ਕੇ ਖੜ ਸਕਦਾ ਹੈਗਾ? ਕਿ ਉਹ ਇਨਸਾਨ ਟਿਕ ਕੇ ਬੈਠ ਸਕਦਾ ਹੈਗਾ? ਜਿਸ ਇਨਸਾਨ ਨੂੰ ਅੱਗ ਲੱਗੀ ਹੋਵੇ। ਹੁਣ ਕਈ ਵਾਰ ਆਪਾਂ ਦੇਖਦੇ ਹਾਂ ਜ਼ਿਆਦਾਤਰ ਰਸੋਈ ਘਰ ਦੇ ਵਿੱਚ ਜਦ ਖਾਣਾ ਬਣਾਉਂਦੇ ਨੇ ਜਾਂ ਕੋਈ ਸਬਜ਼ੀ ਨੂੰ ਤੜਕਾ ਲਾਉਂਦੇ ਨੇ ਜਾਂ ਕੋਈ ਫਰਾਈ ਕਰਦੇ ਨੇ, ਅਗਰ ਉਹਦਾ ਇੱਕ ਛਿੱਟਾ ਤੇਲ ਦਾ ਸਰੀਰ ਦੇ ਉੱਪਰ ਪੈ ਜੇ ਤਾਂ ਫਿਰ ਕੀ ਹੁੰਦਾ ਗਾ? ਭੰਗੜਾ ਪੈਂਦਾ ਹਨਾ, ਭੰਗੜਾ ਪੈਣਾ ਸ਼ੁਰੂ ਹੋ ਜਾਂਦਾ ਉੱਥੇ। ਮਤਲਬ ਕੋਈ ਵੀ ਇਨਸਾਨ ਇੰਨੀ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦਾ। ਉਹ ਅੱਗ ਨਹੀਂ ਹੈ, ਉਹ ਕੀ ਹੈ? ਇੱਕ ਹਲਕਾ ਜਿਹਾ ਤੇਲ ਦਾ ਕੀ ਹੈ? ਛਿੱਟਾ ਪਿਆਗਾ। ਲੇਕਿਨ ਇਨਸਾਨ ਨੂੰ ਕੀ ਹੈ? ਥੱਲਿਓਂ ਪੈਰ ਦਿਖਣ ਲੱਗਦੇ ਨੇ, ਫਿਰ ਉਹ ਭੰਗੜੇ ਮਾਰਨਾ ਸ਼ੁਰੂ ਕਰ ਦਿੰਦਾ ਗਾ। ਲੇਕਿਨ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਨੇ ਕਿ ਮੈਂ ਕੀ ਕਰਨਾ ਹੈਗਾ? ਧਰਤੀ ਉੱਪਰ ਅੱਗ ਲਾਉਣਾ ਹੈਗਾ। ਫਿਰ ਕਹਿੰਦੇ ਨੇ ਅਤੇ ਕਾਸ਼ ਕੀ ਉਹ ਹੁਣ ਲੱਗ ਚੁੱਕੀ ਹੋਈ। ਦੇਖੋ ਪ੍ਰਭੂ ਯਿਸੂ ਮਸੀਹ ਦੇਖੋ ਕੀ ਕਹਿੰਦੇ ਨੇ ਕਿ ਕਾਸ਼ ਉਹ ਅੱਗ ਲੱਗ ਚੁੱਕੀ ਹੁੰਦੀ। ਸਹੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਨੇ ਕਿ ਮੈਂ ਅਣਖੀ ਪਰਮੇਸ਼ਵਰ ਹਾਂ। ਅਣਖੀ ਮਤਲਬ ਕਿ ਜਲਨ ਰੱਖਣ ਵਾਲਾ ਪਰਮੇਸ਼ਵਰ ਮੈਂ। ਔਰ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਮੈਂ ਧਰਤੀ ਉੱਪਰ ਕੀ ਕਰਨਾ ਹੈਗਾ? ਅੱਗ ਲਾਉਣਾ ਹੈਗਾ। ਅੱਗ ਵੀ ਦੇਖੋ ਹੁਣ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਾਸ਼ ਉਹ ਅੱਗ ਲੱਗ ਚੁੱਕੀ ਹੁੰਦੀ। ਲੇਕਿਨ ਸਹੀ ਦੇ ਵਿੱਚ ਹੁੰਦਾ ਕੀ ਹੈ ਕਿ ਜੋ ਇਨਸਾਨ ਮਸੀਹ ਦੇ ਵਿੱਚ ਆਉਂਦਾ ਸ਼ੁਰੂ ਦੇ ਵਿੱਚ ਜੋ ਇਨਸਾਨ ਮਸੀਹ ਦੇ ਵਿੱਚ ਆਉਂਦਾ ਗਾ, ਉਹਦੇ ਅੰਦਰ ਇੱਕ ਅੱਗ ਹੁੰਦੀ ਹੈ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ, ਸਾਰੇ ਬੋਲੋ ਹਾਲੇਲੂਇਆ। ਉਸ ਇਨਸਾਨ ਦੇ ਅੰਦਰ ਇੱਕ ਅੱਗ ਹੁੰਦੀ ਹੈ। ਅੱਗ ਕੈਸੀ? ਕਿ ਉਹ ਕੀ ਚਾਹੁੰਦਾ ਗਾ ਕਿ ਕਦੋਂ ਮੈਨੂੰ ਕੋਈ ਬੰਦਗੀ ਮਿਲੇ, ਬੰਦਗੀ ਦੂਰ ਹੋਵੇ ਨੇੜੇ ਹੋਵੇ,
ਤਾਂ ਉਹ ਬੰਦਗੀ ਵਿੱਚ ਭੱਜ ਕੇ ਜਾਂਦਾ ਗਾ, ਔਰ ਸਮੇਂ ਸਿਰ ਜਾਂਦਾ ਗਾ, ਫਿਰ ਬਾਈਬਲ ਜ਼ਿਆਦਾ ਪੜ੍ਹਦਾ ਗਾ, ਫਿਰ ਜ਼ਿਆਦਾ ਪ੍ਰਾਰਥਨਾ ਕਰਦਾ ਗਾ, ਫਿਰ ਜ਼ਿਆਦਾ ਉਹ ਵਰਤ ਰੱਖਦਾ ਗਾ। ਮਤਲਬ ਪ੍ਰਭੂ ਯਿਸੂ ਮਸੀਹ ਤਾਂ ਇਹ ਅੱਗ ਦੀ ਗੱਲ ਕਰਦੇ ਨੇ, ਇਹ ਅੱਗ ਦੀ ਗੱਲ ਕਰਦੇ ਨੇ। ਅਗਰ ਮਤਲਬ ਉਹ ਅੱਗ ਕਿਸ ਦੇ ਅੰਦਰ ਲੱਗੀ ਹੁੰਦੀ ਹੈ ਤਾਂ ਉਹ ਇਨਸਾਨ ਟਿਕ ਕੇ ਨਹੀਂ ਬੈਠ ਸਕਦਾ, ਕਦੇ ਇਹ ਬੰਦਗੀ ਦੇ ਵਿੱਚ, ਕਦੇ ਉਹ ਬੰਦਗੀ ਦੇ ਵਿੱਚ, ਕਦੇ ਪ੍ਰਾਰਥਨਾ ਦੇ ਵਿੱਚ, ਕਦੇ ਵਰਤ ਦੇ ਵਿੱਚ, ਕਦੇ ਬਾਈਬਲ ਪੜ੍ਹਨ ਦੇ ਵਿੱਚ। ਉਹ ਕੀ ਕਰਦਾ ਗਾ, ਆਪਣਾ ਜ਼ਿਆਦਾ ਸਮਾਂ ਬਿਤਾਉਂਦਾ ਗਾ। ਮਤਲਬ ਕਿ ਉਹ ਇਨਸਾਨ ਕਦੇ ਵੀ ਟਿਕ ਕੇ ਨਹੀਂ ਬੈਠ ਸਕਦਾ। ਪ੍ਰਭੂ ਯਿਸੂ ਮਸੀਹ ਤਾਂ ਉਹ ਅੱਗ ਦੀ ਗੱਲ ਕਰਦੇ ਨੇ। ਹਾਲੇਲੂਇਆ, ਹਾਲੇਲੂਇਆ। ਅੱਜ ਦੇਖੋ, ਹੋ ਸਕਦਾ ਤੁਹਾਡੇ ਨਾਲ ਕਦੇ ਬੀਤਿਆ ਹੋਵੇ ਕਿ ਸ਼ੁਰੂ ਦੇ ਵਿੱਚ ਜਦ ਇਨਸਾਨ ਆਉਂਦਾ ਗਾ, ਜਾਂ ਇਨਸਾਨ ਨੂੰ ਸ਼ੁਰੂ ਦੇ ਵਿੱਚ ਪਰਾਈ ਭਾਸ਼ਾ ਦਾ ਵਰਦਾਨ ਮਿਲਦਾ ਗਾ, ਤਾਂ ਹੁੰਦਾ ਕਿ ਇਨਸਾਨ ਸਮਾਂ ਕੱਢ ਕੇ ਪ੍ਰਾਰਥਨਾ ਵਿੱਚ ਬੈਠਦਾ ਗਾ, ਜ਼ਰੂਰੀ ਕੰਮ ਛੱਡ ਕੇ ਕਰਦਾ ਗਾ, ਪ੍ਰਾਰਥਨਾ ਵਿੱਚ ਬੈਠਦਾ ਗਾ, ਚਲੋ ਪ੍ਰਾਰਥਨਾ ਕਰਦੇ ਹਾਂ। ਇੱਕ ਉਹਦੇ ਅੰਦਰ ਅੱਗ ਹੁੰਦੀ ਹੈ। ਫਿਰ ਅਗਰ ਉਹਦੇ ਜੀਵਨ ਦੇ ਵਿੱਚ ਕੋਈ ਐਸਾ ਕੰਮ ਹੋ ਜੇ ਤਾਂ ਫਿਰ ਕੀ ਹੈ, ਇੱਕ ਹੁੰਦੀ ਅੱਗ ਉਹਦੇ ਅੰਦਰ ਕਹਿੰਦੀ ਕਿ ਚਲੋ ਕਿਸੇ ਨੂੰ ਗਵਾਹੀ ਦਿੰਦੇ ਆ ਜਾ ਕੇ, ਫਿਰ ਬਾਈਬਲ ਪੜ੍ਹਨਾ, ਫਿਰ ਜ਼ਿਆਦਾ ਵਰਤ ਕਰਨੀ, ਫਿਰ ਜ਼ਿਆਦਾ ਪ੍ਰਾਰਥਨਾ ਕਰਨੀ, ਜ਼ਿਆਦਾ ਬੰਦਗੀ ਵਿੱਚ ਸਮਾਂ ਬਿਤਾਉਣਾ, ਜਾਂ ਫਿਰ ਕਿਸੇ ਐਸੇ ਵਿਅਕਤੀ ਨਾਲ ਮਿਲ ਕੇ ਬਾਈਬਲ ਦੀਆਂ ਜ਼ਿਆਦਾ ਗੱਲਾਂ ਕਰਨੀਆਂ ਕਿ ਜਿਹੜਾ ਮਸੀਹ ਦੇ ਬਾਰੇ ਜਾਣਦਾ ਹੋਵੇ। ਮਤਲਬ ਉਸ ਇਨਸਾਨ ਦੇ ਅੰਦਰ ਕੀ ਹੁੰਦੀ ਹੈ, ਇੱਕ ਅੱਗ ਹੁੰਦੀ ਹੈ। ਮਤਲਬ ਜਿਸ ਇਨਸਾਨ ਦੇ ਅੰਦਰ ਉਹ ਅੱਗ ਲੱਗੀ ਹੁੰਦੀ ਹੈ, ਜਿਸ ਇਨਸਾਨ ਦੇ ਅੰਦਰ ਉਹ ਅੱਗ ਚੱਲ ਰਹੀ ਹੁੰਦੀ ਆ, ਉਹ ਇਨਸਾਨ ਕਦੇ ਵੀ ਟਿਕ ਕੇ ਨਹੀਂ ਬੈਠਦਾ। ਇਹਦਾ ਮਤਲਬ ਜਿਹੜਾ ਇਨਸਾਨ ਟਿਕ ਕੇ ਬੈਠ ਚੁੱਕਿਆ ਗਾ, ਉਹਦੇ ਵਿੱਚ ਜੋ ਲੱਗੀ ਹੋਈ ਅੱਗ ਸੀ ਉਹ ਕੀ ਹੈ, ਉਹ ਠੰਡੀ ਪੈ ਚੁੱਕੀ ਹੈ, ਉਹ ਠੰਡੀ ਪੈ ਚੁੱਕੀ ਹੈ। ਇੱਕ ਵਾਰ ਕੀ ਹੋਇਆ ਕਿ ਦੋ ਪੰਛੀ ਸੀਗੇ, ਪੰਛੀ ਮਤਲਬ ਜੋ ਆਕਾਸ਼ ਵਿੱਚ ਉੱਡਦੇ ਨੇ, ਉਹ ਦੋਵੇਂ ਉੱਡ ਰਹੇ ਸੀਗੇ, ਔਰ ਹੋਇਆ ਕੀ ਕਿ ਇੱਕ ਉੱਪਰ ਦੀ ਉਹਨਾਂ ਦੇ ਜਹਾਜ਼ ਲੰਘਿਆ, ਔਰ ਜਹਾਜ਼ ਵੀ ਕਾਫੀ ਸਪੀਡ ਦੇ ਵਿੱਚ ਸੀਗਾ। ਤਾਂ ਇੱਕ ਪੰਛੀ ਨੇ ਦੂਜੇ ਪੰਛੀ ਨੂੰ ਪੁੱਛਿਆ, ਇਹ ਕਿਹੜਾ ਪੰਛੀ ਹੈ ਜਿਹੜਾ ਇੰਨਾ ਤੇਜ਼ ਉੱਡ ਰਿਹਾ ਗਾ ਔਰ ਸਾਡੇ ਤੋਂ ਤੇਜ਼ ਉੱਡ ਰਿਹਾ ਗਾ? ਤਾਂ ਉਸ ਪੰਛੀ ਨੇ ਕੀ ਕਿਹਾ, ਇਹਦੇ ਪਿੱਛੇ ਅੱਗ ਲੱਗੀ ਹੋਈ ਹੈ, ਇਹਦੇ ਪਿੱਛੇ ਕੀ ਹੈ, ਅੱਗ ਲੱਗੀ ਹੋਈ। ਮਤਲਬ ਜਹਾਜ਼ ਦੀ ਗੱਲ ਕਰਦਾ ਸੀਗਾ ਵੀ ਇਹ ਕੀ ਹੈ, ਮਤਲਬ ਇੱਕ ਪੰਛੀ ਲੱਗਿਆ ਉਹਨੂੰ ਵੀ, ਲੇਕਿਨ ਇਹਦੇ ਪਿੱਛੇ ਕੀ ਹੈ, ਅੱਗ ਲੱਗੀ ਹੋਈ ਹੈ। ਕਹਿਣ ਦਾ ਮਤਲਬ ਕੀ, ਦੇਖ ਇਹਨੂੰ ਜੋ ਅੱਗ ਲੱਗੀ ਹੈ, ਇਹ ਅੱਗ ਦੀ ਵਜ੍ਹਾ ਕਰਕੇ ਇੰਨਾ ਤੇਜ਼ ਭੱਜ ਰਿਹਾ ਗਾ, ਇਹ ਅੱਗ ਦੀ ਵਜ੍ਹਾ ਕਰਕੇ ਇੰਨਾ ਤੇਜ਼ ਚੱਲ ਰਿਹਾ ਗਾ। ਲੇਕਿਨ ਮਸੀਹ ਦੇ ਵਿੱਚ ਦੇਖੋ, ਜ਼ਿਆਦਾਤਰ ਸਹੀ ਦੇ ਵਿੱਚ ਜਦੋਂ ਇਨਸਾਨ ਦੇ ਅੰਦਰ ਅੱਗ ਹੁੰਦੀ ਹੈ, ਤਾਂ ਅੱਗ ਲੱਗੀ ਹੁੰਦੀ ਹੈ, ਤਾਂ ਉਹ ਇਨਸਾਨ ਕਦੇ ਵੀ ਟਿਕ ਕੇ ਨਹੀਂ ਬੈਠਦਾ। ਕਦੇ ਕਿਸ ਨੂੰ ਗਵਾਹੀ ਦੇਵੇ, ਕਦੇ ਕਿਸ ਨੂੰ ਮਸੀਹ ਦੇ ਬਾਰੇ ਦੱਸੇ, ਕਦੇ ਕੁਝ ਵੀ ਕਰੇ, ਕਿਸੇ ਵੀ ਤਰ੍ਹਾਂ ਕਰੇ, ਲੇਕਿਨ ਇਨਸਾਨ ਕੀ ਹੈ, ਉਸ ਅੱਗ ਦੇ ਲੱਗਣ ਦੇ ਕਾਰਨ ਉਹ ਇਨਸਾਨ ਕਦੇ ਵੀ ਟਿਕ ਕੇ ਨਹੀਂ ਬੈਠ ਸਕਦਾ। ਉਹ ਇਨਸਾਨ ਕੀ ਹੈ, ਉਹ ਇਹੀ ਚਾਹੁੰਦਾ ਗਾ, ਮੈਂ ਕਿਹਨੂੰ ਦੱਸਾਂ ਮਸੀਹ ਦੇ ਬਾਰੇ, ਮੈਂ ਕਿਹਨੂੰ ਦੱਸਾਂ ਗਵਾਹੀ, ਮੈਂ ਕਿਹਦੇ ਨਾਲ ਪਰਮੇਸ਼ਵਰ ਦੀਆਂ ਗੱਲਾਂ ਕਰਾਂ। ਕਿਉਂ? ਉਹਦੇ ਅੰਦਰ ਇੱਕ ਅੱਗ ਲੱਗੀ ਹੁੰਦੀ ਹੈ। ਇਹਦਾ ਮਤਲਬ ਕਿ ਇਨਸਾਨ ਕੀ ਹੈ, ਜਦੋਂ ਉਹਦੇ ਅੰਦਰ ਅੱਗ ਲੱਗੀ ਹੈ ਤਾਂ ਉਹ ਟਿਕ ਕੇ ਬੈਠ ਨਹੀਂ ਸਕਦਾ। ਹੁਣ ਦੇਖੋ, ਜਿੰਨੇ ਲੋਕ ਟਿਕ ਕੇ ਬੈਠ ਚੁੱਕੇ ਨੇ, ਹੁਣ ਕੀ ਕਰਦੇ ਨੇ, ਅਗਰ ਕੋਈ ਵਿਸ਼ਵਾਸੀ ਆ ਜੇ, ਅਗਰ ਕੋਈ ਮਸੀਹ ਦਾ ਐਸਾ ਕੋਈ ਦਾਸ ਆ ਜੇ, ਅਗਰ ਉਹਦੇ ਨਾਲ ਗੱਲਾਂ ਕਰਦੇ ਨੇ ਤਾਂ ਕਿਹੜੀਆਂ ਗੱਲਾਂ ਕਰਦੇ ਨੇ? ਸੰਸਾਰ ਦੀਆਂ ਗੱਲਾਂ ਕਰਦੇ ਨੇ। ਹਾਂ, ਕੀ ਬਣਿਆ ਹੁਣ ਕਰੋਨਾ ਵਾਇਰਸ ਦੇ ਵਿੱਚ? ਕੀ ਬਣਿਆ, ਕੀ ਖਬਰ ਪਹੁੰਚੀ, ਕਿੱਥੇ ਪਹੁੰਚੀ, ਕੁਝ ਪਤਾ ਲੱਗਿਆ? ਹੁਣ ਦੇਖੋ, ਇਹ ਗੱਲਾਂ ਚੱਲਦੀਆਂ ਨੇ। ਇਹਦਾ ਮਤਲਬ ਜੇ ਅੱਗ ਹੁੰਦੀ ਅੰਦਰ, ਅੱਗ ਲੱਗੀ ਹੁੰਦੀ ਉਹਦੇ ਅੰਦਰ, ਤਾਂ ਫਿਰ ਕੀ ਗੱਲਾਂ ਕਰਦਾ? ਦੇਖੋ ਮਸੀਹ ਦਾ ਕੰਮ ਹੈ ਜੋ ਕਿੰਨਾ ਤੇਜ਼ੀ ਨਾਲ ਚੱਲ ਰਿਹਾ ਗਾ, ਮਸੀਹ ਦੇ ਜੋ ਨਿਸ਼ਾਨ ਸੀਗੇ ਉਹ ਪੂਰੇ ਹੋ ਰਹੇ ਨੇ। ਹੁਣ ਦੇਖੋ, ਬਹੁਤ ਜਲਦੀ ਪ੍ਰਭੂ ਯਿਸੂ ਮਸੀਹ ਆਉਣ ਵਾਲੇ ਨੇ। ਹੁਣ ਆਪਣੀ ਤਿਆਰੀ ਕਿੰਨੀ ਕੁ ਹੈ, ਤੁਹਾਡੀ ਤਿਆਰੀ ਕਿੰਨੀ ਕੁ ਹੈ, ਕਿੰਨੇ ਕੁ ਵਰਤ ਨੇ ਤੁਹਾਡੇ, ਕਿੰਨੀ ਕੁ ਪ੍ਰਾਰਥਨਾ ਵਿੱਚ ਚੱਲ ਰਹੇ ਹੋ? ਮਤਲਬ ਕਿ ਅਗਰ ਅੱਗ ਲੱਗੀ ਹੁੰਦੀ ਤਾਂ ਇਨਸਾਨ ਐਸੀਆਂ ਗੱਲਾਂ ਕਰਦਾ, ਲੇਕਿਨ ਹੁਣ ਕੀ ਹੈ, ਹੁਣ ਤਾਂ ਠੰਡੇ ਪੈ ਚੁੱਕੇ ਨੇ ਇਨਸਾਨ। ਹੁਣ ਇਨਸਾਨ ਕੀ ਹੈ, ਉਹ ਤਾਂ ਠੰਡਾ ਪੈ ਚੁੱਕਿਆ ਗਾ। ਔਰ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਗਾ, ਆਪਾਂ ਪੜਾਂਗੇ ਮੱਤੀ ਉਹਦਾ 24 ਦੇ ਉਹਦਾ 12 ਵਚਨ। ਅਤੇ ਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਦੇਖੋ, ਪ੍ਰਭੂ ਯਿਸੂ ਮਸੀਹ ਨੇ ਇੱਕ ਬਹੁਤ ਪਹਿਲਾਂ ਗੱਲ ਮਤਲਬ ਭਵਿੱਖਬਾਣੀ ਕਰ ਦਿੱਤੀ ਸੀ ਕਿ ਕੋ ਧਰਮ ਦੇ ਵਧਣ ਦੇ ਕਰਕੇ, ਮਤਲਬ ਪਾਪ ਦੇ ਵਧਣ ਦੇ ਕਰਕੇ ਕੀ ਹੋ ਜਾਏਗਾ, ਬਹੁਤਿਆਂ ਦੀ ਪ੍ਰੀਤ ਠੰਡੀ ਪੈ। ਇਹਦਾ ਮਤਲਬ ਜੋ ਪ੍ਰੀਤ ਸੀ, ਪ੍ਰੀਤ ਮਤਲਬ ਕੀ ਹੁੰਦਾ ਗਾ? ਪਿਆਰ। ਪਿਆਰ ਪਹਿਲਾਂ ਕੀ ਸੀਗਾ? ਪਹਿਲਾਂ ਗਰਮ ਸੀਗਾ। ਪਹਿਲਾਂ ਕੀ ਸੀਗਾ? ਪਹਿਲਾਂ ਪਿਆਰ ਪੂਰੀ ਤਰ੍ਹਾਂ ਗਰਮ ਸੀਗਾ, ਲੇਕਿਨ ਹੁਣ ਕੀ ਹੈ, ਪਾਪ ਦੇ ਵਧਣ ਦੇ ਕਰਕੇ, ਕੋ ਧਰਮ ਦੇ ਵਧਣ ਦੇ ਕਰਕੇ ਕੀ ਹੈ, ਲੋਕਾਂ ਦਾ ਪਿਆਰ ਕੀ ਹੈ, ਉਹਦਾ ਘਟ ਚੁੱਕਿਆ, ਉਹਦਾ ਠੰਡਾ ਪੈ ਚੁੱਕਿਆ। ਅੱਜ ਦੇਖੋ, ਜੋ ਪਹਿਲਾਂ ਪਿਆਰ ਸੀਗਾ ਮਸੀਹ ਲੋਕਾਂ ਦੇ ਵਿੱਚ, ਕਿ ਅੱਜ ਦੇਖਣ ਨੂੰ ਮਿਲਦਾ ਹੈਗਾ। ਪਹਿਲਾਂ ਲੋਕ ਇੱਕ ਦੂਜੇ ਦੇ ਘਰੇ ਜਾਂਦੇ ਸੀਗੇ ਪ੍ਰਾਰਥਨਾ ਕਰਨ ਦੇ ਲਈ, ਬੈਠੇ ਘੰਟਾ ਘੰਟਾ ਪਤਾ ਨਹੀਂ ਚੱਲਦਾ ਸੀਗਾ, ਮਸੀਹ ਦੀਆਂ ਗੱਲਾਂ ਵਿੱਚ ਇੰਨੇ ਰੁੱਝ ਜਾਣਾ, ਮਸੀਹ ਦੀਆਂ ਗੱਲਾਂ ਦੇ ਵਿੱਚ, ਮਸੀਹ ਦੀ ਗਵਾਹੀ ਦੇ ਵਿੱਚ, ਜਾਂ ਮਸੀਹ ਦੇ ਬਾਰੇ ਗੱਲਾਂ ਬਾਤਾਂ ਕਰਦੇ ਕਰਦੇ 1.5-2 ਘੰਟੇ, 2.5 ਘੰਟੇ ਬੀਤ ਜਾਂਦੇ ਸੀ ਲੋਕਾਂ ਨੂੰ। ਇੰਨਾ ਸਮਾਂ ਲੋਕ ਬੈਠੇ ਰਹਿੰਦੇ ਸੀਗੇ, ਇੱਕ ਦੂਜੇ ਨਾਲ ਗੱਲਾਂ ਕਰਦੇ ਰਹਿੰਦੇ ਸੀਗੇ, ਮਸੀਹ ਦੀਆਂ
ਮਸੀਹ ਦੇ ਬਾਰੇ ਔਰ ਲੋਕਾਂ ਦੇ ਵਿੱਚ ਜੋ ਕੰਮ ਹੋ ਰਹੇ ਸੀਗੇ, ਜੋ ਲੋਕਾਂ ਵਿੱਚ ਕੰਮ ਨਹੀਂ ਹੋ ਰਹੇ ਸੀਗੇ, ਉਹ ਸਾਰੀਆਂ ਗੱਲਾਂ ਦੇ ਲਈ ਜਦ ਇੱਕ ਦੂਜੇ ਨਾਲ ਗੱਲਾਂ ਕਰਦੇ ਸੀਗੇ। ਇਹਦਾ ਮਤਲਬ ਕੀ ਕਿ ਲੋਕਾਂ ਵਿੱਚ ਕੀ ਸੀ, ਇੱਕ ਅੱਗ ਲੱਗੀ ਹੋਈ ਸੀ। ਅਗਰ ਇੱਕ ਦੂਜੇ ਨੂੰ ਨਾ ਮਿਲਦੇ ਸੀਗੇ, ਇੱਕ ਦੂਜੇ ਨੂੰ ਦੇਖਦੇ ਨਾ ਸੀਗੇ, ਤਾਂ ਕੀ ਸੀਗਾ, ਲੋਕਾਂ ਦੀ ਬੇਚੈਨੀ ਵੱਧਦੀ ਸੀ। ਹਾਏ ਮੈਂ ਉਹਨੂੰ ਦੇਖਿਆ ਨਹੀਂ, ਹਾਏ ਮੈਂ ਉਹਨੂੰ ਮਿਲਿਆ ਨਹੀਂ। ਮਤਲਬ ਕਿ ਇੱਕ ਦੂਜੇ ਲਈ ਕੀ ਹੁੰਦੀ ਸੀ, ਖਿੱਚ ਹੁੰਦੀ ਸੀ, ਇੱਕ ਦੂਜੇ ਲਈ ਕੀ ਹੁੰਦੀ ਸੀ, ਪਿਆਸ ਹੁੰਦੀ ਸੀ। ਕਦ ਮੈਂ ਆਪਣਾ ਕੰਮ ਖਤਮ ਕਰਾਂ, ਕਦ ਮੈਂ ਉਸਨੂੰ ਮਿਲਾਂ, ਕਦ ਮੈਂ ਮਸੀਹ ਦੀਆਂ ਗੱਲਾਂ ਕਰਾਂ। ਲੇਕਿਨ ਕੀ ਹੁੰਦਾ ਸੀਗਾ ਕਿ ਇੱਕ ਦੂਜੇ ਦੇ ਪ੍ਰਤੀ ਕੀ ਸੀਗੀ, ਉਹਨਾਂ ਦੀ ਪਿਆਸ ਹੁੰਦੀ ਸੀ, ਇੱਕ ਦੂਜੇ ਨਾਲ ਕੀ ਹੁੰਦਾ ਸੀਗਾ, ਪਿਆਰ ਹੁੰਦਾ ਸੀਗਾ। ਲੇਕਿਨ ਪਰਮੇਸ਼ਵਰ ਦੇ ਵਚਨ ਦੇ ਵਿੱਚ ਕੀ ਲਿਖਿਆ ਹੈਗਾ ਕਿ ਇੱਕੋ ਧਰਮ ਦੇ ਵਧਣ ਦੇ ਕਰਕੇ, ਪਾਪ ਦੇ ਵਧਣ ਦੇ ਕਰਕੇ ਕੀ ਹੈ, ਬਹੁਤਿਆਂ ਦੀ ਪ੍ਰੀਤ ਠੰਡੀ ਪੈ ਜਾਏਗੀ। ਪਾਪ ਮਤਲਬ ਕੀ, ਪਾਪ ਤਾਂ ਸ਼ੁਰੂ ਤੋਂ ਹੀ ਹੈ ਜਗਤ ਵਿੱਚ। ਲੇਕਿਨ ਕੀ ਹੈ, ਇਨਸਾਨ ਆਪਣੇ ਹੀ ਕੰਮ ਕਾਰ ਦੇ ਵਿੱਚ, ਆਪਣੀਆਂ ਹੀ ਗੱਲਾਂ ਦੇ ਵਿੱਚ, ਆਪਣੇ ਹੀ ਪਰਿਵਾਰ ਦੇ ਚਿੰਤਾਵਾਂ ਦੇ ਵਿੱਚ ਇੰਨਾ ਉਲਝ ਜਾਂਦਾ ਗਾ ਕਿ ਉਹ ਪਾਪ ਵੱਲ ਜਾਣਾ ਸ਼ੁਰੂ ਹੋ ਜਾਂਦਾ ਹੈਗਾ। ਮਤਲਬ ਪਰਮੇਸ਼ਵਰ ਨੂੰ ਛੱਡਣਾ ਸ਼ੁਰੂ ਕਰ ਦਿੰਦਾ ਗਾ, ਔਰ ਐਸੀਆਂ ਜੋ ਠੰਡੀ ਚੀਜ਼ ਹੈ, ਠੰਡਾ ਪੈਣਾ ਉਹ ਸ਼ੁਰੂ ਹੋ ਜਾਂਦਾ ਗਾ। ਲੇਕਿਨ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਕਿ ਅੰਤ ਦੇ ਦਿਨਾਂ ਵਿੱਚ ਇਦਾਂ ਹੀ ਹੈ। ਪੜੋ। ਅਜੇ ਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਂਦੀ। ਹਾਂ, ਦੇਖੋ ਪਰਮੇਸ਼ਵਰ ਨੇ ਇਹ ਭਵਿੱਖਬਾਣੀ ਕੀਤੀ ਸੀ, ਔਰ ਦੇਖੋ ਇਹ ਵੀ ਗੱਲ ਪਰਮੇਸ਼ਵਰ ਦੀ, ਪ੍ਰਭੂ ਯਿਸੂ ਮਸੀਹ ਦੀ ਪੂਰੀ ਹੋ ਗਈ। ਕੀ ਹੈ ਕਿ ਅੱਜ ਦੇਖੋ ਜੋ ਪਿਆਰ ਹੈ ਇਨਸਾਨ ਦਾ, ਉਹ ਪਿਆਰ ਇਨਸਾਨ ਦੇ ਜੀਵਨ ਦੇ ਵਿੱਚ ਦਿਸਦਾ ਨਹੀਂ ਹੈ। ਉਹ ਪਿਆਰ ਇਨਸਾਨ ਦੇ ਜੀਵਨ ਦੇ ਵਿੱਚ ਦਿਸਦਾ ਨਹੀਂ ਹੈ। ਇਹਦਾ ਮਤਲਬ ਕਿ ਉਹਦਾ ਪਿਆਰ ਕੀ ਪੈ ਗਿਆ ਗਾ, ਠੰਡਾ ਪੈ ਗਿਆ ਗਾ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ ਕਿ ਮੈਂ ਅੱਗ ਲਾਉਣ ਆਇਆਗਾ, ਕਾਸ਼ ਉਹ ਅੱਗ ਲੱਗ ਚੁੱਕੀ ਹੁੰਦੀ। ਹਾਲੇਲੂਇਆ, ਹਾਲੇਲੂਇਆ। ਔਰ ਬਾਈਬਲ ਦੇ ਵਿੱਚ ਕੀ ਲਿਖਿਆ ਗਾ, ਆਪਾਂ ਪੜਾਂਗੇ ਪ੍ਰਕਾਸ਼ ਦੀ ਪੋਥੀ, ਉਹਦਾ 2 ਅਧਿਆਇ, ਉਹਦਾ 4 ਤੇ 5। ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਕਿ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈ। ਦੇਖੋ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਨੇ ਕਿ ਮੈਨੂੰ ਤੇਰੇ ਉੱਪਰ ਕੀ ਹੈ, ਗਿਲਾ ਗਾ, ਮੈਨੂੰ ਤੇਰੇ ਉੱਪਰ ਸ਼ਿਕਾਇਤ ਹੈ। ਕਿਹੜੀ ਸ਼ਿਕਾਇਤ ਹੈ? ਕਿ ਤੂੰ ਆਪਣਾ ਪਹਿਲਾ ਪ੍ਰੇਮ ਕੀ ਹੈ, ਛੱਡ ਬੈਠਾਂਗਾ। ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾਂਗਾ। ਫਿਰ ਸੋ ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈ। ਦੇਖੋ ਪਰਮੇਸ਼ਵਰ ਨੂੰ ਇੱਕ ਸ਼ਿਕਾਇਤ ਹੈ, ਇੱਕ ਗਿਲਾ ਗਾ ਕਿ ਤੂੰ ਚੇਤੇ ਕਰ, ਤੂੰ ਕਿੱਥੋਂ ਡਿੱਗਿਆਂਗਾ। ਤੂੰ ਕੀ ਕਰ, ਚੇਤੇ ਕਰ। ਮਤਲਬ ਪਹਿਲਾਂ ਕਿਵੇਂ, ਪਹਿਲਾਂ ਤੂੰ ਕੀ ਸੀਗਾ, ਗਰਮ ਸੀਗਾ। ਪਹਿਲਾਂ ਕੀ ਸੀਗਾ, ਤੂੰ ਤਾਂ ਇੱਕ ਦੂਜੇ ਨਾਲ ਸੰਗਤੀ ਕਰਨ ਵਾਲਾ ਸੀਗਾ। ਪਹਿਲਾਂ ਕੀ ਸੀਗਾ, ਤੇਰੇ ਅੰਦਰ ਇੰਨੀ ਅਕਲ ਲੱਗੀ ਸੀ ਕਿ ਤੂੰ ਮੇਰਾ ਕੰਮ ਕਰਦਾ ਸੀਗਾ, ਤੂੰ ਤਾਂ ਟਿਕ ਕੇ ਬੈਠ ਨਹੀਂ ਸਕਦਾ ਸੀਗਾ, ਤੂੰ ਤਾਂ ਪ੍ਰਾਰਥਨਾ ਕਰਦਾ ਸੀ, ਤੂੰ ਤਾਂ ਬਾਈਬਲ ਪੜ੍ਹਦਾ ਸੀ, ਤੂੰ ਤਾਂ ਵਰਤ ਰੱਖਦਾ ਸੀਗਾ, ਤੂੰ ਤਾਂ ਦੂਰ ਨੇੜੇ ਬੰਦਗੀ ਵਿੱਚ ਵੀ ਜਾਂਦਾ ਸੀਗਾ। ਲੇਕਿਨ ਹੁਣ ਤੂੰ ਠੰਡਾ ਪੈ ਚੁੱਕਿਆਂਗਾ। ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ 24:12 ਦੇ ਵਿੱਚ, ਬਹੁਤਿਆਂ ਦੇ ਕੋ ਧਰਮ ਦੇ ਵਧਣ ਦੇ ਕਰਕੇ ਕੀ ਹੈ, ਪ੍ਰੀਤ ਠੰਡੀ ਪੈ ਜਾਏਗੀ। ਲੇਕਿਨ ਪ੍ਰਭੂ ਯਿਸੂ ਮਸੀਹ ਅਗਰ ਤੁਸੀਂ ਠੰਡੇ ਪੈ ਚੁੱਕੇ ਹੋ ਤਾਂ ਕੀ ਹੋ ਜਾਓ, ਤੁਸੀਂ ਗਰਮ ਹੋ ਜਾਓ, ਗਰਮ ਹੋ ਜਾਓ। ਪ੍ਰਭੂ ਯਿਸੂ ਮਸੀਹ ਦਾ ਕਹਿਣ ਦਾ ਮਤਲਬ ਇਹੀ ਹੈ ਕਿ ਤੁਸੀਂ ਕੀ ਹੋ, ਗਰਮ ਹੋ ਜਾਓ। ਹਾਲੇਲੂਇਆ, ਹਾਲੇਲੂਇਆ। ਤੁਸੀਂ ਕੀ ਹੋ ਜਾਓ, ਗਰਮ ਹੋ ਜਾਓ। ਲੇਕਿਨ ਕੀ ਕਹਿੰਦਾ ਪ੍ਰਭੂ ਯਿਸੂ ਮਸੀਹ ਦਾ ਬਚਨ ਕਿ ਮੈਨੂੰ ਤੇਰੇ ਉੱਪਰ ਕੀ ਹੈ, ਸ਼ਿਕਾਇਤ ਹੈ, ਮੈਨੂੰ ਸ਼ਿਕਵਾ ਤੇਰੇ ਉੱਪਰ, ਮੈਨੂੰ ਤੇਰੇ ਉੱਪਰ ਗਿਲਾ ਗਾ। ਕੀ ਗਿਲਾ ਗਾ ਕਿ ਤੂੰ ਕੀ ਕਰ ਬੈਠਾਂਗਾ, ਆਪਣਾ ਪਹਿਲਾ ਪਿਆਰ ਛੱਡ ਬੈਠਾਂਗਾ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਨੂੰ ਸ਼ਿਕਾਇਤ ਹੈ। ਹੁਣ ਪਤੀ ਪਤਨੀ ਹੋਣ, ਅਗਰ ਉਹਨਾਂ ਦਾ ਨਵਾਂ ਵਿਆਹ ਹੋਵੇ, ਅਗਰ ਪਤਨੀ ਆਪਣੇ ਪਤੀ ਨੂੰ ਕਹਿ ਦੇਵੇ ਵੀ ਚਲੋ ਅੱਜ ਸ਼ਾਮ ਨੂੰ ਤੁਸੀਂ ਟਾਈਮ ਨਾਲ ਆ ਜਾਓ ਘਰੇ, ਮਤਲਬ ਤੁਸੀਂ 6 ਵਜੇ ਘਰੇ ਆ ਜਾਓ, ਹੈ ਤਾਂ ਪਤੀ ਕੀ ਕਰਦਾ, ਨਵਾਂ ਵਿਆਹ ਹੋਇਆਗਾ, ਉਹ 4:30 ਵਜੇ ਹੀ 5 ਵਜੇ ਘਰੇ ਆ ਜਾਂਦਾ ਗਾ। ਕਿਉਂ? ਕਿਉਂਕਿ ਉਹਦਾ ਆਪਣੀ ਪਤਨੀ ਨਾਲ ਕੀ ਹੈ, ਪਿਆਰ ਹੈ, ਔਰ ਉਹ ਨਹੀਂ ਚਾਹੁੰਦਾ ਕਿ ਮੇਰੀ ਪਤਨੀ ਕੀ ਹੋਵੇ, ਨਾਰਾਜ਼ ਹੋਵੇ। ਇਸ ਕਰਕੇ ਉਹ ਘੰਟਾ 2 ਘੰਟੇ ਪਹਿਲਾਂ, 1.5 ਘੰਟਾ ਪਹਿਲਾਂ ਹੀ ਆ ਜਾਂਦਾ ਗਾ ਆਪਣੀ ਪਤਨੀ ਨੂੰ ਖੁਸ਼ ਕਰਨ ਦੇ ਲਈ। ਤੇ ਅਗਰ ਵਿਆਹ ਨੂੰ 5-7 ਸਾਲ ਹੋ ਜਾਣ ਤੇ ਫਿਰ ਅਗਰ ਪਤਨੀ ਕਹਿ ਦੇਵੇ ਵੀ ਚਲ ਥੋੜਾ ਟਾਈਮ ਨਾਲ ਆ ਜਾਓ ਘਰੇ, ਤਾਂ ਉਹ ਕੀ ਕਹਿੰਦਾ ਕਿ ਤੇਰਾ ਬੂਥਾ ਦੇਖਣਾ ਜਾਂ ਤੇਰੀ ਸ਼ਕਲ ਦੇਖਣਾ ਹੋਣੀ ਆ, ਮੈਂ ਕੰਮ ਨਾ ਕਰਾਂ ਘਰ ਦੇ, ਸਾਰੀ ਜ਼ਿੰਮੇਵਾਰੀ ਤਾਂ ਮੇਰੇ ਉੱਪਰ ਹੀ ਹੈ, ਮੈਂ ਤੇਰੀ ਸ਼ਕਲ ਦੇਖਣ ਵਾਸਤੇ ਆਉਣਾ ਗਾ। ਅਗਰ ਮੈਂ ਕੰਮ ਨਾ ਕਰਾਂਗਾ ਤੇ ਤੁਹਾਡਾ ਗੁਜ਼ਾਰਾ ਕਿੱਥੋਂ ਕਰੂੰਗਾ। ਮਤਲਬ ਕਿ ਹੁਣ 5-7 ਸਾਲ ਬੀਤ ਚੁੱਕੇ ਨੇ, 5-7 ਸਾਲ ਬੀਤ ਚੁੱਕੇ ਨੇ। ਹੁਣ ਕੀ ਹੈ, ਉਹਨਾਂ ਦਾ ਪਿਆਰ ਘਟਣਾ ਸ਼ੁਰੂ ਹੋ ਗਿਆ ਗਾ। ਫਿਰ ਤਦੇ ਹੀ ਪਤਨੀ ਸੋਚਦੀ ਹੈ ਹੁਣ ਪਹਿਲਾਂ ਵਾਲਾ ਰਿਹਾ ਨਹੀਂ, ਫਿਰ ਪਤੀ ਵੀ ਸੋਚਦਾ ਹੁਣ ਪਹਿਲਾਂ ਵਾਲੀ ਤੂੰ ਵੀ ਨਹੀਂ ਰਹੀ। ਕਾਰਨ ਕੀ ਕਿ ਹੁਣ ਸਮਾਂ ਬੀਤ ਚੁੱਕਿਆ, ਹੁਣ ਠੰਡੇ ਪੈ ਚੁੱਕੇ ਹੋ। ਹੁਣ ਪਰਮੇਸ਼ਵਰ ਦਾ ਹੀ ਕਹਿੰਦਾ ਗਿਆ, ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਕੀ ਕਹਿੰਦਾ ਕਿ ਮੈਨੂੰ ਤੇਰੇ ਉੱਪਰ ਕੀ ਹੈ, ਸ਼ਿਕਾਇਤ ਹੈ, ਮੈਨੂੰ ਤੇਰੇ ਉੱਪਰ ਕੀ ਹੈ, ਗਿਲਾ। ਇੱਕ ਇਨਸਾਨ ਦਾ ਨਵਾਂ ਵਿਆਹ ਹੋਇਆ ਤਾਂ ਉਸ ਇਨਸਾਨ ਨੇ ਕੀ ਕਿਹਾ ਕਿ ਆਪਣੀ ਪਤਨੀ ਨੂੰ ਖੁਸ਼ ਕਰਨ ਦੇ ਮਾਰੇ ਕਹਿੰਦਾ 2 ਚੰਦ ਨੇ। ਉਹਦੀ ਪਤਨੀ ਹੈਰਾਨ, ਕਹਿੰਦਾ 2 ਚੰਦ ਨੇ? ਕਹਿੰਦਾ ਕਿੱਥੇ?
ਕਹਿੰਦਾ ਇੱਕ ਆਕਾਸ਼ ਦੇ ਵਿੱਚ, ਉਹਦੀ ਪਤਨੀ ਕਹਿੰਦਾ ਦੂਜਾ ਮੇਰੇ ਘਰ ਦੇ ਵਿੱਚ। ਆਪਣੀ ਪਤਨੀ ਨੂੰ ਖੁਸ਼ ਕਰ ਦਿੱਤਾ ਉਹਨੇ ਵੀ ਇੱਕ ਤਾਂ ਆਕਾਸ਼ ਦੇ ਵਿੱਚ ਚੰਦਰਮਾ ਹੈਗਾ, ਇੱਕ ਦੂਜਾ ਚੰਦ ਹੈ ਮੇਰੇ ਘਰ ਦੇ ਵਿੱਚ, ਮਤਲਬ ਤੂੰ ਚੰਦ ਹੈ। ਤੇ ਜਦੋਂ ਲੰਘੇ 3-4 ਸਾਲ ਉਹਦੀ ਪਤਨੀ ਫੇਰ ਆ ਗਈ ਨੇੜੇ, ਕਹਿੰਦੀ ਕੁਝ ਦੱਸੋ ਆਕਾਸ਼ ਵਿੱਚ ਕੀ ਹੈ? ਕਹਿੰਦਾ ਆਕਾਸ਼ ਵਿੱਚ ਚੰਦ ਹੈ, ਹੋਰ ਤੇਰੇ ਬਾਪ ਦਾ ਗੰਜਾ ਸਿਰ ਥੋੜੀ ਹੈ। ਉਹਦੇ ਬਾਪ ਦਾ ਸਿਰ ਗੰਜਾ ਸੀਗਾ, ਇਸ ਕਰਕੇ ਉਹਨੇ ਗੱਲ ਕਹੀ ਵੀ ਆਕਾਸ਼ ਵਿੱਚ ਕੀ ਹੈ? ਉਹਦਾ ਚੰਦ ਹੀ ਹੈ, ਤੇਰੇ ਬਾਪ ਦਾ ਗੰਜਾ ਸਿਰ ਥੋੜੀ ਹੈ ਉੱਥੇ। ਕਾਰਨ ਕੀ? ਕਿ ਉਹਦਾ ਜੋ ਪਿਆਰ ਸੀਗਾ, ਪਿਆਰ ਘਟ ਗਿਆ। ਪਹਿਲਾਂ ਕੀ ਕਹਿੰਦਾ ਸੀਗਾ? ਆਕਾਸ਼ ਵਿੱਚ 2 ਚੰਦ ਨੇ, ਇੱਕ ਦੋ ਚੰਦ ਨੇ, ਇੱਕ ਆਕਾਸ਼ ਵਿੱਚ, ਇੱਕ ਮੇਰੇ ਘਰ ਦੇ ਵਿੱਚ। ਉਹਦੀ ਪਤਨੀ ਤਾਂ ਫੇਰ ਹੀ ਸੁਣਨਾ ਚਾਹੁੰਦੀ ਸੀ ਵੀ ਮੈਨੂੰ ਫੇਰ ਕਹੂਗਾ, ਲੇਕਿਨ ਹੁਣ ਪਿਆਰ ਦੇ ਵਿੱਚ ਕੀ ਸੀ? ਗੜਬੜੀ ਹੋ ਗਈ ਸੀ। ਹੁਣ ਤਾਂ ਹੀ ਤਾਂ ਪ੍ਰਭੂ ਯਿਸੂ ਮਸੀਹ ਦਾ ਵਚਨ ਵੀ ਦੱਸਦਾ ਗਾ ਕਿ ਮੈਨੂੰ ਤੇਰੇ ਉੱਪਰ ਕੀ ਹੈ? ਗਿਲਾ ਗਾ, ਮੈਨੂੰ ਸ਼ਿਕਵਾ ਤੇਰੇ ਉੱਪਰ, ਮੈਨੂੰ ਤੇਰੇ ਉੱਪਰ ਕੀ ਹੈ? ਸ਼ਿਕਾਇਤ ਹੈ। ਕਿਹੜੀ ਗੱਲੋਂ? ਕਿ ਤੂੰ ਆਪਣਾ ਪਹਿਲਾ ਪਿਆਰ ਛੱਡ ਬੈਠਾਂਗਾ, ਆਪਣਾ ਪਹਿਲਾ ਪਿਆਰ ਛੱਡ ਬੈਠਾਂਗਾ। ਇਹਦਾ ਮਤਲਬ ਪਹਿਲਾਂ ਤੂੰ ਕੀ ਸੀਗਾ? ਗਰਮ ਸੀਗਾ, ਤੂੰ ਵੇਲੇ ਇੱਕ ਵੇਲੇ ਪ੍ਰਾਰਥਨਾ ਵਿੱਚ ਲੱਗਿਆ ਰਹਿੰਦਾ ਸੀਗਾ, ਵੇਲੇ ਇੱਕ ਵੇਲੇ ਤੂੰ ਬਾਈਬਲ ਪੜ੍ਹਨ ਦੇ ਵਿੱਚ ਲੱਗਿਆ ਰਹਿੰਦਾ ਸੀਗਾ, ਤੂੰ ਕਦੇ ਵੀ ਨਹੀਂ ਦੇਖਦਾ ਸੀ ਘਰ ਵਿੱਚ ਕੀ ਬਣਿਆ ਹੋਇਆ ਖਾਣ ਦੇ ਲਈ, ਲੇਕਿਨ ਤੂੰ ਵਰਤ ਕਰਦਾ ਸੀਗਾ, ਬਾਈਬਲ ਪੜ੍ਹਦਾ ਸੀਗਾ। ਇਹ ਨਹੀਂ ਦੇਖਦਾ ਦੂਰ ਨੇੜੇ ਬਰਸਾਤ ਕੈਸਾ ਮੌਸਮ, ਲੇਕਿਨ ਬੰਦਗੀ ਵਿੱਚ ਤੂੰ ਜਾਂਦਾ ਹੀ ਜਾਂਦਾ ਸੀਗਾ। ਮਤਲਬ ਕੀ? ਕਿਉਂਕਿ ਤੇਰੇ ਅੰਦਰ ਕੀ ਲੱਗੀ ਹੋਈ ਸੀ? ਇੱਕ ਅੱਗ ਲੱਗੀ ਸੀ। ਤੇਰੇ ਅੰਦਰ ਕੀ ਸੀਗੀ? ਇੱਕ ਅੱਗ ਲੱਗੀ ਸੀ। ਅੱਗ ਕੈਸੀ? ਕਿ ਬਸ ਮੈਂ ਆਪਣੇ ਪਰਮੇਸ਼ਵਰ ਨੂੰ ਕੀ ਕਰਨਾਗਾ? ਖੁਸ਼ ਕਰਨਾਗਾ। ਹਾਲੇਲੂਇਆ, ਹਾਲੇਲੂਇਆ। ਔਰ ਬਾਈਬਲ ਵਿੱਚ ਲਿਖਿਆ ਵੀ ਤੁਸੀਂ ਕੀ ਰਹੋ? ਗਰਮ ਰਹੋ। ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ ਵੀ ਕੋਈ ਧਰਮ ਦੇ ਕਾਰਨ ਬਹੁਤਿਆਂ ਦੀ ਪ੍ਰੀਤ ਕੀ ਹੋ ਜਾਊਗੀ? ਠੰਡੀ ਪੈ ਜਾਊਗਾ। ਅਗਰ ਠੰਡੇ ਪੈ ਚੁੱਕੇ ਹੋ ਤਾਂ ਪ੍ਰਭੂ ਯਿਸੂ ਮਸੀਹ ਕੀ ਕਹਿਣਾ ਚਾਹੁੰਦੇ ਨੇ? ਕਿ ਤੁਸੀਂ ਕੀ ਰਹੋ? ਗਰਮ ਹੋ ਜਾਓ। ਇਨਸਾਨ ਗਰਮ ਕਦੋਂ ਹੁੰਦਾ ਗਾ? ਕਿ ਜਦ ਇਨਸਾਨ ਜ਼ਿਆਦਾ ਬਾਈਬਲ ਪੜ੍ਹੇ, ਜ਼ਿਆਦਾ ਇਨਸਾਨ ਵਰਤ ਕਰੇ, ਜ਼ਿਆਦਾ ਇਨਸਾਨ ਸੰਗਤੀ ਕਰੇ, ਜ਼ਿਆਦਾ ਇਨਸਾਨ ਪ੍ਰਾਰਥਨਾ ਕਰੇ, ਤਾਂ ਫਿਰ ਕੀ ਹੁੰਦਾ? ਇਨਸਾਨ ਗਰਮ ਹੁੰਦਾ ਗਾ। ਔਰ ਲਿਖਿਆ ਬਾਈਬਲ ਦੇ ਵਿੱਚ ਪ੍ਰਕਾਸ਼ ਦੀ ਪੋਥੀ ਉਹਦਾ 3 ਅਧਿਆਇ ਉਹਦਾ 15 ਵਚਨ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਭਾਈ, ਤੂੰ ਨਾ ਤਾਂ ਠੰਡਾ ਹੈ ਨਾ ਤੱਤਾ। ਦੇਖੋ ਪਰਮੇਸ਼ਵਰ ਕਹਿੰਦੇ ਨੇ ਮੈਂ ਤੇਰੇ ਕੰਮਾਂ ਨੂੰ ਜਾਣਦਾਗਾ, ਤੂੰ ਨਾ ਠੰਡਾਗਾ ਨਾ ਤੱਤਾ। ਮੈਂ ਚਾਹੁੰਦਾ ਸਾਂ ਜੋ ਤੂੰ ਠੰਡਾ ਜਾਂ ਤੱਤਾ ਹੁੰਦਾ। ਮੈਂ ਤਾਂ ਇਹ ਚਾਹੁੰਦਾ ਸੀ ਜਾਂ ਤੂੰ ਠੰਡਾ ਹੀ ਹੋ ਜਾਂਦਾ ਬਿਲਕੁਲ ਹੀ, ਜਾਂ ਤੂੰ ਬਿਲਕੁਲ ਗਰਮ ਹੋ ਜਾਂਦਾ। ਸੋ ਤੂੰ ਸੀਲ ਗਰਮ ਜੋ ਹੈ। ਦੇਖੋ ਤੂੰ ਕੀ ਹੈ? ਸੀਲ ਗਰਮ, ਮਤਲਬ ਤੂੰ ਗੁਣਗੁਣਾ ਹੋ ਗਿਆ, ਨਾ ਤਾਂ ਠੰਡਾ ਹੀ ਹੈ ਨਾ ਤਾਂ ਗਰਮ ਹੀ ਹੈ। ਹੁਣ ਦੇਖੋ ਕਈ ਵਾਰ ਆਪਾਂ ਚਾਹ ਪੀਂਦੇ ਹਾਂ, ਜ਼ਿਆਦਾ ਇਨਸਾਨ ਜਮਾਂ ਹੀ ਚਾਹ ਠੰਡੀ ਪੀ ਲੈਂਦਾ ਅਗਰ ਬੱਚੇ, ਜਾਂ ਫਿਰ ਇਨਸਾਨ ਗਰਮ ਚਾਹ ਪੀਂਦਾ ਗਾ। ਅਗਰ ਚਾਹ ਹੋਰ ਤਰ੍ਹਾਂ ਦੀ ਹੋ ਜਾਂਦੀ, ਇੱਕ ਕਿਹੋ ਜਿਹੀ ਹੋ ਜਾਂਦੀ ਹੈ? ਨਾ ਠੰਡੀ ਜੀ ਨਾ ਤੱਤੀ ਜੀ। ਅਗਰ ਇਸ ਤਰ੍ਹਾਂ ਦੀ ਚਾਹ ਇਨਸਾਨ ਨੂੰ ਮਿਲੇ ਤਾਂ ਇਨਸਾਨ ਕੀ ਹੈ? ਉਸਨੂੰ ਇੱਕ ਘੁੱਟ ਭਰਦਾ ਗਾ, ਔਰ ਬਾਅਦ ਦੇ ਵਿੱਚ ਉਹ ਉਸਨੂੰ ਪੀਂਦਾ ਹੀ ਨਹੀਂ, ਮਤਲਬ ਉਹਨੂੰ ਮੂੰਹ ਦੇ ਵਿੱਚ ਵੀ ਕੱਢ ਦਿੰਦਾ ਗਾ। ਔਰ ਕੀ ਲਿਖਿਆ ਬਾਈਬਲ ਦੇ ਵਿੱਚ? ਸੋ ਤੂੰ ਸੀਲ ਗਰਮ ਜੋ ਹੈ, ਤੂੰ ਸੀਲ ਗਰਮ ਜੋ ਹੈ, ਨਾ ਤੱਤਾ ਨਾ ਠੰਡਾ। ਹਾਂ, ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ। ਦੇਖੋ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਿ ਅਗਰ ਤੂੰ ਸੀਲ ਗਰਮ ਹੈ, ਨਾ ਠੰਡਾ ਹੈ ਨਾ ਤੱਤਾ ਹੈ, ਤਾਂ ਮੈਂ ਕਿਤੇ ਨੂੰ ਕੀ ਕਰਾਂਗਾ? ਆਪਣੇ ਮੂੰਹ ਦੇ ਵਿੱਚੋਂ ਉਗਲ ਦਿਆਂਗਾ, ਮਤਲਬ ਮੈਂ ਤੈਨੂੰ ਛੱਡ ਦਿਆਂਗਾ। ਫਿਰ ਤੂੰ ਜੋ ਆਖਦਾ ਹੈ ਭਾਈ, ਹਾਂ ਬਸ ਦੇਖੋ ਇੱਥੇ ਕੀ ਲਿਖਿਆ ਹੈਗਾ ਵੀ ਤੂੰ ਕੀ ਕਰਦਾ? ਜਾਂ ਗਰਮ ਹੀ ਹੋ ਜਾਂਦਾ ਜਾਂ ਠੰਡਾ ਹੀ ਹੋ ਜਾਂਦਾ। ਲੇਕਿਨ ਪ੍ਰਭੂ ਯਿਸੂ ਮਸੀਹ ਸਾਡੇ ਇਹ ਨਹੀਂ ਚਾਹੁੰਦੇ ਕਿ ਤੁਸੀਂ ਠੰਡੇ ਹੋ ਜਾਓ। ਪ੍ਰਭੂ ਯਿਸੂ ਮਸੀਹ ਕੀ ਚਾਹੁੰਦੇ ਨੇ? ਕਿ ਤੁਸੀਂ ਕੀ ਹੋਵੋ? ਗਰਮ ਹੋਵੋ। ਕਿਉਂ ਗਰਮ ਹੋਵੋ? ਕਿਉਂਕਿ ਮੈਂ ਕੀ ਕਰਨਾ ਹੈ ਧਰਤੀ ਉੱਪਰ? ਮੈਂ ਤਾਂ ਅੱਗ ਲਗਾਉਣ ਆਇਆਗਾ, ਔਰ ਮੈਂ ਤਾਂ ਚਾਹੁੰਦਾ ਕਿ ਧਰਤੀ ਉੱਪਰ ਅੱਗ ਲੱਗ ਜਾਂਦੀ। ਲੇਕਿਨ ਕੁਝ ਸਮੇਂ ਦੇ ਵਿੱਚ ਇਨਸਾਨ ਨੂੰ ਸ਼ੁਰੂ ਵਿੱਚ ਅੱਗ ਲੱਗੀ ਹੁੰਦੀ ਹੈ। ਅੱਗ ਵੀ ਐਸੀ ਕਿ ਉਹ ਕਦੇ ਵੀ ਟਿਕ ਕੇ ਨਹੀਂ ਬੈਠ ਸਕਦਾ। ਕਿਸੇ ਇਨਸਾਨ ਨੂੰ ਦੇਖਿਓ ਕਿ ਅਗਰ ਐਸਾ ਕਦੇ ਦੇਖਿਓ ਤੁਸੀਂ ਸੀਰੀਅਲ ਦੇ ਵਿੱਚ ਦੇਖਿਆ ਹੋਵੇ, ਜਾਂ ਕਦੇ ਇਹ ਆਪਣੀ ਅੱਖੀ ਦੇਖਿਆ ਹੋਵੇ ਕਿਸੇ ਇਨਸਾਨ ਨੂੰ, ਮਤਲਬ ਐਸੀ ਅੱਗ ਲੱਗੀ ਹੋਵੇ ਰੀਅਲ ਦੇ ਵਿੱਚ, ਤਾਂ ਉਹ ਇਨਸਾਨ ਕਦੇ ਭੱਜਦਾ ਉੱਧਰ ਜਾਂਦਾ, ਭੱਜਦਾ ਉੱਧਰ, ਇਸ ਤਰ੍ਹਾਂ ਹੁੰਦਾ ਉਸ ਨਾਲ। ਉਹ ਇਨਸਾਨ ਇੱਕ ਜਗ੍ਹਾ ਖੜ ਕੇ ਨਹੀਂ ਰਹਿ ਸਕਦਾ। ਕਿਉਂ? ਕਿ ਉਸਨੂੰ ਅੱਗ ਲੱਗੀ ਹੁੰਦੀ ਹੈ, ਅੱਗ। ਲੇਕਿਨ ਇਹ ਅੱਗ ਜੋ ਸਾਡੇ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ, ਉਹ ਤਾਂ ਇਨਸਾਨ ਦੇ ਅੰਦਰ ਲਾਉਣਾ ਚਾਹੁੰਦੇ ਅੱਗ। ਉਹ ਇਨਸਾਨ ਦੇ ਅੰਦਰ ਐਸੀ ਅੱਗ ਲਗਾਉਣਾ ਚਾਹੁੰਦੇ ਨੇ ਕਿ ਇਨਸਾਨ ਉਹ ਟਿਕ ਕੇ ਬੈਠ ਨਾ ਸਕੇ। ਕਿਉਂ? ਮੈਂ ਤਾਂ ਪ੍ਰਭੂ ਯਿਸੂ ਮਸੀਹ ਦੀ ਗਵਾਹੀ ਦੇਣੀ ਹੈ, ਮੈਂ ਤਾਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਲੋਕਾਂ ਨੂੰ ਦੱਸਣਾਗਾ, ਮੈਂ ਤਾਂ ਪ੍ਰਾਰਥਨਾ ਕਰਨੀ ਹੈ, ਮੈਂ ਤਾਂ ਬਾਈਬਲ ਪੜ੍ਹਨੀ ਹੈ, ਮੈਂ ਤਾਂ ਆਪਣਾ ਸਮਾਂ ਬਰਬਾਦ ਨਹੀਂ ਕਰਨਾ। ਮਤਲਬ ਕੀ? ਕਿ ਇਨਸਾਨ ਦੇ ਅੰਦਰ ਇੱਕ ਅੱਗ ਲੱਗੀ ਹੋਣੀ ਚਾਹੀਦੀ ਹੈ। ਔਰ ਉਹੀ ਅੱਗ ਤਾਂ ਪ੍ਰਭੂ ਯਿਸੂ ਮਸੀਹ ਲਾਉਣ ਆਏ ਸੀਗੇ। ਔਰ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਕਿ ਤੂੰ ਕੀ ਹੈ? ਨਾ ਤਾਂ ਠੰਡਾ ਹੈਗਾ ਨਾ ਤੂੰ ਗਰਮ ਹੈ। ਤੂੰ ਕੀ ਬਣ ਚੁੱਕਿਆਗਾ? ਤੂੰ ਸੀਲ ਗਰਮ ਬਣ ਚੁੱਕਿਆ। ਮਤਲਬ ਪ੍ਰਭੂ ਯਿਸੂ ਮਸੀਹ ਤਾਂ ਇਹੀ ਕਹਿੰਦੇ ਨੇ ਕਿ ਮੈਂ ਤਾਂ ਇਹੀ ਚਾਹੁੰਦਾਗਾ ਕਿ ਤੂੰ ਕੀ ਬਣ ਜਾਂਦਾ? ਪੂਰੀ ਤਰ੍ਹਾਂ ਗਰਮ ਬਣ ਜਾ। ਅਗਰ ਠੰਡਾ ਪੈ ਚੁੱਕਿਆ ਤਾਂ ਕੋਈ ਗੱਲ ਨਹੀਂ, ਹੁਣ ਸਮਾਂ ਹੈ ਤੇਰੇ ਲਵੇ। ਲਗਾਤਾਰ ਪ੍ਰਾਰਥਨਾ ਕਰ, ਲਗਾਤਾਰ ਵਰਤ ਕਰ, ਲਗਾਤਾਰ ਬੰਦਗੀ ਕਰ, ਲਗਾਤਾਰ ਵਚਨ ਸੁਣ, ਵਚਨ ਪੜ੍ਹ, ਔਰ ਪਵਿੱਤਰ ਆਤਮਾ ਨਾਲ ਕੀ ਹੋ ਜਾ? ਤੂੰ ਭਰ ਜਾ। ਔਰ ਜਦ ਪਵਿੱਤਰ ਆਤਮਾ ਨਾਲ ਭਰ ਜਾਏਗਾ ਤਾਂ ਕੀ ਹੋ ਜਾਏਗਾ?
ਤੂੰ ਪੂਰੀ ਤਰ੍ਹਾਂ ਗਰਮ ਹੋ ਜਾਏਗਾ। ਦੇਖੋ ਪਰਮੇਸ਼ਵਰ ਦੇ ਵਚਨ ਦੇ ਵਿੱਚ ਕਈ ਲੋਕਾਂ ਦੇ ਵਿੱਚ ਅੱਗ ਲੱਗੀ ਸੀ। ਅੱਗ ਲੱਗੀ ਸੀ ਜਿਸ ਤਰ੍ਹਾਂ ਦੇਖੋ ਹੁਣ ਸੰਤ ਪਤਰਸ ਜਦ ਉਸਨੇ ਪਵਿੱਤਰ ਆਤਮਾ ਨੂੰ ਪਾਇਆ ਤਾਂ ਸਭ ਤੋਂ ਪਹਿਲਾਂ ਪਤਰਸ ਖੜਾ ਹੋ ਗਿਆ, ਉਸਨੇ ਜਾ ਕੇ ਪ੍ਰਚਾਰ ਕੀਤਾ, ਲੋਕਾਂ ਨੂੰ ਜਾ ਕੇ ਦੱਸਿਆ। ਕਿਉਂ? ਅੰਦਰ ਪਵਿੱਤਰ ਆਤਮਾ ਆ ਚੁੱਕਿਆ ਸੀਗਾ। ਹੁਣ ਲੋਕਾਂ ਤੋਂ ਡਰਦਾ ਨਹੀਂ ਸੀਗਾ। ਕੀ ਕਿਹਾ ਕਿ ਤੁਸੀਂ ਲੋਕਾਂ ਨੇ ਪਾਪ ਕੀਤਾ ਹੈ, ਪ੍ਰਭੂ ਯਿਸੂ ਮਸੀਹ ਨੂੰ ਮਾਰ ਦਿੱਤਾਗਾ, ਪ੍ਰਭੂ ਯਿਸੂ ਮਸੀਹ ਆਏਗਾ ਤੇ ਤੁਹਾਨੂੰ ਕੀ ਕਰੇਗਾ? ਉਹ ਤੁਹਾਡਾ ਨਾਸ਼ ਕਰੇਗਾ। ਦੇਖੋ ਜਦ ਅੱਗ ਲੱਗ ਚੁੱਕੀ ਸੀ ਉਹਦੇ ਅੰਦਰ ਤਾਂ ਦੇਖੋ ਉੱਥੇ ਪਹਿਲੀ ਵਾਰ 3000 ਲੋਕ ਬਚਾਏ ਗਏ। ਮਤਲਬ ਕਿ ਜੋ ਅੱਗ ਲੱਗੀ ਸੀ ਪਤਰਸ ਦੇ ਅੰਦਰ, ਅੱਗ ਲੱਗ ਚੁੱਕੀ ਸੀ, ਪਤਰਸ ਆਪਣੀ ਮੌਤ ਤੱਕ ਪਿੱਛੇ ਨਹੀਂ ਮੁੜਿਆ। ਪਤਰਸ ਅੱਗੇ ਵੱਧਦਾ ਚਲਾ ਗਿਆ, ਅੱਗੇ ਵੱਧਦਾ ਚਲਾ ਗਿਆ। ਸੰਤ ਪੌਲਸ ਦੇਖੋ ਜਦ ਉਸਨੇ ਪਵਿੱਤਰ ਆਤਮਾ ਪਾਇਆ ਤਾਂ ਕਿੰਨਾ ਜ਼ੋਰਾਂ ਨਾਲ ਕੰਮ ਕੀਤਾ ਪੌਲਸ ਨੇ, ਕਿੰਨੀ ਮਾਰ ਖਾਧੀ, ਕਿੰਨਾ ਦੁੱਖ ਸਹਿਣ ਕੀਤਾ, ਮਤਲਬ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਨੇ। ਕਿਉਂ? ਕਿਉਂਕਿ ਜੋ ਪਰਮੇਸ਼ਵਰ ਦੀ ਅੱਗ ਹੈ, ਜੋ ਪਰਮੇਸ਼ਵਰ ਦਾ ਕੰਮ ਕਰਨ ਦੀ ਅੱਗ ਹੈ, ਜਦੋਂ ਉਹ ਇਨਸਾਨ ਦੇ ਅੰਦਰ ਲੱਗ ਜਾਂਦੀ ਹੈ ਤਾਂ ਇਨਸਾਨ ਕਦੇ ਵੀ ਟਿਕ ਕੇ ਨਹੀਂ ਬੈਠ ਸਕਦਾ। ਅਗਰ ਜੋ ਇਨਸਾਨ ਟਿਕ ਕੇ ਬੈਠ ਰਿਹਾਗਾ ਤਾਂ ਸਮਝ ਲਓ ਉਹ ਕੀ ਹੈ? ਉਹ ਠੰਡਾ ਪੈ ਰਿਹਾਗਾ। ਔਰ ਦੇਖੋ ਪਰਮੇਸ਼ਵਰ ਦੇ ਬਾਈਬਲ ਦੇ ਵਿੱਚ ਕੁਝ ਲੋਕ ਆਏ ਵੀ ਬਾਈਬਲ ਦੇ ਵਿੱਚ ਆਏ, ਆਪਾਂ ਦੇਖਾਂਗੇ ਇਹ ਪਹਿਲਾ ਤਿਮੋਥੀਅਸ ਉਹਦਾ 1 ਅਧਿਆਇ ਉਹਦਾ 19 ਔਰ 20। ਅਤੇ ਨੇਚਾ ਅਤੇ ਸ਼ੁੱਧ ਮਨ ਨੂੰ ਤਗੜਿਆ ਰੱਖੀ, ਜਿਹਨੂੰ ਕਈਆਂ ਨੇ ਛੱਡ ਕੇ ਨੇਚਾ ਦੀ ਬੇੜੀ ਡੋਬ ਦਿੱਤੀ। ਉਹਨਾਂ ਵਿੱਚ ਹੁਮਾਨੀਓਸ ਅਤੇ ਸਿਕੰਦਰ ਹਨ, ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਗੋਚਰੇ ਕਰ ਦਿੱਤਾ। ਭਾਈ ਤਾੜਨਾ ਪਾ ਕੇ ਉਹ ਕੁਫਰ ਦੀਆਂ ਗੱਲਾਂ ਨਾ ਬਕਣ। ਦੇਖੋ ਇਹ ਲੋਕ ਵੀ ਸੀਗੇ, ਸੁਣੋ ਧਿਆਨ ਨਾਲ ਪਰਮੇਸ਼ਰ ਦੇ ਵਚਨ ਨੂੰ। ਇਹ ਲੋਕ ਸੀਗੇ ਜੋ ਮਸੀਹ ਦੇ ਵਿੱਚ ਆਏ। ਇੱਕ ਵਾਰ ਤਾਂ ਇਹਨਾਂ ਦੇ ਅੰਦਰ ਅੱਗ ਲੱਗੀ ਹੋ, ਲੇਕਿਨ ਇਹਨਾਂ ਨੇ ਕੀ ਕੀਤਾ? ਜੇ ਆਪਣੇ ਵਿਸ਼ਵਾਸ ਨੂੰ ਛੱਡ ਬੈਠੇ, ਵਿਸ਼ਵਾਸ ਨੂੰ ਛੱਡ ਬੈਠੇ ਤਾਂ ਕੀ ਪੈ ਗਏ? ਇਹ ਵੀ ਠੰਡੇ ਪੈ ਗਏ। ਠੰਡੇ ਪੈਣ ਦਾ ਕਾਰਨ ਕੀ ਸੀਗਾ? ਹਾਂ, ਉਹ ਨਹੀਂ ਆਪਾਂ ਕਹਿ ਸਕਦੇ, ਲੇਕਿਨ ਇਹਨਾਂ ਨੂੰ ਜਾਂ ਤਾਂ ਸੰਗਤੀ ਛੱਡਤੀ ਜਾਂ ਤਾਂ ਪਰਮੇਸ਼ਰ ਨਾਲ ਅੱਗੇ ਵਧਣਾ ਛੱਡਤਾ। ਕੁਝ ਵੀ ਇਹਨਾਂ ਦੇ ਜੀਵਨ ਦੇ ਵਿੱਚ ਹੋਇਆ, ਲੇਕਿਨ ਇਹਨਾਂ ਲੋਕਾਂ ਨੇ ਲਿਖਿਆਗਾ ਕਿ ਇਹ ਲੋਕ ਕੀ ਹੋ ਗਏ? ਨੇਚਰ ਨੂੰ ਛੱਡ ਬੈਠੇ, ਔਰ ਜੋ ਵਿਸ਼ਵਾਸ ਦਾ ਜਹਾਜ਼ ਸੀਗਾ ਉਸਨੂੰ ਇਹ ਡੋਬ ਬੈਠੇ। ਮਤਲਬ ਕੌਣ ਸੀਗੇ? ਸਿਕੰਦਰ ਤੇ ਹੁਮਨਿਆਸ। ਦੇਖੋ ਇਹ ਲੋਕੀ ਹੋ ਗਏ, ਇਹ ਠੰਡੇ ਪੈ ਚੁੱਕੇ ਸੀਗੇ, ਔਰ ਠੰਡੇ ਪੈ ਚੁੱਕੇ ਸੀਗੇ। ਔਰ ਇਹਨਾਂ ਦੇ ਲਈ ਪਰਮੇਸ਼ਰ ਦੇ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆਗਾ। ਫਿਰ ਲਿਖਿਆ ਦੂਜਾ ਤਿਮੋਥੀਅਸ 4 ਅਧਿਆਇ ਉਹਦਾ 10 ਵਚਨ, 4 ਅਧਿਆਇ ਉਹਦਾ 10 ਵਚਨ। ਕਿਉਂ ਜੋ ਦਿਮਾਸ ਨੇ ਇਸ ਵਰਤਮਾਨ ਯੁੱਗ ਨਾਲ ਮੋਹ ਲਾ ਕੇ ਮੈਨੂੰ ਛੱਡ ਦਿੱਤਾ। ਦੇਖੋ ਦਿਮਾਸ, ਦਿਮਾਸ ਕੌਣ ਸੀਗਾ? ਕਿ ਜੋ ਸੰਤ ਪੌਲਸ ਦੇ ਨਾਲ ਚੱਲਦਾ ਸੀਗਾ। ਔਰ ਸੰਤ ਪੌਲਸ ਦੇਖੋ ਉਹ ਐਸਾ ਪਰਮੇਸ਼ਰ ਦਾ ਦਾਸ, ਐਸਾ ਪਰਮੇਸ਼ਰ ਦਾ ਦਾਸ ਕਿ ਜੋ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਜਿਸਨੇ। ਲੇਕਿਨ ਉਸਨੇ ਕੀ ਕੀਤਾ ਕਿ ਉਸਨੇ ਜਦ ਪਰਮੇਸ਼ਰ ਦੀ ਸੱਚਾਈ ਨੂੰ ਜਾਣਿਆ ਤਾਂ ਪਰਮੇਸ਼ਰ ਦੇ ਵਿੱਚ, ਪ੍ਰਭੂ ਯਿਸੂ ਮਸੀਹ ਦੇ ਵਿੱਚ ਵਧਣਾ ਸ਼ੁਰੂ ਕੀਤਾ। ਉਹਦੇ ਨਾਲ ਦਿਮਾਸ ਵੀ ਆ ਗਿਆ। ਔਰ ਦਿਮਾਸ ਨੇ ਕੀ ਕੀਤਾ? ਇਸ ਵਰਤਮਾਨ ਯੁੱਗ ਦੇ ਨਾਲ, ਮਤਲਬ ਸੰਸਾਰ ਦੇ ਵਿੱਚ ਆਪਣਾ ਮਨ ਲਗਾ ਲਿਆ ਔਰ ਸੰਤ ਪੌਲਸ ਨੂੰ ਛੱਡ ਕੇ ਚਲਾ ਗਿਆ। ਦੇਖੋ ਇੱਕ ਵਾਰ ਤਾਂ ਦਿਮਾਸ ਦੇ ਅੰਦਰ ਵੀ ਅੱਗ ਲੱਗ ਚੁੱਕੀ ਸੀ। ਇੱਕ ਵਾਰ ਤਾਂ ਦਿਮਾਸ ਵੀ ਚਾਹੁੰਦਾ ਸੀਗਾ ਕਿ ਮੈਂ ਲੋਕਾਂ ਨੂੰ ਬਚਾਵਾਂ। ਇੱਕ ਵਾਰ ਤਾਂ ਦਿਮਾਸ ਵੀ ਚਾਹੁੰਦਾ ਸੀਗਾ ਕਿ ਮੈਂ ਲੋਕਾਂ ਵਿੱਚ ਜਾ ਕੇ ਪਰਮੇਸ਼ਵਰ ਦੇ ਕੰਮ ਕਰਾਂ। ਇੱਕ ਵਾਰ ਤਾਂ ਦਿਮਾਸ ਵੀ ਚਾਹੁੰਦਾ ਸੀਗਾ ਕਿ ਮੇਰਾ ਇਸਤੇਮਾਲ ਹੋਵੇ। ਲੇਕਿਨ ਦਿਮਾਸ ਕੀ ਹੋਇਆ? ਪਰਮੇਸ਼ਵਰ ਨੂੰ ਛੱਡ ਬੈਠਾ। ਮਤਲਬ ਛੱਡਣ ਦਾ ਕਾਰਨ ਕੀ ਸੀਗਾ? ਕਿ ਉਹ ਠੰਡਾ ਪੈ ਚੁੱਕਿਆ ਸੀਗਾ। ਉਹ ਠੰਡਾ ਪੈ ਚੁੱਕਿਆ ਸੀ। ਜੋ ਅੱਗ ਉਹਦੇ ਅੰਦਰ ਲੱਗੀ ਸੀ ਉਹ ਅੱਗ ਹੌਲੀ ਹੌਲੀ ਉਸਨੇ ਬੁਝਾ ਲਈ। ਅੱਗ ਕਦ ਬੁਝਦੀ ਹੈ? ਅੰਗੀਠੀ ਦੇਖੋ, ਅੰਗੀਠੀ ਵਿੱਚ ਕਿੰਨੇ ਕੋਲੇ ਹੁੰਦੇ ਨੇ। ਅਗਰ ਉਹ ਕੋਲੇ ਸਾਰੇ ਇਕੱਠੇ ਰਹਿਣ ਤਾਂ ਕੀ ਹੈ? ਉਹ ਇੱਕ ਦੂਜੇ ਨਾਲ ਮਿਲੇ ਰਹਿੰਦੇ ਨੇ, ਔਰ ਉਹਨਾਂ ਦੇ ਵਿੱਚ ਕੀ ਹੈ? ਉਹ ਏਕਤਾ ਬਣੀ ਰਹਿੰਦੀ ਹੈ। ਉਹਨਾਂ ਵਿੱਚ ਕੀ ਹੈ? ਉਹ ਅੱਗ ਬਣੀ ਰਹਿੰਦੀ ਹੈ। ਅਗਰ ਇੱਕ ਕੋਲੇ ਨੂੰ ਉਸ ਅੰਗੀਠੀ ਵਿੱਚੋਂ ਬਾਹਰ ਕੱਢ ਕੇ ਸਾਈਡ ਤੇ ਰੱਖ ਦਿਓ ਤਾਂ ਉਹ ਕੀ ਹੈ? ਹੌਲੀ ਠੰਡਾ ਹੋ ਜਾਂਦਾ ਹੈਗਾ। ਔਰ ਉਸ ਤੋਂ ਬਾਅਦ ਉਸ ਦੇ ਉੱਪਰ ਰਾਖ ਜੰਮ ਜਾਂਦੀ ਹੈ। ਫਿਰ ਉਹ ਕਿਸੇ ਵੀ ਕੰਮ ਦਾ ਨਹੀਂ। ਇਸੇ ਤਰ੍ਹਾਂ ਇਨਸਾਨ ਜਦ ਸੰਗਤੀ ਛੱਡਦਾ ਹੈਗਾ, ਜਦ ਇਨਸਾਨ ਸੰਗਤੀ ਵਿੱਚੋਂ ਬਾਹਰ ਜਾਂਦਾ ਹੈਗਾ ਤਾਂ ਕੀ ਹੋ ਜਾਂਦਾ ਹੈਗਾ? ਉਹ ਠੰਡਾ ਪੈਣਾ ਸ਼ੁਰੂ ਹੋ ਜਾਂਦਾ ਹੈਗਾ। ਉਸਨੂੰ ਪਤਾ ਨਹੀਂ ਚੱਲਦਾ, ਲੇਕਿਨ ਉਹਦੀ ਜਿਹੜੀ ਦੌੜ ਹੈ, ਜਿਹੜੀ ਉਹਦੇ ਅੰਦਰ ਅੱਗ ਲੱਗੀ ਹੁੰਦੀ ਹੈ, ਉਹ ਅੱਗ ਕੀ ਹੈ? ਆਹਿਸਤਾ ਠੰਡੀ ਹੋ ਜਾਂਦੀ ਹੈ। ਜਿਸ ਦੇ ਕਾਰਨ ਕੀ ਹੈ? ਪਰਮੇਸ਼ਵਰ ਉਸ ਤੋਂ ਦੁਖੀ ਹੁੰਦੇ ਨੇ। ਪਰਮੇਸ਼ਵਰ ਉਸ ਨੂੰ ਕਹਿੰਦੇ ਨੇ ਕਿ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾਂਗਾ। ਹੁਣ ਦੇਖੋ ਇੱਕ ਵਾਰ ਤਾਂ ਹਨਨਿਆ ਤੇ ਸਫੀਰਾ ਵੀ, ਉਹ ਵੀ ਤਾਂ ਇਸੇ ਕਲੀਸਿਆ ਵਿੱਚ ਜੁੜ ਚੁੱਕੇ ਸੀਗੇ, ਜਿਹੜੀ ਕਲੀਸਿਆ ਪ੍ਰਭੂ ਯਿਸੂ ਮਸੀਹ ਨੇ ਪਤਰਸ ਉੱਪਰ ਬਣਾਈ ਸੀਗੀ। ਲੇਕਿਨ ਦੇਖੋ ਉਹ ਵੀ ਤਾਂ ਸਭ ਕੁਝ ਕਰਨ ਦੇ ਲਈ ਤਿਆਰ ਹੋ ਚੁੱਕੇ ਸੀਗੇ ਕਿ ਸਾਡੀ ਜੋ ਜ਼ਮੀਨ ਹੈ ਅਸੀਂ ਉਸ ਜ਼ਮੀਨ ਨੂੰ ਵੇਚ ਕੇ ਕੀ ਕਰਾਂਗੇ? ਰਸੂਲਾਂ ਦੇ ਚਰਨਾਂ ਵਿੱਚ ਰੱਖਾਂਗੇ। ਲੇਕਿਨ ਕਿਸੇ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਲਾਲਚ ਆ ਗਿਆ। ਲੇਕਿਨ ਹੋਇਆ ਕੀ? ਲਾਲਚ ਆਉਣ ਦੀ ਵਜ੍ਹਾ ਕਰਕੇ ਉਹ ਲੋਕ ਕੀ ਹੋ ਗਏ? ਠੰਡੇ ਪੈਣੇ ਸ਼ੁਰੂ ਹੋ ਗਏ। ਅੱਛਾ ਠੰਡੇ ਪੈ ਗਏ ਤਾਂ ਉਹਨਾਂ ਲੋਕਾਂ ਨੇ ਕੀ ਕੀਤਾ? ਪਾਪ ਕੀਤਾ। ਔਰ ਪਾਪ ਦੀ ਵਜ੍ਹਾ ਕਰਕੇ ਉਹਨਾਂ ਨੂੰ ਕੀ ਹੋ ਗਿਆ? ਉਹ ਤਾਂ ਮਰਨਾ ਪੈ ਗਿਆ। ਕਹਿਣ ਦਾ ਮਤਲਬ ਕਿ ਜੋ ਪ੍ਰਭੂ ਯਿਸੂ ਮਸੀਹ ਅੱਗ ਲਾਉਣਾ ਚਾਹੁੰਦੇ ਨੇ, ਉਹ ਅੱਗ ਹਰ ਇੱਕ ਇਨਸਾਨ ਦੇ ਅੰਦਰ ਇੱਕ ਵਾਰ ਤਾਂ ਲੱਗਦੀ ਹੈ। ਹਰ ਇੱਕ ਇਨਸਾਨ ਦੇ ਅੰਦਰ ਉਹ ਅੱਗ ਲੱਗਦੀ ਹੈ।
ਇੱਕ ਵਾਰ ਫਿਰ ਪੜੋ ਵਚਨ, ਮੱਤੀ ਸੌਰੀ ਲੂਕਾ ਉਹਦਾ 12 ਅਧਿਆਇ ਉਹਦਾ 49 ਵਚਨ। ਮੈਂ ਧਰਤੀ ਉੱਤੇ ਅੱਗ ਲਾਉਣ ਆਇਆ। ਦੇਖੋ ਪ੍ਰਭੂ ਯਿਸੂ ਮਸੀਹ ਇਹੀ ਕਹਿੰਦੇ ਨੇ ਕਿ ਮੈਂ ਧਰਤੀ ਉੱਪਰ ਕੀ ਕਰਨਾ ਹੈਗਾ, ਮੈਂ ਤਾਂ ਅੱਗ ਲਾਉਣ ਆਇਆਗਾ। ਪ੍ਰਭੂ ਯਿਸੂ ਮਸੀਹ ਸਾਫ਼ ਕਹਿੰਦੇ ਨੇ ਕਿ ਇਸ ਧਰਤੀ ਉੱਪਰ ਮੈਂ ਕੀ ਕਰਨਾ ਹੈਗਾ, ਅੱਗ ਲਾਉਣ ਆਇਆਗਾ। ਹਾਂ, ਅਤੇ ਕਾਸ਼ ਕਿ ਉਹ ਹੁਣ ਲੱਗ ਚੁੱਕੀ ਹੋਈ ਹੁੰਦੀ। ਕਾਸ਼ ਉਹ ਅੱਗ ਲੱਗ ਚੁੱਕੀ ਹੁੰਦੀ। ਦੇਖੋ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ, ਇਹਦਾ ਮਤਲਬ ਜੋ ਇਨਸਾਨ ਪ੍ਰਭੂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਦਾਗਾ, ਜੋ ਇਨਸਾਨ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਉਂਦਾਗਾ, ਉਸ ਦੇ ਅੰਦਰ ਇੱਕ ਵਾਰ ਤਾਂ ਅੱਗ ਲੱਗ ਹੀ ਜਾਂਦੀ ਹੈ। ਕਿਉਂ? ਕਿਉਂਕਿ ਜਦ ਉਸਨੂੰ ਸ਼ਾਂਤੀ ਮਿਲਦੀ ਹੈ, ਜਦ ਉਸਨੂੰ ਪਾਪਾਂ ਤੋਂ ਮਾਫੀ ਮਿਲਦੀ ਹੈ, ਜਦ ਉਸਨੂੰ ਪਵਿੱਤਰ ਆਤਮਾ ਮਿਲਦਾਗਾ, ਤਾਂ ਇਸ ਇਨਸਾਨ ਦੇ ਅੰਦਰ ਉਹ ਦੌੜ, ਉਹ ਅੱਗ, ਉਹ ਇੱਕ ਵਾਰ ਤਾਂ ਬਹੁਤ ਜ਼ੋਰ ਦੀ ਕੰਮ ਕਰਦੀ ਹੈ। ਅਗਰ ਉਹ ਇਨਸਾਨ ਉਸੇ ਅੱਗ ਦੇ ਵਿੱਚ ਬਣਿਆ ਰਹਿੰਦਾਗਾ, ਅਗਰ ਉਸੇ ਅੱਗ ਦੇ ਅਨੁਸਾਰ ਮਤਲਬ ਜੋ ਉਹਦੇ ਅੰਦਰ ਲੱਗੀ ਹੁੰਦੀ ਹੈ, ਅਗਰ ਉਹ ਉਸੇ ਤਰ੍ਹਾਂ ਕੰਮ ਕਰਦਾ ਰਹਿੰਦਾਗਾ, ਤਾਂ ਅਗਰ ਉਹ ਲਗਾਤਾਰ ਸੰਗਤੀ ਵਿੱਚ ਬਣਿਆ ਰਹਿੰਦਾਗਾ, ਅਗਰ ਲਗਾਤਾਰ ਉਹ ਪਰਮੇਸ਼ਵਰ ਦੀ ਆਗਿਆਕਾਰੀ ਵਿੱਚ ਬਣਿਆ ਰਹਿੰਦਾਗਾ, ਤਾਂ ਫਿਰ ਹੁੰਦਾ ਕੀ ਹੈ ਕਿ ਉਸ ਇਨਸਾਨ ਦੇ ਅੰਦਰ ਉਹ ਅੱਗ ਲੱਗੀ ਰਹਿੰਦੀ ਹੈ, ਲੱਗੀ ਰਹਿੰਦੀ ਹੈ ਉਹ ਅੱਗ। ਅਗਰ ਇਨਸਾਨ ਨੂੰ ਠੰਡਾ ਪੈ ਜਾਏ, ਅਗਰ ਇਨਸਾਨ ਠੰਡਾ ਪੈ ਜਾਏ, ਤਾਂ ਫਿਰ ਉਸ ਦੇ ਅੰਦਰ ਜੋ ਅੱਗ ਲੱਗੀ ਹੋਈ ਹੈ ਉਹ ਕੀ ਹੈ, ਆਹਿਸਤਾ 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 ਬੁਝਣੀ ਬੰਦ ਹੋ ਜਾਂਦੀ ਹੈ, ਬੁਝ ਕੇ ਉਹ ਬੰਦ ਹੋ ਜਾਂਦੀ ਹੈ। ਮਤਲਬ ਫਿਰ ਉਸ ਦੇ ਅੰਦਰ ਉਹ ਜੋਸ਼ ਉਹ ਰਹਿੰਦਾ ਨਹੀਂ ਹੈ, ਫਿਰ ਉਹਦੇ ਅੰਦਰ ਉਹ ਤਾਕਤ ਰਹਿੰਦੀ ਨਹੀਂ ਹੈ। ਹੁਣ ਦੇਖੋ ਜੋ ਪਰਮੇਸ਼ਵਰ ਹੈ ਉਹ ਕੀ ਹੈ, ਅਣਖੀ ਹੈ। ਅਣਖੀ ਮਤਲਬ ਉਹ ਤਾਂ ਜਲਨ ਰੱਖਣ ਵਾਲੇ ਪਰਮੇਸ਼ਵਰ ਨੇ, ਔਰ ਪਰਮੇਸ਼ਵਰ ਵੀ ਐਸੇ ਲੋਕਾਂ ਨੂੰ ਚਾਹੁੰਦਾਗਾ ਕਿ ਐਸੇ ਹੀ ਲੋਕ ਹੋਣ ਜੋ ਪਰਮੇਸ਼ਵਰ ਦੇ ਲਈ ਕੀ ਰੱਖਣ, ਜਲਨ ਰੱਖਣ। ਜਿਸ ਤਰ੍ਹਾਂ ਦੇਖੋ ਫੀਨਹਾਸ ਨੇ ਕੀ ਰੱਖੀ ਸੀ, ਜਲਨ ਰੱਖੀ ਸੀਗੀ। ਜਦ ਉਸਨੇ ਉਸ ਇਨਸਾਨ ਨੂੰ ਖਤਮ ਕਰ ਦਿੱਤਾ ਤਾਂ ਪਰਮੇਸ਼ਵਰ ਦਾ ਜੋ ਕ੍ਰੋਧ ਸੀਗਾ ਉਸੇ ਟਾਈਮ ਇਸਰਾਏਲੀਆਂ ਦੇ ਉੱਪਰੋਂ ਰੁਕ ਚੁੱਕਿਆ ਸੀਗਾ, ਔਰ 24,000 ਲੋਕ ਮਰ ਚੁੱਕੇ ਸੀ ਉਸ ਟਾਈਮ। ਦੇਖੋ ਪਰਮੇਸ਼ਵਰ ਨੇ ਕੀ ਕਿਹਾ ਕਿ ਫੀਨਹਾਸ ਨੇ ਮੇਰੀ ਅਣਖ ਵਰਗੀ ਅਣਖ ਰੱਖੀ ਹੋਈ ਹੈ। ਮਤਲਬ ਉਹ ਜਲਨ, ਮਤਲਬ ਜੋ ਪਰਮੇਸ਼ਵਰ ਰੱਖਦੇ ਨੇ, ਮਤਲਬ ਉਹੀ ਜਲਨ ਤਾਂ ਪ੍ਰਭੂ ਯਿਸੂ ਮਸੀਹ ਪੈਦਾ ਕਰਨਾ ਹੈ ਇਨਸਾਨ ਦੇ ਅੰਦਰ। ਅੱਜ ਦੇਖੋ ਅਗਰ ਕਿਸੇ ਦੇ ਅੰਦਰ ਇਹ ਅਣਖ ਹੋਵੇ ਕਿ ਮੈਂ ਲੋਕਾਂ ਨੂੰ ਬਚਾਉਣਾਗਾ, ਅੱਜ ਅਗਰ ਕਿਸੇ ਦੇ ਅੰਦਰ ਇਹ ਅਣਖ ਹੋਵੇ ਕਿ ਮੈਂ ਲੋਕਾਂ ਵਿੱਚ ਗਵਾਹੀ ਦੇਣੀ ਹੈ, ਅੱਜ ਅਗਰ ਕਿਸੇ ਦੇ ਅੰਦਰ ਇਹ ਅਣਖ ਹੋਵੇ ਕਿ ਮੈਂ ਪ੍ਰਭੂ ਯਿਸੂ ਮਸੀਹ ਦਾ ਕੰਮ ਕਰਨਾਗਾ, ਮੈਂ ਪ੍ਰਭੂ ਯਿਸੂ ਮਸੀਹ ਦਾ ਕੰਮ ਕਰਨ ਦੇ ਲਈ ਮੈਂ ਕੀ ਹੈ ਇਸਤੇਮਾਲ ਹੋਣਾਗਾ, ਅਗਰ ਇਸੇ ਇਨਸਾਨ ਅੱਗ ਨੂੰ ਫੜ ਕੇ ਰੱਖੇ, ਇਸੇ ਅਣਖ ਅਨੁਸਾਰ ਇਨਸਾਨ ਚੱਲਦਾਗਾ, ਤਾਂ ਫਿਰ ਉਹ ਅੱਗ ਉਹਦੇ ਅੰਦਰ ਲੱਗੀ ਰਹਿੰਦੀ ਹੈ, ਔਰ ਉਹ ਇਨਸਾਨ ਕਦੇ ਵੀ ਟਿਕ ਕੇ ਨਹੀਂ ਬੈਠ ਸਕਦਾ। ਲੇਕਿਨ ਜੋ ਇਨਸਾਨ ਟਿਕ ਕੇ ਬੈਠਦਾਗਾ ਤਾਂ ਉਹਦੇ ਅੰਦਰ ਜੋ ਅੱਗ ਦਾ ਸੇਕ ਸੀਗਾ, ਜੋ ਅੱਗ ਲੱਗੀ ਹੋਈ ਸੀ, ਉਹ ਅੱਗ ਹੁਣ ਕੀ ਹੈ, ਉਹ ਆਹਿਸਤਾ ਆਹਿਸਤਾ ਠੰਡੀ ਪੈਣ ਲੱਗੀ। ਮੈਂ ਕਈ ਲੋਕਾਂ ਨੂੰ ਦੇਖਦਾਗਾ, ਉਹ ਲੋਕ ਕਹਿੰਦੇ ਨੇ ਅਸੀਂ ਜਦ ਸ਼ੁਰੂਆਤ ਦੇ ਵਿੱਚ ਆਏ ਸੀ ਮਸੀਹ ਦੇ ਵਿੱਚ, ਅਸੀਂ ਲਗਾਤਾਰ ਵਰਤ ਕੀਤੇ, ਅਸੀਂ ਬੜੀ ਬੰਦਗੀਆਂ ਕੀਤੀਆਂ, ਅਸੀਂ ਬੜੀ ਦੂਰ ਦੂਰ ਬੰਦਗੀ ਵਿੱਚ ਜਾਂਦੇ ਸੀਗੇ, ਅਸੀਂ ਬੜੀ ਪ੍ਰਾਰਥਨਾ ਕੀਤੀ, ਅਸੀਂ ਹਰ ਵਾਰ ਇਕੱਠੇ ਹੁੰਦੇ ਸੀਗੇ, ਹਰ ਰੋਜ਼ ਇਕੱਠੇ ਹੁੰਦੇ ਸੀਗੇ, ਅਸੀਂ ਕੰਮਕਾਰ ਕਰਕੇ ਇੱਕ ਜਗ੍ਹਾ ਤੇ ਇਕੱਠੇ ਹੋ ਜਾਂਦੇ ਸੀ, ਉੱਥੇ ਪ੍ਰਾਰਥਨਾ ਕਰਦੇ ਸੀਗੇ। ਫਿਰ ਹੁਣ ਨਹੀਂ ਹੁੰਦਾ। ਇਹਦਾ ਮਤਲਬ ਕਿ ਜੋ ਅੱਗ ਸੀਗੀ ਉਹ ਅੱਗ ਕੀ ਹੈ, ਅੱਗ ਹੁਣ ਠੰਡੀ ਪੈ ਚੁੱਕੀ। ਹੁਣ ਤਾਂ ਅਗਰ ਦੂਜਾ ਸਾਹਮਣੇ ਮਸੀਹ ਬੰਦਾ ਮਿਲ ਜੇ, ਉਹਨੂੰ ਜੈ ਮਸੀਹ ਤੱਕ ਨਹੀਂ ਕਹਿੰਦੇ, ਉਹਨੂੰ ਤਾਂ ਹਾਲੇਲੂਇਆ ਤੱਕ ਨਹੀਂ ਕਹਿੰਦੇ। ਕਿਉਂ? ਕਿਉਂਕਿ ਪਹਿਲੇ ਵਾਲੀ ਅੱਗ ਕੀ ਸੀਗੀ, ਉਹ ਤਾਂ ਬੰਦ ਹੋ ਚੁੱਕੀ ਹੈ। ਔਰ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ ਕਿ ਇੱਕ ਧਰਮ ਦੇ ਵਧਣ ਦੇ ਕਰਕੇ ਕੀ ਹੈ, ਬਹੁਤਿਆਂ ਦੀ ਪ੍ਰੀਤ ਠੰਡੀ ਪੈ ਜਾਏਗੀ। ਅੱਜ ਦੇਖੋ ਜ਼ਿਆਦਾਤਰ ਇਹ ਕੰਮ ਦੇਖਣ ਨੂੰ ਮਿਲਦਾਗਾ। ਅੱਜ ਅਗਰ ਇੱਕ ਵਿਸ਼ਵਾਸੀ ਨੂੰ ਦੂਜਾ ਵਿਸ਼ਵਾਸੀ ਮਿਲ ਜਾਏ, ਤਾਂ ਅਗਰ ਦੋ ਬੰਦੇ ਦੂਜੇ ਖੜੇ ਨੇ ਤਾਂ ਉੱਥੇ ਉਹ ਇੱਕ ਦੂਜੇ ਨੂੰ ਜੈ ਮਸੀਹ ਤੱਕ ਨਹੀਂ ਕਹਿ ਸਕਦੇ। ਕਿਉਂ? ਕਿਉਂਕਿ ਜੋ ਪਹਿਲਾਂ ਵਾਲਾ ਪ੍ਰੇਮ ਸੀਗਾ ਉਹ ਠੰਡਾ ਪੈ ਚੁੱਕਿਆਗਾ। ਲੇਕਿਨ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਸੀਗੇ, ਕਾਸ਼ ਉਹ ਅੱਗ ਲੱਗੀ ਰਹਿੰਦੀ ਜਿਹੜੀ ਅੱਗ ਮੈਂ ਲਾਉਣ ਆਇਆਗਾ। ਔਰ ਅੱਜ ਆਪਾਂ ਜੋ ਵਚਨ ਪੜ੍ਹਿਆ ਬਾਈਬਲ ਦੇ ਵਿੱਚ, ਆਪਾਂ ਪੜ੍ਹਿਆ ਪਹਿਲਾ ਥੈਸਲੁਕੀਆ 5:12 ਤੋਂ ਲੈ ਕੇ 28 ਤੱਕ। ਆਪਾਂ ਪੜਾਂਗੇ ਪਹਿਲਾ ਥੈਸਲੁਕੀਆ ਉਹਦਾ 5 ਅਧਿਆਇ ਉਹਦਾ 19। ਆਤਮਾ ਨੂੰ ਨਾ ਬੁਝਾਓ। ਦੇਖੋ ਬਾਈਬਲ ਦੇ ਵਿੱਚ ਕੀ ਲਿਖਾਗਾ, ਆਤਮਾ ਨੂੰ ਨਾ ਬੁਝਾਓ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਆਤਮਾ ਨੂੰ ਕੀ ਹੈ, ਨਾ ਬੁਝਾਓ। ਇਹਦਾ ਮਤਲਬ ਕਿ ਅਗਰ ਸੰਗਤੀ ਨਹੀਂ ਕਰੋਗੇ, ਅਗਰ ਵਰਤਨ ਨਹੀਂ ਕਰੋਗੇ, ਅਗਰ ਪ੍ਰਾਰਥਨਾ ਨਹੀਂ ਕਰੋਗੇ, ਅਗਰ ਬਾਈਬਲ ਨਹੀਂ ਪੜੋਗੇ, ਤਾਂ ਆਤਮਾ ਕੀ ਹੈ, ਹੌਲੀ 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 ਬੁਝਦਾ ਇੱਕ ਦਿਨ ਉਹ ਬੰਦ ਹੋ ਜਾਏਗਾ। ਮਤਲਬ ਕਿ ਪ੍ਰਭੂ ਯਿਸੂ ਮਸੀਹ ਕੀ ਕਹਿਣਾ ਚਾਹੁੰਦੇ ਨੇ ਵੀ ਆਤਮਾ ਨੂੰ ਬੁਝਣ ਨਾ ਦਿਓ, ਆਤਮਾ ਨੂੰ ਨਾ ਬੁਝਾਓ। ਮਤਲਬ ਆਤਮਾ ਨੂੰ ਬੁਝਣ ਨਾ ਦਿਓ। ਆਤਮਾ ਕਦ ਬੁਝੂਗਾ ਕਿ ਜਦ ਉਸਨੂੰ ਕੁਝ ਮਿਲਣਾ ਹੀ ਨਹੀਂ ਹੈ। ਮਿਲਣਾ ਹੀ ਨਹੀਂ ਮਤਲਬ ਜਦ ਉਸਨੂੰ ਸੰਗਤੀ ਨਹੀਂ ਮਿਲਣੀ, ਜਦ ਉਸਨੂੰ ਪ੍ਰਭੂ ਭੋਜ ਦੇ ਵਿੱਚ ਯਿਸੂ ਮਸੀਹ ਦਾ ਮਾਸ ਨਹੀਂ ਮਿਲਣਾ, ਜਦ ਪ੍ਰਭੂ ਯਿਸੂ ਮਸੀਹ ਦਾ ਲਹੂ ਨਹੀਂ ਮਿਲਣਾ, ਜਦ ਉਸਨੇ ਵਰਤ ਨਹੀਂ ਕਰਨੇ, ਜਦ ਵਚਨ ਸੁਣਨਾ ਹੀ ਨਹੀਂ ਹੈ, ਜਦ ਪ੍ਰਾਰਥਨਾ ਨਹੀਂ ਕਰਨੀ, ਤਾਂ ਫਿਰ ਕੀ ਹੈ, ਉਹ ਜੋ ਆਤਮਾ ਗਾ
ਉਹ ਹੌਲੀ 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 ਬੁਝਦਾ ਇੱਕ ਦਿਨ ਪੂਰੀ ਤਰ੍ਹਾਂ ਬੁਝ ਜਾਏਗਾ। ਫਿਰ ਇਨਸਾਨ ਕੀ ਹੋ ਜਾਏਗਾ? ਉਹ ਤਾਂ ਸੀਲ ਗਰਮ ਹੋ ਜਾਏਗਾ। ਫਿਰ ਉਹਦੀ ਆਦਤ ਬਣ ਜਾਊਗੀ ਬੰਦਗੀ ਵਿੱਚ ਜਾਣਾ। ਉਹ ਵੀ ਸਮੇਂ ਸਿਰ ਨਹੀਂ ਜਾਊਗਾ। ਫਿਰ ਕਦੇ ਵੀ ਦੇਖ ਲਿਓ ਉਹ ਕੀ ਹੈ, ਚਲੋ ਹੁਣ ਤਾਂ ਪ੍ਰਾਰਥਨਾ ਚੱਲਦੀ ਹੈ, ਚਲੋ ਹੁਣ ਤਾਂ 2-4 ਗੀਤ ਚੱਲ ਰਹੇ ਨੇ, ਚੱਲਦੇ ਹਨ ਠਹਿਰ ਕੇ। ਮਤਲਬ ਇਸ ਤਰ੍ਹਾਂ ਹੋ ਜਾਏਗਾ, ਨਾ ਤਾਂ ਉਹ ਗਰਮ ਹੋਊਗਾ ਨਾ ਹੀ ਉਹ ਠੰਡਾ ਹੋਊਗਾ, ਲੇਕਿਨ ਹੋਊਗਾ ਕਿ ਉਹ ਸੀਲ ਗਰਮ, ਮਤਲਬ ਨਾ ਠੰਡਿਆਂ ਵਿੱਚ ਤੇ ਨਾ ਗਰਮ ਦੇ ਵਿੱਚ। ਫਿਰ ਅਗਰ ਰਾਤ ਨੂੰ ਘਰੇ ਪ੍ਰਾਰਥਨਾ ਕਰਨੀ ਹੋਊਗੀ, ਫਿਰ ਟੀਵੀ ਦੇ ਸਾਹਮਣੇ ਬੈਠਾ ਹੋਊਗਾ, ਫਿਰ ਕੀ ਆਹ ਫਿਲਮ ਖਤਮ ਹੋ ਲੈਣ ਦਿਓ, ਫਿਰ ਪ੍ਰਾਰਥਨਾ ਕਰਦੇ ਹਾਂ। ਫਿਰ ਫਿਲਮ ਚਾਹੇ 11 ਵਜੇ ਖਤਮ ਹੋਵੇ, ਚਾਹੇ 10:30 ਖਤਮ ਹੋਵੇ, ਫਿਰ ਫਿਲਮ ਖਤਮ ਕਰਨ ਤੋਂ ਬਾਅਦ ਇਨਸਾਨ ਪ੍ਰਾਰਥਨਾ ਕਰੂਗਾ। ਫਿਰ ਕਿੰਨੀ ਕੁ ਪ੍ਰਾਰਥਨਾ ਕਰੂਗਾ? 5-7 ਮਿੰਟ। ਫਿਰ ਬਾਅਦ 'ਚ ਨੀਂਦ ਆ ਜਾਂਦੀ ਹੈ ਇਨਸਾਨ ਨੂੰ। ਮਤਲਬ ਕਿ ਆਤਮਾ ਇਨਸਾਨ ਦਾ ਕੀ ਹੈ? ਉਹ ਬੁੱਝ ਜਾਂਦਾ ਗਾ। ਔਰ ਪਰਮੇਸ਼ਵਰ ਦਾਸ ਕੀ ਕਹਿੰਦਾ ਗਾ ਪਵਿੱਤਰ ਆਤਮਾ ਦੇ ਨਾਲ ਭਰ ਕੇ ਕਿ ਆਤਮਾ ਨੂੰ ਕੀ ਹੈ? ਨਾ ਬੁਝਾਓ। ਮਤਲਬ ਆਤਮਾ ਨੂੰ ਨਾ ਬੁਝਾਉਣ ਦਿਓ। ਇਹਦਾ ਮਤਲਬ ਕਿ ਆਤਮਾ ਬੁੱਝ ਜਾਏਗਾ। ਇਹਦਾ ਮਤਲਬ ਕਿ ਆਤਮਾ ਕੀ ਹੈ? ਉਹ ਤਾਂ ਬੁੱਝ ਜਾਏਗਾ। ਇਸ ਕਰਕੇ ਆਤਮਾ ਨਾ ਬੁਝੇ, ਉਹਦੇ ਲਈ ਕੀ ਕਰਨਾ ਪਏਗਾ? ਉਹਦੇ ਲਈ ਇਕੱਠਾ ਹੋਣਾ ਰਹੇਗਾ, ਇਕੱਠਾ ਹੋਣਾ ਪਵੇਗਾ, ਹਰ ਵਾਰ ਇਕੱਠਾ ਹੋਣਾ ਪਵੇਗਾ। ਇਹ ਨਹੀਂ ਬੋਲ ਸਕਦੇ ਚਲ ਇੱਕ ਵਾਰ ਇਕੱਠੇ ਹੋ ਗਏ, ਹੁਣ ਇਕੱਠੇ ਹੋਣ ਦੀ ਲੋੜ ਨਹੀਂ ਹੈ, ਹੁਣ ਦੂਜੀ ਵਾਰ ਇਕੱਠੇ ਹੋਵਾਂਗੇ। ਇਦਾਂ ਨਹੀਂ। ਜਦ ਵੀ ਇਕੱਠੇ ਹੁੰਦੇ ਹੋ, ਇਕੱਠੇ ਹੋਵੋ, ਹਰ ਵਾਰ ਇਕੱਠੇ ਹੋਵੋ। ਜਦ ਵੀ ਵਚਨ ਸੁਣਨ ਨੂੰ ਮਿਲਦਾ ਵਚਨ ਸੁਣੋ, ਜਦ ਵੀ ਪ੍ਰਭੂ ਭੋਜ ਕਰਨ ਨੂੰ ਮਿਲਦਾ ਪ੍ਰਭੂ ਭੋਜ ਕਰੋ, ਜਦ ਵੀ ਸੰਗਤੀ ਮਿਲਦੀ ਹੈ ਸੰਗਤੀ ਵਿੱਚ ਰਹੋ। ਮਤਲਬ ਇਸ ਤਰ੍ਹਾਂ ਕੀ ਹੈ? ਗਰਮ ਰਹਾਂਗੇ, ਇੱਕ ਦੂਜੇ ਨਾਲ ਜਦੋਂ ਜੁੜ ਕੇ ਰਹਾਂਗੇ ਤਾਂ ਕੀ ਰਹਾਂਗੇ? ਆਪਾਂ ਗਰਮ ਰਹਾਂਗੇ। ਨਹੀਂ ਦੇਖੋ ਸਿਕੰਦਰ ਤੇ ਹੁਮਨਾਸ ਦਾ ਕੀ ਹਾਲ ਹੋਇਆ, ਦੇਮਾਸ ਦਾ ਕੀ ਹਾਲ ਹੋਇਆ? ਚੱਲੇ ਤਾਂ ਸੀ, ਗਰਮ ਤਾਂ ਸੀਗੇ, ਲੇਕਿਨ ਫਿਰ ਕੀ ਹੋਏ? ਉਹਦਾ ਹੌਲੀ ਹੌਲੀ ਠੰਡੇ ਪੈ ਗਏ। ਔਰ ਜਦ ਠੰਡੇ ਪੈ ਗਏ ਤਾਂ ਫਿਰ ਉਹ ਕਿਸੇ ਵੀ ਕੰਮ ਦੇ ਨਹੀਂ, ਉਹ ਕਿਸੇ ਵੀ ਕੰਮ ਦੇ ਨਹੀਂ। ਕਿਉਂਕਿ ਹੁਣ ਦੇਖੋ ਅੰਤ ਦੇ ਦਿਨਾਂ ਵਿੱਚ ਕੀ ਹੋਊਗਾ? ਇਹੀ ਕੰਮ ਹੋਣ ਵਾਲਾ ਗਾ ਕਿ ਜੋ ਠੰਡੇ ਹੋਣਗੇ, ਠੰਡੇ ਮਤਲਬ ਉਹ ਕੁਝ ਵੀ ਨਹੀਂ ਕਰ ਸਕਦੇ, ਨਾ ਪ੍ਰਾਰਥਨਾ ਕਰਨਗੇ, ਨਾ ਤਾਂ ਉਹ ਵਰਤ ਕਰਨਗੇ, ਨਾ ਉਹ ਬਾਈਬਲ ਪੜ੍ਹਨਗੇ। ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਗੱਲ ਕਹੀ ਸੀਗੀ ਵੀ ਤੁਹਾਡਾ ਭਜਣਾ ਸਿਆਲ ਵਿੱਚ ਨਾ ਹੋਵੇ। ਸਿਆਲ ਵਿੱਚ ਮਤਲਬ ਕਿ ਤੁਸੀਂ ਠੰਡੇ ਨਾ ਹੋਵੋ। ਹਾਂ, ਤੁਸੀਂ ਕੀ ਰਹੋ? ਗਰਮ ਰਹੋ, ਗਰਮ ਰਹੋ। ਔਰ ਗਰਮ ਤਦੇ ਰਹਾਂਗੇ ਕਿ ਜਦ ਸਾਡਾ ਆਤਮਾ ਇਹ ਜਗਦਾ ਰਹੂਗਾ, ਜਦ ਸਾਡਾ ਆਤਮਾ ਕੀ ਹੈ? ਇਹ ਬਲਦਾ ਰਹੂਗਾ। ਬਲਦਾ ਰਹੂਗਾ ਮਤਲਬ ਜਗਦਾ ਰਹੂਗਾ। ਇਹਦਾ ਮਤਲਬ ਕਿ ਅਗਰ ਆਤਮਾ ਬੁੱਝ ਗਿਆ ਸਮਝ ਲਓ ਠੰਡੇ ਪੈ ਗਏ। ਇਸ ਕਰਕੇ ਕੁਛ ਵੀ ਕਰੋ, ਕਿਵੇਂ ਵੀ ਕਰੋ, ਆਪਣੇ ਆਤਮਾ ਨੂੰ ਬੁਝਣ ਨਾ ਦਿਓ। ਹਾਲੇਲੂਇਆ। ਅਗਰ ਆਤਮਾ ਬੁਝ ਗਿਆ ਤਾਂ ਫਿਰ ਇਨਸਾਨ ਕੀ ਹੋ ਜਾਏਗਾ? ਠੰਡਾ ਪੈ ਜਾਏਗਾ। ਆਤਮਾ ਨਾ ਬੁਝੇ, ਜਿਵੇਂ ਆਪਾਂ ਘਰ ਦੇ ਵਿੱਚ ਕੋਈ ਇਨਸਾਨ ਦੀਵਾ ਲਾਏ ਤਾਂ ਦੀਵਾ ਕਿਹਦੇ ਨਾਲ ਚੱਲਦਾ ਗਾ? ਤੇਲ ਦੇ ਨਾਲ। ਜਿੰਨਾ ਚਿਰ ਉਹ ਦੀਵੇ ਦੇ ਵਿੱਚ ਤੇਲ ਹੈ ਤਾਂ ਉਹ ਦੀਵਾ ਚੱਲਦਾ ਰਹਿੰਦਾ ਗਾ। ਇਹਦਾ ਮਤਲਬ ਕਿ ਪਵਿੱਤਰ ਆਤਮਾ ਨੂੰ ਕੀ ਰੱਖੋ? ਆਪਣੇ ਵਿੱਚ ਹਮੇਸ਼ਾ ਹੀ ਰੱਖੋ। ਪਵਿੱਤਰ ਆਤਮਾ ਦੀ ਸਾਮਰਥ ਨੂੰ ਆਪਣੇ ਅੰਦਰ ਰੱਖੋ ਤਾਂ ਕਿ ਜੋ ਤੁਹਾਡਾ ਆਤਮਾ ਹੈ ਉਹ ਹਮੇਸ਼ਾ ਕੀ ਰਹੇ? ਉਹ ਜਗਦਾ ਰਹੇ। ਔਰ ਆਤਮਾ ਬੁਝਣ ਨਾ ਦਿਓ। ਅਗਰ ਆਤਮਾ ਬੁਝ ਗਿਆ ਤਾਂ ਫਿਰ ਬਹੁਤ ਔਖਾ ਹੋ ਜਾਊਗਾ। ਔਰ ਬਹੁਤ ਹੀ ਔਖਾ ਹੋ ਜਾਊਗਾ ਮਤਲਬ ਫਿਰ ਕੁਝ ਵੀ ਨਹੀਂ ਕਰ ਸਕਦੇ। ਇਸ ਕਰਕੇ ਅਗਰ ਹੁਣ ਪ੍ਰਾਰਥਨਾ ਸਹੀ ਨਹੀਂ ਕਰ ਰਹੇ, ਅਗਰ ਹੁਣ ਬਾਈਬਲ ਨਹੀਂ ਪੜ੍ਹ ਰਹੇ, ਅਗਰ ਹੁਣ ਵਰਤ ਨਹੀਂ ਕਰ ਰਹੇ, ਅਗਰ ਹੁਣ ਸੰਗਤੀ ਨਹੀਂ ਕਰ ਰਹੇ ਤਾਂ ਮਿਹਰਬਾਨੀ ਕਰਕੇ ਹੁਣ ਤੁਹਾਡੇ ਲਈ ਸਮਾਂ ਗਾ ਕਿ ਕੰਮ ਸ਼ੁਰੂ ਕਰੋ। ਦੇਖੋ ਕਿੰਨੀ ਵੱਡੀ ਗੱਲ ਹੋ ਚੁੱਕੀ ਹੈ ਕਿ ਹੁਣ ਹਰ ਇੱਕ ਇਨਸਾਨ ਨੂੰ ਇੱਕ ਸਮਾਂ ਮਿਲ ਚੁੱਕਿਆ ਗਾ, ਖਾਸ ਕਰਕੇ ਮਸੀਹ ਲੋਕਾਂ ਨੂੰ, ਖਾਸ ਕਰਕੇ ਉਹਨਾਂ ਲੋਕਾਂ ਨੂੰ ਜੋ ਠੰਡੇ ਪੈ ਚੁੱਕੇ ਨੇ। ਕਿਹੜਾ ਸਮਾਂ? ਕਰੋਨਾ ਵਾਇਰਸ ਦਾ। ਇਹਦਾ ਇੱਕ ਬਹਾਨਾ ਕਹਿ ਸਕਦੇ ਹਾਂ ਆਪਾਂ ਸਹੀ ਦੇ ਵਿੱਚ। ਮਤਲਬ ਮੈਂ ਤਾਂ ਇਹੀ ਕਹਿ ਸਕਦਾ ਵੀ ਇੱਕ ਬਹਾਨਾ ਮਿਲ ਗਿਆ ਇਨਸਾਨ ਨੂੰ ਘਰ ਰਹਿਣ ਦੇ ਵਿੱਚ, ਘਰ ਰਹਿਣ ਦੇ ਲਈ। ਪਹਿਲਾਂ ਇਨਸਾਨ ਕੀ ਸੋਚਦਾ ਸੀਗਾ? ਸਾਡਾ ਘਰੇ ਸਰਦਾ ਨਹੀਂ। ਹੁਣ ਦੇਖੋ ਇਨਸਾਨ ਨੂੰ 1 ਮਹੀਨੇ ਤੋਂ ਉੱਪਰ ਜਾ ਚੁੱਕਿਆ ਟਾਈਮ। ਇਨਸਾਨ ਦਾ ਸਰਦਾ ਤਾਂ ਹੈ ਹੀ ਨਾ, ਲੇਕਿਨ ਸਹੀ ਦੇ ਵਿੱਚ ਹੁਣ ਕੀ ਕਰੇ ਇਨਸਾਨ? ਪਰਮੇਸ਼ਵਰ ਦੇ ਨਾਲ ਆਪਣਾ ਬਕਾਇਆ ਪੂਰਾ ਕਰ ਲਵੇ। ਹੁਣ ਕੀ ਹੈ? ਇਨਸਾਨ ਇਸ ਦਿਨਾਂ ਦੇ ਵਿੱਚ ਪਵਿੱਤਰ ਆਤਮਾ ਨੂੰ ਪਾ ਲਵੇ। ਇਹ ਨਹੀਂ ਹੈ ਕਿ ਇਨਸਾਨ ਠੰਡਾ ਨਹੀਂ ਪਿਆ ਹੋਇਆ। ਹਰ ਇੱਕ ਇਨਸਾਨ ਅਗਰ ਆਪਣੇ ਆਪ ਨੂੰ ਚੈੱਕ ਕਰੇ ਨਾ ਤਾਂ ਇਨਸਾਨ ਠੰਡਾ ਪੈ ਚੁੱਕਿਆ ਗਾ। ਪਹਿਲਾਂ ਵਾਲਾ ਪਿਆਰ ਦੇਖੋ ਉਹਦਾ, ਪਹਿਲਾਂ ਵਾਲਾ ਜੋਸ਼ ਦੇਖੋ ਉਹਦਾ, ਪਹਿਲਾਂ ਵਾਲੀ ਤਾਕਤ ਦੇਖੋ ਜੀ, ਜਦ ਇਨਸਾਨ ਮਸੀਹ ਦੇ ਵਿੱਚ ਸ਼ੁਰੂ ਵਿੱਚ ਆਇਆ ਸੀਗਾ। ਲੇਕਿਨ ਹੁਣ ਦੇਖੋ, ਹੁਣ ਇਨਸਾਨ ਨੂੰ ਪ੍ਰਾਰਥਨਾ ਕਰਨ ਦੇ ਵਿੱਚ ਵੀ ਥਕਾਵਟ ਮਹਿਸੂਸ ਹੋ ਜਾਂਦੀ ਹੈ। ਹੁਣ ਇਨਸਾਨ ਦਾ ਮਨ ਨਹੀਂ ਲੱਗਦਾ ਪ੍ਰਾਰਥਨਾ ਦੇ ਵਿੱਚ। ਇਹਦਾ ਮਤਲਬ ਕਿ ਜੋ ਉਹਦਾ ਆਤਮਾ ਸੀਗਾ ਉਹ ਬੁਝ ਰਿਹਾ ਗਾ। ਲੇਕਿਨ ਅੱਜ ਵੀ ਪਰਮੇਸ਼ਵਰ ਸਮਾਂ ਦੇ ਚੁੱਕੇ ਨੇ, ਤੁਹਾਨੂੰ ਸਮਾਂ ਦੇ ਚੁੱਕੇ ਨੇ। ਕੋਈ ਵੀ ਕੰਮ ਹੈ ਕਿਸੇ ਵੀ ਤਰ੍ਹਾਂ ਦਾ, ਕੰਮ ਨੂੰ ਛੱਡ ਦਿਓ, ਕੋਈ ਚੱਕਰ ਨਹੀਂ। ਆਪਣੀ ਪ੍ਰਾਰਥਨਾ ਜ਼ਿਆਦਾ ਕਰੋ। 2-2, 4-4, 5-5 ਘੰਟੇ ਵਿੱਚ ਬੈਠੋ ਪ੍ਰਾਰਥਨਾ ਲਈ। ਔਰ ਸਹੀ ਦੇ ਵਿੱਚ ਪ੍ਰਾਰਥਨਾ ਕਾਹਦੇ ਲਈ ਕਰੋ? ਪਵਿੱਤਰ ਆਤਮਾ ਲਈ ਕਰੋ। ਪਰਮੇਸ਼ਵਰ ਪਵਿੱਤਰ ਆਤਮਾ ਨਾਲ ਭਰੋ, ਪਵਿੱਤਰ ਆਤਮਾ ਦੇ ਵਰਦਾਨਾਂ ਨਾਲ ਭਰੋ ਤਾਂ ਪਰਮੇਸ਼ਵਰ ਕੰਮ ਕਰਨਗੇ। ਅਗਰ ਅੱਜ ਕੋਈ ਵੀ ਇਨਸਾਨ ਮੋਬਾਈਲ ਦੇ ਉੱਪਰ ਟਾਈਮ ਦੇ ਰਿਹਾ ਗਾ ਤਾਂ ਮਿਹਰਬਾਨੀ ਕਰਕੇ ਮੋਬਾਈਲ ਨੂੰ ਬੰਦ ਕਰੋ। ਕਿਉਂ? ਕਿਉਂਕਿ ਅੱਜ ਪੂਰਾ ਸਮਾਂ ਦਿੱਤਾ ਪਰਮੇਸ਼ਵਰ ਨੇ ਤੁਹਾਨੂੰ। ਲਾਸਟ ਵਿੱਚ ਨਹੀਂ ਕਹਿ ਸਕਦੇ
ਲਾਸਟ ਵਿੱਚ ਨਹੀਂ ਕਹਿ ਸਕਦਾ ਪਰਮੇਸ਼ਵਰ ਮੇਰੇ ਲਈ ਸਮਾਂ ਨਹੀਂ ਸੀਗਾ, ਮੈਂ ਤਾਂ ਪਰਿਵਾਰ ਦੀ ਬੱਚਿਆਂ ਦੀ ਪਰਵਰਿਸ਼ ਕਰਨੀ ਸੀਗੀ। ਪਰਮੇਸ਼ਵਰ ਕੀ ਕਹੇਗਾ, ਦੇਖ ਚਲੋ ਲਾਕਡਾਊਨ ਦਾ ਸਮਾਂ ਸੀਗਾ, ਬਚ ਜਾਂਦਾ, ਕਰਦਾ ਪ੍ਰਾਰਥਨਾ, ਸੁਣਦਾ ਵਚਨ, ਕਰਦਾ ਸੰਗਤੀ, ਹੁੰਦਾ ਤੇਰੇ ਲਈ ਸਭ ਕੁਝ। ਲੇਕਿਨ ਦੇਖੋ ਲਾਕਡਾਊਨ ਦਾ ਬਹਾਨਾ ਇਨਸਾਨ ਨੂੰ ਕਿੰਨਾ ਵਧੀਆ ਮਿਲਿਆ ਹੋਇਆਗਾ। 24 ਘੰਟੇ ਘਰੇ, 24 ਘੰਟੇ ਹੀ ਘਰੇ ਹੈ। ਲੇਕਿਨ ਸਹੀ ਦੇ ਵਿੱਚ ਇਹਦਾ ਫਾਇਦਾ ਤਾਂ ਲੈ ਸਕਦਾ ਇਨਸਾਨ, ਇਹਦਾ ਫਾਇਦਾ ਲੈ ਸਕਦਾ ਇਨਸਾਨ। ਲੇਕਿਨ ਸਹੀ ਦੇ ਵਿੱਚ ਇਹ ਨਾ ਸੋਚੋ ਕੀ ਖਾਵਾਂਗੇ ਜਾਂ ਕੀ ਪੀਵਾਂਗੇ। ਜਿਸ ਪਰਮੇਸ਼ਵਰ ਨੇ ਸਾਨੂੰ ਬਚਾਉਣਾਗਾ, ਜਿਸ ਪਰਮੇਸ਼ਵਰ ਨੇ ਸਾਨੂੰ ਸਵਰਗ ਦੇਣਾਗਾ, ਉਹ ਸਾਰਾ ਇੰਤਜ਼ਾਮ ਕਰ ਦੇਗਾ। ਇਹ ਕੋਈ ਵੱਡੀ ਗੱਲ ਨਹੀਂ ਹੈ, ਇਹ ਕੋਈ ਬਹਾਨਾ ਨਹੀਂ ਹੈ। ਲੇਕਿਨ ਸਹੀ ਦੇ ਵਿੱਚ ਇਹ ਫਾਇਦਾ ਹੋ ਚੁੱਕਿਆਗਾ ਕਿ ਲਾਕਡਾਊਨ ਦੇ ਵਿੱਚ ਕੀ ਕਰੋ, ਜ਼ਿਆਦਾ ਪ੍ਰਾਰਥਨਾ ਕਰੋ, ਵਰਤ ਰੱਖੋ, ਬਾਈਬਲ ਪੜ੍ਹੋ, ਵਚਨਾਂ ਨੂੰ ਸੁਣੋ, ਇਕੱਠੇ ਹੋਵੋ, ਪ੍ਰਭੂ ਭੋਜ ਕਰੋ, ਸੰਗਤੀ ਕਰੋ। ਕਿੰਨਾ ਫਾਇਦਾ ਇਹਦੇ ਵਿੱਚ, ਕਿੰਨਾ ਫਾਇਦਾ ਇਹਦੇ ਵਿੱਚ। ਕਾਹਦੇ ਲਈ? ਕਿਉਂਕਿ ਆਤਮਾ ਕੀ ਹੈ, ਆਤਮਾ ਫਿਰ ਤੋਂ ਕੀ ਹੋ ਜਾਏ, ਸਰਗਰਮ ਹੋ ਜਾਏ, ਗਰਮ ਹੋ ਜਾਏ ਆਤਮਾ। ਔਰ ਗਰਮ ਕੈਸੀ ਹੋ ਜਾਏ ਕਿ ਫਿਰ ਇੱਕ ਵਾਰ ਕੀ ਬਣ ਜਾਏ, ਅੱਗ ਦੀ ਲਾਟ ਬਣ ਜਾਏ, ਅੱਗ ਦੀ ਲਾਟ ਬਣ ਜਾਏ। ਅਗਰ ਅੱਗ ਦੀ ਲਾਟ ਬਣ ਗਏ ਤਾਂ ਫਿਰ ਕੀ ਹੈ, ਪ੍ਰਭੂ ਯਿਸੂ ਮਸੀਹ ਕੀ ਕਿਹਾ ਸੀਗਾ, ਮੈਂ ਧਰਤੀ ਉੱਪਰ ਕੀ ਕਰਨਾ ਆ, ਅੱਗ ਲਾਣਾ ਆਏਗਾ। ਦੇਖੋ ਅੱਜ ਬਹੁਤ ਲੋਕਾਂ ਦੀ ਜੋ ਪ੍ਰੀਤ ਹੈ ਉਹ ਠੰਡੀ ਪੈ ਚੁੱਕੀ ਹੈ। ਅੱਜ ਬਹੁਤ ਲੋਕਾਂ ਦਾ ਆਤਮਾ ਉਹ ਬੁੱਝ ਰਿਹਾਗਾ, ਬੁੱਝ ਰਿਹਾਗਾ। ਕੋਈ ਵੱਡੀ ਗੱਲ ਨਹੀਂ ਹੈ। ਫਿਰ ਤੋਂ ਇਕੱਠੇ ਹੋ ਜਾਓ, ਫਿਰ ਤੋਂ ਸੰਗਤੀ ਕਰੋ, ਫਿਰ ਤੋਂ ਪਰਮੇਸ਼ਰ ਨਾਲ ਸਮਾਂ ਬਿਤਾਓ, ਤਾਂ ਪਰਮੇਸ਼ਰ ਤੁਹਾਡੀ ਕੀ ਕਰੇਗਾ, ਸਹਾਇਤਾ ਕਰੇਗਾ। ਇੱਕ ਵਾਰ ਫਿਰ ਪੜੋ ਵਚਨ ਨੂੰ, ਉਹੀ ਪਹਿਲਾ ਥੈਸਲੁਕੀਆਂ 5:19। ਆਤਮਾ ਨੂੰ ਨਾ ਬੁਝਾਓ। ਮਤਲਬ ਪਰਮੇਸ਼ਰ ਦਾ ਦਾਸ ਕਹਿੰਦਾ ਵੀ ਆਤਮਾ ਨੂੰ ਨਾ ਬੁਝਾਓ, ਮਤਲਬ ਆਤਮਾ ਨੂੰ ਬੁੱਝਣ ਨਾ ਦਿਓ। ਅਗਰ ਆਤਮਾ ਬੁੱਝ ਗਿਆ ਤਾਂ ਫਿਰ ਉਸ ਨੂੰ ਨਵੇਂ ਸਿਰੇ ਤੋਂ ਜਲਾਉਣਾ ਬਹੁਤ ਔਖਾ ਹੋ ਜਾਊਗਾ। ਅਗਰ ਕੋਲੇ ਨੂੰ ਅੰਗੀਠੀ ਵਿੱਚੋਂ ਕੱਢ ਕੇ ਸਾਈਡ ਤੇ ਰੱਖ ਦਿਓ, ਅਗਰ ਘੰਟਾ 2 ਘੰਟੇ ਬਾਹਰ ਨਿਕਲ ਜੇ, ਫਿਰ ਅਗਰ ਉਹਦੇ ਉੱਪਰ ਰੱਖ ਜਾਓਗੇ, ਫਿਰ ਉਹਨੂੰ ਉਹਦੇ ਵਿੱਚ ਪਾਓ, ਫਿਰ ਉਹ ਗਰਮ ਨਹੀਂ ਹੁੰਦਾ, ਫਿਰ ਉਹਦੇ ਵਿੱਚ ਉਹ ਗੱਲ ਨਹੀਂ ਬਣਦੀ। ਲੇਕਿਨ ਹੱਲੇ ਕੁਝ ਜ਼ਿਆਦਾ ਸਮਾਂ ਨਹੀਂ ਹੋਇਆ, ਕੋਈ ਗੱਲ ਨਹੀਂ। ਪਿਛਲੇ ਸਮਾਂ ਵਿੱਚ ਸੰਗਤੀ ਨਹੀਂ ਕਰ ਸਕੇ, ਕੋਈ ਸਭ ਗੱਲ ਨਹੀਂ। ਪਿਛਲੇ ਸਮੇਂ ਵਿੱਚ ਪ੍ਰਾਰਥਨਾ ਨਹੀਂ ਕਰ ਸਕੇ, ਲੇਕਿਨ ਹੁਣ ਤਾਂ ਸਮਾਂ ਹੈ ਨਾ, ਹੁਣ ਤਾਂ ਲਾਕਡਾਊਨ ਹੈ ਨਾ, ਹੁਣ ਤਾਂ ਜ਼ਿਆਦਾ ਪ੍ਰਾਰਥਨਾ ਕਰੋ। ਹੁਣ ਫਿਰ ਤੋਂ ਇੱਕ ਵਾਰ ਸੰਗਤੀ ਕਰੋ, ਔਰ ਫਿਰ ਤੋਂ ਪਰਮੇਸ਼ਵਰ ਦੇ ਨਾਲ ਐਸਾ ਹੀ ਪਿਆਰ ਕਰੋ ਜੈਸਾ ਪਿਆਰ ਪਹਿਲਾਂ ਕਰਦੇ ਸੀਗੇ। ਮਤਲਬ ਆਪਣੀ ਆਤਮਾ ਨੂੰ ਬੁੱਝਣ ਨਾ ਦਿਓ, ਆਤਮਾ ਨੂੰ ਕੀ ਕਰੋ, ਜਗਾ ਕੇ ਰੱਖੋ, ਆਤਮਾ ਨੂੰ ਬਲਦੀ ਰਹਿਣ ਦਿਓ। ਅਗਰ ਆਤਮਾ ਬਲਦਾ ਰਹੇਗਾ, ਆਤਮਾ ਜਗਦਾ ਰਹੇਗਾ, ਆਤਮਾ ਨਹੀਂ ਬੁੱਝੇਗਾ, ਤਾਂ ਸਹੀ ਦੇ ਵਿੱਚ ਪਰਮੇਸ਼ਵਰ ਨੂੰ ਕੀ ਮਿਲੇਗੀ, ਖੁਸ਼ੀ ਮਿਲੇਗੀ, ਪਰਮੇਸ਼ਵਰ ਨੂੰ ਆਨੰਦ ਮਿਲੇਗਾ। ਆਓ ਆਪਾਂ ਸਾਰੇ ਆਪਣੀਆਂ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਉਣੇ ਹਾਂ, ਔਰ ਕੋਈ ਵੀ ਜਨ ਆਪਣੀ ਅੱਖ ਨਹੀਂ ਖੋਲੇਗਾ, ਔਰ ਸਿਰਫ ਆਪਣੇ ਆਪ ਨੂੰ ਇੱਕ ਸਵਾਲ ਕਰੋ। ਔਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਕਿਸੇ ਦੇ ਵੱਲ ਦੇਖਣ ਦੀ ਲੋੜ ਨਹੀਂ, ਕਿਉਂਕਿ ਅਸੀਂ ਆਪਣੇ ਆਪ ਨੂੰ ਜਾਂਚਦੇ ਹਾਂ, ਆਪਣੇ ਆਪ ਨੂੰ ਜਾਣਦੇ ਹਾਂ। ਆਪਣੇ ਆਪ ਨੂੰ ਸਵਾਲ ਕਰੋ ਇੱਕ, ਕਿ ਮੇਰਾ ਆਤਮਾ ਉਹ ਬੁੱਝ ਰਿਹਾ ਹੈਗਾ, ਕਿ ਮੇਰਾ ਆਤਮਾ ਉਹ ਠੰਡਾ ਪੈ ਰਿਹਾ ਹੈਗਾ, ਮੈਂ ਆਪਣਾ ਸਮਾਂ ਕਿੱਥੇ ਦੇ ਰਿਹਾਗਾ, ਇੱਧਰਲੀ ਉਧਰਲੀਆਂ ਗੱਲਾਂ ਦੇ ਉੱਪਰ, ਮੋਬਾਈਲ ਦੇ ਉੱਪਰ, ਆਪਣੇ ਕੰਮ ਕਾਰਾਂ ਦੇ ਵਿੱਚ, ਸੌਣ ਦੇ ਵਿੱਚ, ਘੁੰਮਣ ਫਿਰਨ ਦੇ ਵਿੱਚ, ਖੇਡਣ ਦੇ ਵਿੱਚ, ਮੈਂ ਕਿੱਥੇ ਸਮਾਂ ਦੇ ਰਿਹਾ ਆਪਣਾ। ਕਿਉਂਕਿ ਪਰਮੇਸ਼ਵਰ ਨੇ ਇਨਸਾਨ ਨੂੰ ਇਹ ਲਾਕਡਾਊਨ ਦਾ ਇੱਕ ਬਹੁਤ ਸੁਨਹਿਰਾ ਮੌਕਾ ਦਿੱਤਾ ਹੈਗਾ ਕਿ ਇਸ ਲਾਕਡਾਊਨ ਦੇ ਵਿੱਚ ਇਨਸਾਨ ਆਪਣੀ ਆਤਮਾ ਨੂੰ ਫਿਰ ਤੋਂ ਜਗਾ ਸਕਦਾ ਹੈਗਾ, ਆਪਣੀ ਆਤਮਾ ਨੂੰ ਫਿਰ ਤੋਂ ਉਹ ਗਰਮ ਰੱਖ ਸਕਦਾ ਹੈਗਾ, ਆਪਣੀ ਆਤਮਾ ਨੂੰ ਉਹ ਬੁੱਝਣ ਤੋਂ ਬਚਾ ਸਕਦਾ ਹੈਗਾ। ਅਗਰ ਇੱਕ ਵਾਰ ਉਹ ਆਤਮਾ ਬੁੱਝ ਗਿਆ, ਅਗਰ ਇੱਕ ਵਾਰ ਉਹ ਅੱਗ ਜੋ ਲੱਗੀ ਸੀ, ਉਹ ਅੱਗ ਲੱਗੀ ਹੋਈ ਅੱਗ ਅਗਰ ਬੁੱਝ ਗਈ, ਤਾਂ ਫਿਰ ਨਵੇਂ ਸਿਰੇ ਤੋਂ ਅੱਗ ਲਾਉਣੀ, ਨਵੇਂ ਸਿਰੇ ਤੋਂ ਅੱਗ ਜਲਾਉਣੀ ਉਹ ਬਹੁਤ ਔਖੀ ਹੋ ਜਾਊਗੀ। ਇਸ ਲਈ ਚਾਹੇ ਥੋੜੀ ਅੱਗ ਲੱਗੀ ਹੋਈ ਹੈ, ਲੇਕਿਨ ਕੀ ਕਰੋ, ਪੂਰੀ ਤਰ੍ਹਾਂ ਜੋ ਅੱਗ ਪ੍ਰਭੂ ਯਿਸੂ ਮਸੀਹ ਲਾਉਣ ਨੂੰ ਕਹਿੰਦੇ ਨੇ, ਔਰ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਿ ਜਿਹਦੇ ਵਿੱਚ ਅੱਗ ਲੱਗੀ ਹੁੰਦੀ ਹੈ, ਉਹ ਕਦੇ ਇਨਸਾਨ ਖੜਾ ਨਹੀਂ ਰਹਿ ਸਕਦਾ, ਉਹ ਇਨਸਾਨ ਕਦੇ ਬੈਠ ਨਹੀਂ ਸਕਦਾ, ਉਹ ਇਨਸਾਨ ਕੀ ਹੈ, ਹਰ ਵਾਰ ਦੌੜਦਾ ਗਾ, ਕਦੇ ਇੱਧਰ ਕਦੇ ਉੱਧਰ, ਕਦੇ ਉੱਥੇ ਕਦੇ ਉੱਥੇ। ਮਤਲਬ ਕਿ ਪਰਮੇਸ਼ਵਰ ਦੀ ਜੋ ਅੱਗ ਹੈ, ਪ੍ਰਭੂ ਯਿਸੂ ਮਸੀਹ ਦੀ ਅੱਗ ਹੈ, ਉਸ ਅੱਗ ਨੂੰ ਦੇਖੋ ਕਿ ਉਹ ਅੱਗ ਮੇਰੇ ਅੰਦਰ ਲੱਗੀ ਹੈ, ਕਿ ਮੇਰੇ ਅੰਦਰ ਇੱਛਾ ਹੈ ਕਿ ਮੈਂ ਚਾਹੁੰਦਾਗਾ ਕਿ ਮੇਰੇ ਰਿਸ਼ਤੇਦਾਰ ਬਚਾਏ ਜਾਣ, ਕਿ ਮੈਂ ਚਾਹੁੰਦਾਗਾ
ਕਿ ਮੇਰਾ ਪਰਿਵਾਰ ਬਚਾਇਆ ਜਾਏ। ਕੀ ਮੈਂ ਚਾਹੁੰਦਾਗਾ ਕਿ ਮੇਰਾ ਆਂਢ ਗੁਆਂਢ ਬਚਾਇਆ ਜਾਏ, ਮੇਰਾ ਪਿੰਡ ਬਚਾਇਆ ਜਾਏ, ਮੇਰਾ ਮੁਹੱਲਾ ਬਚਾਇਆ ਜਾਏ, ਮੇਰਾ ਸ਼ਹਿਰ ਬਚਾਇਆ ਜਾਏ, ਮੇਰਾ ਜ਼ਿਲ੍ਹਾ ਬਚਾਇਆ ਜਾਏ, ਮੇਰਾ ਪੰਜਾਬ ਬਚਾਇਆ ਜਾਏ, ਜਾਂ ਪੂਰੇ ਲੋਕ ਬਚਾਏ ਜਾਣ, ਪੂਰੀ ਦੁਨੀਆ ਦੇ ਲੋਕ ਬਚਾਏ ਜਾਣ? ਕੀ ਮੈਂ ਐਸਾ ਚਾਹੁੰਦਾਗਾ? ਅਗਰ ਚਾਹੁੰਦੇ ਹੋ, ਇਹ ਤਦੇ ਹੀ ਹੋ ਸਕਦਾਗਾ ਕਿ ਜਦ ਅੱਗ ਲੱਗੀ ਹੋਊਗੀ। ਜਦ ਅੱਗ ਲੱਗੀ ਹੋਊਗੀ ਤਾਂ ਐਸੇ ਲੋਕਾਂ ਲਈ ਪ੍ਰਾਰਥਨਾ ਕਰੋਗੇ, ਐਸੇ ਲੋਕਾਂ ਲਈ ਵਰਤ ਰੱਖੋਗੇ, ਐਸੇ ਲੋਕਾਂ ਲਈ ਜਾ ਕੇ ਪ੍ਰਾਰਥਨਾ ਕਰੋਗੇ, ਉਹਨਾਂ ਨੂੰ ਜਾ ਕੇ ਮਿਲੋਗੇ, ਉਹਨਾਂ ਨੂੰ ਜਾ ਕੇ ਗਵਾਹੀ ਦੱਸੋਗੇ, ਉਹਨਾਂ ਨੂੰ ਜਾ ਕੇ ਵਚਨ ਦੱਸੋਗੇ, ਉਹਨਾਂ ਨੂੰ ਸੰਗਤੀ ਵਿੱਚ ਲੈ ਕੇ ਆਓਗੇ। ਅਗਰ ਅੱਗ ਲੱਗੀ ਹੋਈ, ਅਗਰ ਅੱਗ ਨਹੀਂ ਲੱਗੀ, ਅਗਰ ਆਤਮਾ ਬੁੱਝ ਗਿਆਗਾ, ਤਾਂ ਫਿਰ ਅਗਰ ਖੁਦ ਬੁਝੇ ਹੋਏ ਹੋ ਤਾਂ ਕਿਸੇ ਨੂੰ ਜਲਾ ਨਹੀਂ ਸਕਦੇ। ਅਗਰ ਖੁਦ ਠੰਡੇ ਪੈ ਚੁੱਕੇ ਹੋ ਤਾਂ ਕਿਸੇ ਨੂੰ ਗਰਮ ਨਹੀਂ ਕਰ ਸਕਦੇ। ਅਗਰ ਖੁਦ ਗਰਮ ਹੋ ਤਾਂ ਤੁਹਾਡੇ ਨਾਲ ਜੋ ਆਉਣਗੇ ਉਹ ਲੋਕ ਗਰਮ ਹੋ ਜਾਣਗੇ। ਇਸ ਵਚਨ ਨੂੰ ਸਮਝ ਸਕੋ, ਇਸ ਨੂੰ ਮੰਨ ਸਕੋ। ਇਸ ਵਚਨ ਦੇ ਦੁਆਰਾ ਪਰਮੇਸ਼ਵਰ ਸਭ ਨੂੰ ਆਸ਼ੀਸ਼ ਦੇਣ। ਥੈਂਕ ਯੂ ਲਾਰਡ, ਥੈਂਕ ਯੂ ਜੀ।